ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਕੀ ਹਾਲ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਅਸੀਂ ਪੰਜਾਬ ਦੇ ਮੁੱਦਿਆਂ ਉੱਤੇ ਚਰਚਾ ਕਰਦੇ ਹਾਂ ਤੇ ਅੱਜ ਇਹ ਦੱਸ ਦਈਏ ਕਿ ਅੱਜ ਦਾ ਮੁੱਦਾ ਕੀ ਹੈ। ਤੇ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਸ ਨੂੰ 7 ਮਹੀਨੇ ਪੂਰੇ ਹੋ ਗਏ, ਯਾਨੀ ਕਿ 16 ਅਕਤੂਬਰ ਨੂੰ ਪੂਰੇ ਹੋ ਗਏ ਸੀ। ਅੱਜ 17 ਅਕਤੂਬਰ ਹੈ ਤੇ ਇਸ ਦੌਰਾਨ ਕੀ ਕੁਝ ਸਰਕਾਰ ਦੀ ਉਪਲਬਧੀਆਂ ਰਹੀਆਂ, ਜਿਹੜੇ ਕਿ ਵਾਅਦੇ ਕੀਤੇ ਸੀ ਲੋਕਾਂ ਦੇ ਨਾਲ, ਕੀ ਉਹ ਪੂਰੇ ਹੋਏ ਨੇ। ਇਸ ਤੋਂ ਇਲਾਵਾ ਜਿਹੜੀ ਵੀ ਕਰਪਸ਼ਨ ਨੂੰ ਲੈ ਕੇ, ਕਿਉਂਕਿ ਮੁੱਖ ਮੁੱਦੇ ਕੀ ਸੀਗੇ, ਭ੍ਰਸ਼ਟਾਚਾਰ, ਦੂਜੇ ਪਾਸੇ ਸਿੱਖਿਆ ਦੀ ਗੱਲ ਕਰ ਲਈਏ ਜਾਂ ਫਿਰ ਸਿਹਤ ਦੀ ਗੱਲ ਕਰ ਲਈਏ ਤੇ ਕਿਸ ਜਿਹੜਾ ਗਰੋਥ ਦੀ ਗੱਲ ਕਰੀਏ ਤੇ ਕਿਵੇਂ ਜਿਹੜਾ ਸਰਕਾਰ ਆਪਣਾ ਕੰਮ ਕਰ ਪਾਈ ਹੈ 7 ਮਹੀਨੇ ਦੇ ਵਿੱਚ, ਅੱਜ ਉਸ ਨੂੰ ਲੈ ਕੇ ਚਰਚਾ ਕੀਤੀ ਜਾਏਗੀ। ਤੇ ਸਾਡੇ ਪੈਨਲਿਸਟ ਦਾ ਸਵਾਗਤ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਬੀਜੇਪੀ ਤੋਂ ਸਾਡੇ ਨਾਲ ਨੇ ਸਾਹਿਲ ਸਾਂਪਲਾ, ਅਕਾਲੀ ਦਲ ਤੋਂ ਸਾਡੇ ਨਾਲ ਨੇ ਐਡਵੋਕੇਟ ਪਰਮਵੀਰ ਸਿੰਘ, ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਤੋਂ ਸਾਡੇ ਨਾਲ ਨੇ ਇੰਦਰਜੀਤ ਸੰਧੂ ਪਟਿਆਲਾ। ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ। ਸਭ ਤੋਂ ਪਹਿਲਾਂ ਇੰਦਰਜੀਤ ਜੀ, 7 ਮਹੀਨੇ ਕਿਵੇਂ ਦੇ ਰਹੇ, ਕੀ ਕੁਝ ਉਪਲਬਧੀਆਂ ਸਰਕਾਰ ਦੀ ਤੁਸੀਂ ਦੱਸਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਤੇ ਖਾਸ ਕਰ ਵਿਰੋਧੀਆਂ ਨੂੰ, ਕਿਉਂਕਿ ਸਵਾਲ ਬਹੁਤ ਚੁੱਕੇ ਜਾਂਦੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਕਿ 7 ਮਹੀਨਿਆਂ ਦੇ ਵਿੱਚ ਸਿਰਫ ਐਡਵਰਟਾਈਜ਼ਮੈਂਟ ਦਿੱਤੀ ਹੈ, ਕੰਮ ਨਹੀਂ ਕੀਤੇ। ਦੇਖੋ, ਉਪਲਬਧੀਆਂ ਦੀ ਜਿਹੜੀ ਗੱਲ ਹੈਗੀ ਹੈ, 7 ਮਹੀਨੇ ਦਾ ਜਿਹੜਾ ਕਾਰਜਕਾਲ ਉਹ ਆਮ ਆਦਮੀ ਪਾਰਟੀ ਦਾ ਬੜਾ ਸ਼ਾਨਦਾਰ ਰਿਹਾ। ਔਰ ਜਿੰਨੇ ਕੰਮ ਜਿਹੜੇ ਨੇ ਉਹ ਪਹਿਲੇ 6 ਮਹੀਨਿਆਂ ਦੇ ਵਿੱਚ ਕਰਨੇ ਹੁੰਦੇ ਨੇ, 7 ਮਹੀਨਿਆਂ 'ਚ ਕਰਨੇ ਹੁੰਦੇ ਨੇ, ਅਖੀਰਲੇ 7 ਮਹੀਨਿਆਂ 'ਚ ਕਰਨੇ ਹੁੰਦੇ ਨੇ, ਅਸੀਂ ਪਹਿਲੇ 7 ਮਹੀਨਿਆਂ 'ਚ ਜਿਹੜੇ ਨੇ ਉਹ ਕਰ ਦਿੱਤੇ ਨੇ। ਔਰ ਇਸ ਕਰਕੇ ਕਿਸੇ ਵੀ ਖੇਤਰ ਦੇ ਵਿੱਚ ਤੁਸੀਂ ਗੱਲ ਕਰ ਲਵੋ, ਹਾਲਾਂਕਿ ਚਲੋ ਇਸ਼ਤਿਹਾਰ ਦੀ ਗੱਲ ਜਿਹੜੀ ਚਰਚਾ 'ਚ ਬਣੀ ਹੋਈ ਹੈ ਕਿ ਇਸ਼ਤਿਹਾਰ ਦਿੱਤਾ ਹੈ, ਇਸ਼ਤਿਹਾਰ ਤੋਂ ਬਾਹਰ ਆ ਕੇ ਵੀ ਆਪਾਂ ਤੁਸੀਂ ਦੇਖ ਲਵੋ ਵੀ ਭਾਵੇਂ ਭ੍ਰਿਸ਼ਟਾਚਾਰੀਆਂ ਦੀ ਗੱਲ ਹੈ, 212 ਜਿਹੜੇ ਨੇ ਹੈਲਪਲਾਈਨ ਦੇ ਉੱਪਰ ਵੱਡੇ ਜਿਹੜੇ ਨੇ ਕਾਰਵਾਈਆਂ ਜਿਹੜੀਆਂ ਉਹਦੇ ਤੇ ਹੋਈਆਂ, ਭ੍ਰਿਸ਼ਟਾਚਾਰ ਦੇ ਉੱਤੇ ਮਾਮਲੇ ਵੀ ਦਰਜ ਹੋਏ ਨੇ, ਕਾਰਵਾਈਆਂ ਵੀ ਹੋਈਆਂ, ਗ੍ਰਿਫਤਾਰੀਆਂ ਹੋਈਆਂ। ਔਰ ਇਸੇ ਤਰੀਕੇ ਨਾਲ ਜਿਹੜਾ ਹੈਗਾ ਇੱਕ ਵਿਧਾਇਕ ਇੱਕ ਪੈਨਸ਼ਨ ਦਾ ਜਿਹੜਾ ਮਸਲਾ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਹੀ ਹੋਇਆ। ਪਹਿਲਾਂ ਬਹੁਤ ਦੇਰ ਤੋਂ ਮੰਗ ਸੀ, ਹਰ ਸਰਕਾਰ ਦੇ ਵਿੱਚ ਇਹ ਚਰਚਾ ਦਾ ਵਿਸ਼ਾ ਬਣਿਆ ਹੁੰਦਾ ਸੀ, ਪਰ ਕੋਈ ਇੰਨੀ ਜਿਹੜਾ ਹੌਸਲੇ ਤੋਂ ਕੰਮ ਨਹੀਂ ਸੀ ਲੈਂਦਾ, ਦਲੇਰੀ ਤੋਂ ਕੰਮ ਨਹੀਂ ਸੀ ਲੈਂਦਾ, ਪਰ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਹੋਇਆ। ਇਸੇ ਤਰੀਕੇ ਨਾਲ ਕਿਸਾਨੀ ਦੇ ਖੇਤਰ ਵਿੱਚ ਤੁਸੀਂ ਦੇਖ ਲਓ, ਕਿਸਾਨੀ 'ਚ ਭਾਵੇਂ ਸਿੱਧੀ ਬਿਜਾਈ ਹੈ, ਉਹਦੇ ਵਿੱਚ 26 ਕਰੋੜ ਰੁਪਈਆ ਜਿਹੜਾ ਅਸੀਂ ਉਹਦਾ ਐਸਟੀਮੇਟ ਲਗਾਇਆ ਸੀ, 15 ਕਰੋੜ ਰੁਪਈਆ ਜਿਹੜਾ ਉਹ ਜਾਰੀ ਕਰ ਦਿੱਤਾ। ਇਸੇ ਤਰੀਕੇ ਨਾਲ 4750 ਰੁਪਏ ਜਿਹੜਾ ਓਵਰਲੋਡ ਹੈ, ਜਿਹੜਾ ਜਦੋਂ ਪਾਵਰ ਜਿਹੜੀ ਹੈ ਬਿਜਲੀ ਪਾਵਰ ਜਦੋਂ ਕਿਸਾਨ ਜਿਹੜੇ ਨੇ ਮੋਟਰਾਂ ਦੀ ਉਹ ਜਦੋਂ ਭਰਦੇ ਸਨ ਹਰ ਸਾਲ ਬਾਅਦ, ਤਾਂ 4750 ਰੁਪਏ ਉਹਦਾ ਰੇਟ ਸੀ, 2500 ਰੁਪਇਆ ਅਸੀਂ ਉਹ ਰੇਟ ਕੀਤਾ। ਇਸੇ ਤਰੀਕੇ ਨਾਲ ਗੰਨੇ ਦੀ ਅਦਾਇਗੀ, ਇਹ ਕੋਈ ਕੰਮ ਜਿਹੜਾ ਸਾਡੀ ਸਰਕਾਰ ਦਾ ਨਹੀਂ ਸੀ, ਇਹ ਕੰਮ ਐਕਚੁਅਲੀ ਪਿਛਲੀ ਗਵਰਨਮੈਂਟ ਦਾ ਸੀ, ਪਿਛਲੀ ਗਵਰਨਮੈਂਟ ਨੇ ਅਦਾਇਗੀ ਕਰਨੀ ਸੀ, ਪਰ ਅਸੀਂ 492 ਕਰੋੜ ਰੁਪਈਆ ਜਿਹੜਾ ਹੈਗਾ ਪਿਛਲੀਆਂ ਸਰਕਾਰਾਂ ਦਾ ਗੰਨਾ ਉਤਪਾਦਕਾਂ ਨੂੰ ਜਿਹੜਾ ਹੈ ਉਹ ਦਿੱਤਾ ਹੈ। ਇਸੇ ਤਰੀਕੇ ਨਾਲ ਨੌਕਰੀਆਂ ਦੀ ਗੱਲ ਹੈ, 18,543 ਨਿਯੁਕਤੀ ਪੱਤਰ ਅਸੀਂ ਵੰਡੇ ਨੇ, ਔਰ ਹੋਰ ਕੁਝ ਜਿਹੜੀਆਂ ਨੌਕਰੀਆਂ ਮਿਲਾ ਕੇ ਤਕਰੀਬਨ 20,000 ਰੁਪਏ ਅਸੀਂ ਨੌਕਰੀ ਜਿਹੜੀ ਹੈ ਉਹ ਜਿਹੜੀ ਹੈ ਪੰਜਾਬ ਦੇ ਨੌਜਵਾਨਾਂ ਨੂੰ ਜਿਹੜੀ ਦਿੱਤੀ ਹੈ। ਖੇਡਾਂ ਦੇ ਖੇਤਰ ਵਿੱਚ ਤੁਸੀਂ ਦੇਖ ਲਵੋ, ਜਿਹੜੀਆਂ ਰਾਸ਼ਟਰਮੰਡਲ ਖੇਡਾਂ ਨੇ ਉਹਦੇ ਤੋਂ ਜਿਹੜੇ ਨੌਜਵਾਨ ਆਏ ਸੀ ਉਹਨਾਂ ਦੀ ਹੌਸਲਾ ਅਫਜ਼ਾਈ ਕਰਨ ਵਾਸਤੇ 9 ਕਰੋੜ 30 ਲੱਖ ਰੁਪਈਆ ਜਿਹੜਾ ਗਵਰਨਮੈਂਟ ਨੇ ਮੌਕੇ ਤੇ ਜਿਹੜਾ ਜਾਰੀ ਕੀਤਾ। ਨਹੀਂ ਤੇ ਬਹੁਤ ਸਾਰਾ 5-5 ਸਾਲ ਐਵੇਂ ਲੰਘ ਜਾਂਦੇ ਸਨ, ਕੋਈ ਕਿਸੇ ਨੂੰ ਪੁੱਛਦਾ ਨਹੀਂ ਸੀ। ਅਖੀਰਲੇ ਵਕਤ ਦੇ ਵਿੱਚ ਜ਼ਰੂਰ ਹੋ ਜਾਂਦਾ ਸੀ ਵੀ ਜੇ ਕੋਈ ਤਗਮਾ ਲੈ ਕੇ ਆਇਆ ਤਾਂ ਉਹਨੂੰ ਥੋੜੀ ਜਿਹੀ ਸ਼ਾਬਾਸ਼ ਜਿਹੜੀ ਜ਼ਰੂਰ ਦੇ ਦਿੱਤੀ ਜਾਂਦੀ ਸੀ। ਖੇਡਾਂ ਵਤਨ ਪੰਜਾਬ ਦੀਆਂ ਕਰਾਈਆਂ, ਮਾਹੌਲ ਬਣਾਇਆ ਖੇਡਾਂ ਦਾ। ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਅਵਾਰਡ ਜਿਹੜਾ ਉਹ ਪਿਛਲੀ ਗਵਰਨਮੈਂਟ ਦੇ ਟਾਈਮ ਜਿਹੜਾ ਉਹ ਬੰਦ ਹੋ ਚੁੱਕਿਆ ਸੀ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ ਜਿਹੜਾ ਹੈ ਉਹ ਸ਼ੁਰੂ ਕੀਤਾ। ਔਰ ਸਿਹਤ ਵਿਭਾਗ ਦਾ ਵੀ ਜਿਹੜੇ ਨੇ ਹੁਣ ਲਾਮਿਸਾਲ ਅੰਕੜੇ ਜਿਹੜੇ ਨੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ। ਤੁਸੀਂ ਜਿਹੜੇ ਅਸੀਂ 100 ਦੇ ਤੋਂ ਉੱਪਰ ਜਿਹੜੇ ਨੇ ਮੁਹੱਲਾ ਕਲੀਨਿਕ ਜਿਹੜੇ ਬਣਾਏ ਨੇ, 3,47,193 ਜਿਹੜੇ ਨੇ ਮਰੀਜ਼ਾਂ ਦਾ ਉਹਦੇ ਵਿੱਚ ਅਸੀਂ ਇਲਾਜ ਜਿਹੜਾ ਕੀਤਾ। ਇਸੇ ਤਰੀਕੇ ਨਾਲ ਜਿਹੜੀ ਐਕਸਾਈਜ਼ ਪਾਲਿਸੀ ਦੀ ਅਸੀਂ ਗੱਲ ਕਰਦੇ ਹਾਂ, ਬੜੀ ਠੋਕ ਵਜਾ ਕੇ ਐਕਸਾਈਜ਼ ਪਾਲਿਸੀ ਵਿੱਚ ਅਸੀਂ ਜਦੋਂ ਪਹਿਲੀ ਤਿਮਾਹੀ ਦੀ ਅਸੀਂ ਗੱਲ ਕਰੀਏ ਤਾਂ ਉਹਦੇ ਵਿੱਚ ਕੀ ਹੋਇਆ, 3110 ਕਰੋੜ ਰੁਪਈਆ ਜਿਹੜਾ ਹੈ ਪਹਿਲੀ ਤਿਮਾਹੀ ਦੇ ਵਿੱਚ ਜਿਹੜਾ ਪਿਛਲੀ ਉਹਦੇ ਨਾਲ ਜਿਹੜਾ ਕੀਤਾ ਪਿਛਲੀਆਂ ਪਾਲਿਸੀਜ਼ ਨਾਲ, ਤਾਂ ਇਸ ਵਾਰ 4280 ਕਰੋੜ ਰੁਪਈਆ ਹੋਇਆ ਪਹਿਲੀ ਤਿਮਾਹੀ ਦੇ ਵਿੱਚ। ਇਹਦਾ ਮਤਲਬ 1170 ਕਰੋੜ ਰੁਪਈਆ
ਜਿਹੜਾ ਪਹਿਲੀ ਕਮਾਈ ਦੇ ਵਿੱਚ ਜਿਹੜਾ ਪਹਿਲਾਂ ਨਾਲੋਂ ਵੱਧ ਲਾਭ ਹੋਇਆ ਹੈ। ਇਸ ਕਰਕੇ ਹਰ ਖੇਤਰ ਵਿੱਚ ਜਿਹੜੀ ਸਾਡੀ ਕੋਸ਼ਿਸ਼ ਹੈ, ਸਾਡਾ ਕੰਮ ਹੈ, ਉਹ ਲਗਾਤਾਰ ਅਸੀਂ ਕਰ ਰਹੇ ਹਾਂ। ਔਰ ਕਿਸਾਨਾਂ ਨੂੰ ਪੁੱਛ ਕੇ ਜਿਹੜੀ ਬਿਜਲੀ ਸਪਲਾਈ ਜਿਹੜੀ ਅਸੀਂ 8 ਘੰਟੇ ਦਾ ਵਾਅਦਾ ਜਿਹੜਾ ਕੀਤਾ ਸੀ, ਔਰ 8 ਘੰਟੇ ਬਿਜਲੀ ਤਾਂ ਮਿਲੀ, ਕਈ ਜਗ੍ਹਾ ਤੇ 11-11 ਘੰਟੇ ਵੀ ਜਿਹੜੀ ਬਿਜਲੀ ਸਪਲਾਈ ਜਿਹੜੀ ਹੈ ਉਹ ਹੋਈ ਹੈ। ਔਰ ਇਹਦੇ ਤੋਂ ਇਲਾਵਾ ਅੱਜ ਹੁਣ ਜਿਹੜਾ ਮੰਡੀਆਂ ਦਾ ਟਾਈਮ ਚੱਲ ਰਿਹਾ, ਮੰਡੀਆਂ ਦੇ ਵਿੱਚ ਗੇੜਾ ਮਾਰ ਕੇ ਤੁਸੀਂ ਵੇਖ ਲਵੋ, ਪੂਰੇ ਜਿਹੜੇ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਨੇ। ਔਰ ਇਹਦੇ ਤੋਂ ਇਲਾਵਾ ਜਿਹੜੀ ਹੈਗੀ ਹੈ ਗੱਲ, ਵੱਡੀ ਗੱਲ ਵੀ ਉਹਨਾਂ ਦਾ ਜਿਹੜਾ ਅਮਾਉਂਟ ਹੈ ਜਿਹੜੀ ਉਹਨਾਂ ਨੂੰ ਮੌਕੇ ਤੇ ਜਿਹੜੀ ਜਾਰੀ ਹੋ ਰਹੀ ਹੈ, ਇਹ ਬਹੁਤ ਵੱਡਾ ਜਿਹੜਾ ਉਹਨਾਂ ਨੂੰ ਕਿਸਾਨਾਂ ਵੱਲੋਂ ਜਿਹੜੀ ਖੁਸ਼ੀ ਜਿਹੜੀ ਹੈ ਉਹ ਜ਼ਾਹਰ ਕੀਤੀ ਜਾ ਰਹੀ ਹੈ। ਇਸ ਕਰਕੇ ਸਾਰੇ ਖੇਤਰਾਂ ਦੇ ਵਿੱਚ ਹੀ ਸਾਡਾ ਤਾਂ ਜਿਹੜਾ ਮਕਸਦ ਹੈ ਕਿ ਪੰਜਾਬ ਤਰੱਕੀ ਕਰੇ, ਮਾਲੀਆ ਇਕੱਤਰ ਕਰੀਏ, ਭ੍ਰਿਸ਼ਟਾਚਾਰੀਆਂ ਤੇ ਕਾਰਵਾਈ ਕਰੀਏ, ਔਰ ਜਿਹੜਾ ਪੰਜਾਬ ਮੁੜ ਲੀਆਂ ਤੇ ਆਵੇ, ਔਰ ਅਸਲੀ ਜਿਹੜੀ ਸੋਨੇ ਦੀ ਚਿੜੀ ਜਿਹੜੀ ਪੰਜਾਬ ਉਹ ਬਣੇ। ਔਰ ਲਗਾਤਾਰ ਕੰਮ ਕਰ ਰਹੇ ਆ। ਹਾਲਾਂਕਿ ਕੰਮਾਂ ਨੂੰ ਜੇ ਅਸੀਂ ਗਿਣਾਉਣ ਲੱਗ ਜਾਈਏ, ਕੰਮ ਤਾਂ ਬਹੁਤ ਜ਼ਿਆਦਾ ਨੇ, ਪਰ ਇਹ ਆ ਵੀ ਭਾਵੇਂ 3 ਜਿਹੜੇ ਮੈਡੀਕਲ ਕਾਲਜ ਜਿਹੜੇ ਨੇ ਉਹ ਅਸੀਂ ਜਿਹੜੇ ਨੇ ਉਹਨਾਂ ਦਾ ਸ਼ੁਰੂਆਤ ਜਿਹੜੀ ਹੈ ਉਹ ਜਿਹੜਾ ਉਹਨਾਂ ਨੂੰ ਬੰਨਾ ਜਿਹੜੇ ਉਹ ਸ਼ੁਰੂ ਹੋ ਗਏ ਨੇ। 13 ਮੈਡੀਕਲ ਕਾਲਜ ਜਿਹੜੇ ਨੇ ਅਸੀਂ ਹੋਰ ਜਿਹੜੇ ਨੇ ਉਹ ਬਣਾਣੇ ਨੇ। ਇਸੇ ਤਰੀਕੇ ਨਾਲ ਜਿਹੜੇ ਕੱਚੇ ਪੱਕੇ ਮੁਲਾਜ਼ਮਾਂ ਦੀ ਗੱਲ ਸੀ, 8736 ਜਿਹੜੇ ਮੁਲਾਜ਼ਮ ਨੇ ਜਿਹੜੇ ਉਹ ਇਹਨਾਂ ਦਾ ਕੰਮ ਸੀ, ਇਹਨਾਂ ਦੀਆਂ ਸਰਕਾਰਾਂ ਦਾ ਕੰਮ। ਤੁਹਾਨੂੰ ਯਾਦ ਹੋਏਗਾ ਕਿ 2016 ਦੇ ਵਿੱਚ ਵੀ ਇਹਨਾਂ ਨੇ ਇੱਕ ਕੋਸ਼ਿਸ਼ ਜਿਹੜੀ ਹੈ ਉਹ ਕੀਤੀ, ਪਰ ਨਾਕਾਮ ਕੋਸ਼ਿਸ਼ ਕੀਤੀ। 2019 ਦੇ ਵਿੱਚ ਵੀ ਇਹਨਾਂ ਨੇ ਉਸ ਗੱਲ ਦੀ ਵਡਿਆਈ ਖੱਟਣ ਦੀ ਤਾਂ ਬਹੁਤ ਕੋਸ਼ਿਸ਼ ਕੀਤੀ, ਪਰ ਐਕਚੁਅਲੀ ਉਹ ਪੱਕੇ ਨਹੀਂ ਹੋਏ। ਪੱਕੇ ਹੋਏ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਹੋਏ, ਪਰ ਬਾਕੀ ਵੀ ਜਿਹੜੇ ਅਸੀਂ ਜਿਹੜੇ ਕੱਚੇ ਪੱਕੇ ਮੁਲਾਜ਼ਮ ਨੇ ਉਹਨਾਂ ਨੂੰ ਵੀ ਜਲਦ ਜਿਹੜਾ ਉਹਨਾਂ ਦਾ ਪ੍ਰੋਸੀਜਰ ਹੈ ਜਿਹੜਾ ਅਡਾਪਟ ਕੀਤਾ ਹੋਇਆ। ਉਹਨਾਂ ਦੀਆਂ ਜਿਹੜੀਆਂ ਕਮੀਆਂ ਨੇ, ਕੋਈ ਲੀਗਲ ਫੈਕਟ ਨੇ, ਸਾਰੀਆਂ ਉਹਨਾਂ ਗੱਲਾਂ ਤੇ ਧਿਆਨ ਦਿੱਤਾ ਜਾ ਰਿਹਾ, ਔਰ ਸਾਰੇ ਮੁਲਾਜ਼ਮ ਜਿਹੜੇ ਨੇ ਉਹ ਵੀ ਪੱਕੇ ਕਰਾਂਗੇ। ਇਸ ਲਈ ਕੰਮਾਂ ਦਾ ਜਿਹੜਾ ਕੰਪੈਰੀਜ਼ਨ ਜਿਹੜੀਆਂ ਪੁਰਾਣੀਆਂ ਸਰਕਾਰਾਂ ਦਾ ਵਿਚਾਰੇ ਕਰ ਹੀ ਨਹੀਂ ਸਕਦੀਆਂ, ਕਿਉਂਕਿ ਇਹਨਾਂ ਨੇ ਕੀਤਾ ਕੁਝ ਨਹੀਂ। ਹੁਣ ਤੱਕ 3 ਲੱਖ ਕਰੋੜ ਰੁਪਏ ਦਾ ਕਰਜ਼ਾ ਹੀ ਚਾੜਿਆ ਸੀ। ਕੰਮ ਦੇ ਨਾਂ ਤੇ ਇਹਨਾਂ ਨੇ ਸਿਰਫ ਜਿਹੜਾ ਇਸ਼ਤਿਹਾਰ ਦੀ ਗੱਲ ਜ਼ਰੂਰ ਇਹ ਕਰ ਦਿੰਦੇ ਨੇ, ਇਸ਼ਤਿਹਾਰ ਤਾਂ ਚੰਨੀ ਦੀ ਸਰਕਾਰ ਨੂੰ ਤੁਸੀਂ ਵੇਖ ਲਵੋ, ਕੰਮ ਟੱਕਾ ਨਹੀਂ ਸੀ ਤੋੜਿਆ, ਪਰ ਪੰਜਾਬ ਤੋਂ ਲੈ ਕੇ ਹਿਮਾਚਲ, ਰਾਜਸਥਾਨ ਤੱਕ ਉਹਨਾਂ ਨੇ ਜਿਹੜੀਆਂ ਫਲੈਕਸਾਂ ਜਿਹੜੀਆਂ ਨੇ ਲਾ ਦਿੱਤੀਆਂ ਸੀ, ਪਰ ਰਿਜ਼ਲਟ ਉਹਦਾ 0 ਸੀ। ਇਸ ਕਰਕੇ ਕੰਮ ਜਿਹੜੇ ਨੇ ਅਸੀਂ ਕਰ ਰਹੇ ਹਾਂ, ਔਰ ਕੰਮ ਕਰਨ 'ਚ ਅਸੀਂ ਵਿਸ਼ਵਾਸ ਰੱਖਦੇ ਹਾਂ। ਔਰ ਤੁਸੀਂ ਵੇਖੋਗੇ ਕਿ ਜਦੋਂ ਅਸੀਂ 5 ਸਾਲ ਦਾ ਜਿਹੜਾ ਕਾਰਜਕਾਲ ਹੈ ਸਾਡਾ ਪੂਰਾ ਹੋਵੇਗਾ, ਜਿਹੜੀਆਂ ਰਹਿੰਦੀਆਂ ਗਰੰਟੀਆਂ ਜਿਹੜੀਆਂ 1-2 ਗੱਲਾਂ ਕਰਦੇ ਨੇ, ਜਿਹੜੀ ਮਹਿਲਾ ਦਾ 1000 ਰੁਪਏ ਦੀ ਜਾਂ ਹੋਰ ਕਰਦੇ ਨੇ, 47 ਲੱਖ ਬਿਜਲੀ ਦਾ ਬਿੱਲ ਜਿਹੜਾ ਉਹ ਲੋਕਾਂ ਦਾ ਜਿਹੜਾ ਉਹ ਜਿਹੜਾ 0 ਆ ਜਾਣਾ, ਇਹ ਕੋਈ ਛੋਟੀ ਗੱਲ ਥੋੜੀ ਹੈਗੀ ਹੈ। ਇਹ ਆਪਣੇ ਆਪ ਵਿੱਚ ਬਹੁਤ ਵੱਡੀ ਉਪਲਬਧੀ ਹੈ। ਇਸ ਕਰਕੇ ਕੰਮ ਕੀਤੇ ਨੇ, ਕੰਮ ਅਸੀਂ ਕਰਾਂਗੇ, ਕੋਈ ਆਸਾਨ ਨਹੀਂ। ਜਨਤਾ ਨੇ ਸਾਨੂੰ ਚੁਣਿਆ, ਅਸੀਂ ਆਪਦੀ ਜ਼ਿੰਮੇਵਾਰੀ ਨਿਭਾ ਰਹੇ ਹਾਂ। ਬਿਲਕੁਲ। ਤੇ 7 ਮਹੀਨਿਆਂ ਦੀ ਉਪਲਬਧੀ ਵੀ ਜਿਹੜੀ ਹੈ ਉਹ ਦੱਸ ਦਿੱਤੀ ਕਿ ਆਮ ਆਦਮੀ ਪਾਰਟੀ ਨੇ ਕੀ ਕੁਝ ਕੀਤਾ। ਸਵਾਲ ਜਿਹੜੇ ਜ਼ਰੂਰ ਚੱਕੇ ਜਾਂਦੇ ਨੇ, ਐਡਵੋਕੇਟ ਪਰਮਵੀਰ ਜੀ, ਤੁਸੀਂ ਸੁਣਿਆ ਕਿ ਪੂਰੀ ਤਰੀਕੇ ਦੇ ਨਾਲ ਕੀ ਕੁਝ ਆਮ ਆਦਮੀ ਪਾਰਟੀ ਨੇ ਇਨ 7 ਮਹੀਨਿਆਂ ਦੇ ਵਿੱਚ ਕੀਤਾ, ਤੇ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਅਸੀਂ ਕੰਮ ਕਰਦੇ ਹਾਂ ਤਾਂ ਹੀ ਉਸ ਚੀਜ਼ ਬਾਰੇ ਦੱਸਿਆ ਵੀ ਜਾਂਦਾ ਹੈ, ਤੇ ਇਸ ਚੀਜ਼ ਨੂੰ ਨੈਗੇਟਿਵ ਵੇ 'ਚ ਕਿਉਂ ਲਿੱਤਾ ਜਾਂਦਾ ਹੈ ਆਖਿਰ? ਦੇਖੋ ਜੀ, ਸਾਰਿਆਂ ਨਾਲੋਂ ਪਹਿਲਾਂ ਇਹਨਾਂ ਦਾ ਇੱਕ ਨਾਰਾ ਇਹ ਬਾਰ-ਬਾਰ ਦਿੰਦੇ ਆ ਵੀ ਜੋ ਪਿਛਲੇ 70 ਸਾਲ 'ਚ ਨਹੀਂ ਹੋਇਆ ਉਹ ਅਸੀਂ 7 ਮਹੀਨਿਆਂ 'ਚ ਕਰਤਾ ਹੈ। ਤੇ ਚਲੋ ਮੈਂ ਪਹਿਲਾਂ ਚੰਗੀ ਗੱਲ ਤੋਂ ਸ਼ੁਰੂ ਕਰਦਾ ਵੀ ਇਹਨਾਂ ਨੇ ਸਗਨ ਸਕੀਮ ਹੋਰ ਤਾਂ ਕਿਸੇ ਤੇ ਲਾਗੂ ਕੀਤੀ ਨਹੀਂ, ਪਰ ਪਹਿਲੇ ਸੀਐਮ ਨੇ ਜਿਨ੍ਹਾਂ ਨੇ ਪੰਜਾਬ ਨੂੰ ਆਪਣਾ ਵਿਆਹ ਦਿਖਾਤਾ ਤੇ ਪਹਿਲਾ ਸਗਨ ਆਪਣੀ ਝੋਲੀ 'ਚ ਪਵਾ ਲਿਆ। ਹੁਣ ਜੇ ਆਪਾਂ ਇਹਨਾਂ ਦੇ 7 ਮਹੀਨਿਆਂ ਦੇ ਕਾਰਜਕਾਲ ਦੀ ਗੱਲ ਕਰੀਏ, ਇਹ ਉਹ 70 ਸਾਲਾਂ 'ਚ ਜੋ ਨਹੀਂ ਹੋਇਆ ਉਹ ਪਹਿਲੀ ਵਾਰ ਪੰਜਾਬ 'ਚ ਹੋਇਆ ਵੀ ਜਿਹੜਾ ਪੰਜਾਬ ਦਾ ਇੱਕ ਵਾਹਵਾਹੀ ਆਪਣੀ ਲੁੱਟਣ ਲਈ, ਫੋਕੀ ਵਾਹਵਾਹੀ ਲੁੱਟਣ ਲਈ ਪਹਿਲਾਂ ਸਿਕਿਉਰਿਟੀ ਵਾਪਸ ਲਿੱਤੀ ਗਈ, ਫਿਰ ਉਸ ਸਿਕਿਉਰਿਟੀ ਨੂੰ ਪਬਲਿਕ ਕੀਤਾ ਗਿਆ ਤੇ ਇੱਕ ਮਾਂ ਦਾ ਪੁੱਤ, ਇੱਕ ਪੰਜਾਬ ਦਾ ਪੁੱਤਰ ਮੂਸੇਵਾਲ ਮਰਵਾ ਦਿੱਤਾ ਗਿਆ। ਤੇ ਉਹਦੇ ਜਿਹੜੇ ਅਕਿਊਜ਼ ਸੀ, ਉਹਦੇ ਕਿਲਰ ਸੀ, ਉਹਨਾਂ ਨੂੰ ਫੜਨਾ ਕੀ ਸੀ, ਪਰ ਇਹ ਵੀ ਪਹਿਲੀ ਵਾਰੀ ਹੋਇਆ ਵੀ ਉਹਨਾਂ ਨੂੰ ਆਪ ਹੀ ਜੇਲ੍ਹ ਤੋਂ ਭਜਾ ਦਿੱਤਾ ਗਿਆ। ਅੱਗੋਂ ਜਿਹੜੀ ਇਹ ਗੱਲ ਕਰਦੇ ਨੇ ਜੀ, ਇਹ ਉਹ 70 ਸਾਲਾਂ ਦੇ ਵਿੱਚ ਜੋ ਨਹੀਂ ਹੋਇਆ, ਇਹ ਉਹ ਸਰਕਾਰ ਹੈ ਜਿਹੜੀ ਆਪਣੇ 7 ਮਹੀਨਿਆਂ ਦੇ ਵਿੱਚ ਹਰੇਕ ਵਾਅਦੇ ਤੋਂ ਮੁੱਕਰੀ ਹੈ। ਇਹ ਉਹ ਸਰਕਾਰ ਹੈ ਜਿਨ੍ਹਾਂ ਨੇ ਇੱਕ ਟੈਂਕੀ ਤੇ ਚੜੀ, ਜਿਹਨੂੰ ਜੌਬ ਚਾਹੀਦੀ ਸੀ ਉਹਨੂੰ ਭੈਣ ਬਣਾਇਆ ਸੀ, ਤੇ ਉਹਨੂੰ ਭੈਣ ਕਹਿਣ ਤੋਂ ਹੀ ਮੁੱਕਰ ਗਏ ਤੇ ਉਹਨੂੰ ਵਿਚਾਰੀ ਨੂੰ ਦੁਬਾਰਾ ਟੈਂਕੀ ਤੇ ਚੜ੍ਹਨਾ ਪਿਆ। ਕਰੋੜਾਂ ਰੁਪਏ ਇਹਨਾਂ ਨੇ ਐਡਵਰਟੀਜ਼ਮੈਂਟ ਤੇ ਲਾਤੇ, ਤੇ ਉਹ ਵੀ ਐਡਵਰਟੀਜ਼ਮੈਂਟ ਕਿਹਦੇ ਚ ਲਾਈ? ਗੁਜਰਾਤ ਤੇ ਹਿਮਾਚਲ ਦੇ ਵਿੱਚ। ਪੰਜਾਬ ਦੇ ਲੋਕਾਂ ਦਾ ਜਿਹੜਾ ਪੈਸਾ ਇਹਨਾਂ ਨੇ ਗੁਜਰਾਤ ਤੇ ਹਿਮਾਚਲ ਦੇ ਵਿੱਚ ਲਾਇਆ, ਇਹ ਵੀ 70 ਸਾਲਾਂ 'ਚ ਪਹਿਲੀ ਵਾਰੀ ਹੋਇਆ। ਇਹ ਪਹਿਲੀ ਵਾਰੀ ਹੋਇਆ ਕਿ ਪੰਜਾਬ ਦਾ ਜਿਹੜਾ ਡਾਟਾ ਆਇਆ ਹੋਵੇ ਨੈਸ਼ਨਲ ਲੈਵਲ ਤੇ ਪੰਜਾਬ ਦੇ ਸਕੂਲਾਂ ਨੂੰ ਪਹਿਲੇ ਨੰਬਰ ਤੇ ਅਧਿਆਪਕਾਂ ਦੀ ਪੜ੍ਹਾਈ ਨੂੰ ਪਹਿਲੇ ਨੰਬਰ ਤੇ ਦਰਸਾਇਆ ਗਿਆ ਹੋਵੇ NAS ਵੱਲੋਂ,
ਤੇ ਪਹਿਲੇ ਸੀਐਮ 70 ਸਾਲਾਂ 'ਚ ਜਿਨ੍ਹਾਂ ਨੇ ਕਿਹਾ ਨਹੀਂ ਨਹੀਂ ਜੀ ਪੰਜਾਬ ਦੇ ਜਵਾਕ ਤੇ ਟੀਚਰ ਤੇ ਪੰਜਾਬ ਦੇ ਸਕੂਲ ਜਿਹੜੇ ਹੈਗੇ ਆ ਉਹ ਦਿੱਲੀ ਨਾਲੋਂ ਥੱਲੇ ਆ, ਅਸੀਂ ਇਸ ਡਾਟੇ ਨੂੰ ਨਹੀਂ ਮੰਨਦੇ। ਇਹ ਪਹਿਲੀ ਵਾਰੀ ਹੋਇਆ ਵੀ ਇੱਕ ਸੀਐਮ ਨੇ ਆਪਣੇ ਅਧਿਆਪਕਾਂ ਦਾ ਤੇ ਆਪਣੇ ਬੱਚਿਆਂ ਨੂੰ ਡਿਸਕਰੇਜ ਕੀਤਾ ਤੇ ਇਹ ਕਿਹਾ ਵੀ ਜਿਹੜਾ ਡਾਟਾ ਨੈਸ਼ਨਲ ਲੈਵਲ ਤੇ ਆਇਆ ਉਹ ਝੂਠਾ ਹੈ। ਇਹ ਪਹਿਲੇ ਉਹ ਸੀਐਮ ਨੇ ਜਿਨ੍ਹਾਂ ਨੇ ਇਹਨਾਂ ਨੇ ਗੱਲ ਕੀਤੀ ਵੀ ਅਸੀਂ 100 ਮੁਹੱਲਾ ਕਲੀਨਿਕ ਬਣਾਏ ਨੇ, ਜਿਨ੍ਹਾਂ ਚੋਂ ਹੁਣ ਪਤਾ ਲੱਗ ਰਿਹਾ ਵੀ 50% ਤੋਂ ਜ਼ਿਆਦਾ ਜਿਹੜੇ ਡਾਕਟਰ ਕੰਟਰੈਕਟ ਤੇ ਰੱਖੇ ਸੀ ਉਹ ਆਪਣਾ ਕੰਟਰੈਕਟ ਕੈਨਸਲ ਕਰਕੇ ਚਲੇ ਗਏ ਆ ਤੇ 50% ਦੇ ਵਿੱਚ ਨਾ ਦਵਾਈਆਂ ਮਿਲ ਰਹੀਆਂ ਤੇ ਬੰਦ ਹੋਣ ਦੀ ਕਗਾਰ ਤੇ ਹੈ। 7 ਮਹੀਨਿਆਂ ਦੇ ਵਿੱਚ ਜਿਹੜੀ ਐਕਸਾਈਜ਼ ਪਾਲਿਸੀ ਦਾ ਕਹਿ ਰਹੇ ਸੀ, ਐਕਸਾਈਜ਼ ਪਾਲਿਸੀ ਇੰਨੇ ਕਮਾਏ ਆ, ਉਹ ਵੀ ਜੱਗ ਜ਼ਾਹਿਰ ਹੋ ਗਿਆ ਵੀ ਇਹਨਾਂ ਨੇ ਕਿਵੇਂ ਬੋਗਸ ਡਾਟਾ ਤੇ ਡਾਟਾ ਦਾ ਹੇਰ-ਫੇਰ ਕਰਕੇ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ। ਇਹ ਕਹਿੰਦੇ ਆ ਜੀ ਵੀ ਅਸੀਂ ਬਿਜਲੀ 11 ਘੰਟੇ ਆਈ ਹੈ, ਇਹ ਕਹਿੰਦੇ ਸੀ ਵੀ ਅਸੀਂ ਪੰਜਾਬ ਨੂੰ ਸੁਨਹਿਰੀ ਯੁੱਗ ਵੱਲ ਲੈ ਕੇ ਚੱਲੇ ਆ, ਪਰ ਇਹ ਪੰਜਾਬ ਨੂੰ ਵਾਪਸ ਪੱਖੀਆਂ ਦੇ ਯੁੱਗ ਵੱਲ ਲੈ ਆਏ ਜਿੱਥੇ ਪੰਜਾਬ ਦੇ ਵਿੱਚ ਇਨਵਰਟਰ ਤੇ ਲੋਕਾਂ ਦੇ ਹੱਥ 'ਚ ਪੱਖੀਆਂ ਆ ਗਈਆਂ। ਤੇ ਇਹ ਉਹ ਸਰਕਾਰ ਹੈ ਜਿਹੜੀ ਕਹਿੰਦੇ ਸੀ ਵੀ ਅਸੀਂ ਬਿਜਲੀ ਫ੍ਰੀ 'ਚ ਦੇਵਾਂਗੇ, ਪਰ 2 ਦਿਨ ਪਹਿਲਾਂ ਇਹਨਾਂ ਨੇ ਬਿਜਲੀ ਦੇ ਰੇਟ ਵਧਾਤੇ ਆ। ਇਹ ਉਹ ਸਰਕਾਰ ਹੈ ਜਿਹੜੀ ਕਹਿੰਦੀ ਸੀ ਵੀ ਤੁਸੀਂ ਫਸਲ ਦੀ ਚਾਹੇ ਗੱਲ ਹੋਵੇ, ਮੂੰਗੀ ਅਸੀਂ MSP ਤੇ ਚੱਕਾਂਗੇ, ਇਹ ਉਸ ਗੱਲ ਤੋਂ ਮੁੱਕਰ ਗਏ। ਉਸ ਤੋਂ ਬਾਅਦ ਪਰਾਲੀ ਦਾ ਇਹਨਾਂ ਨੇ ਕਿਹਾ ਵੀ ਅਸੀਂ ਪਰਾਲੀ ਦੇ ਪੈਸੇ ਦੇਵਾਂਗੇ, ਇਹ ਉਸ ਗੱਲ ਤੋਂ ਮੁੱਕਰ ਗਏ। ਇਹ ਉਹ ਸਰਕਾਰ ਹੈ ਜਿਹਨੇ ਆਦੇ ਸਾਰ ਕਿਹਾ ਸੀ ਵੀ ਜੇ ਕਿਤੇ ਕੁਝ ਗਲਤ ਹੋ ਰਿਹਾ ਤੁਸੀਂ ਉਹਦੀ ਵੀਡੀਓ ਬਣਾ ਕੇ ਭੇਜੋ ਤੇ ਅਸੀਂ ਉਹਦੀ ਜਾਂਚ ਕਰਾਂਗੇ। ਪਰ 7 ਮਹੀਨੇ ਆਂਦੇ ਇਹਨਾਂ ਨੇ ਇੱਕ ਨਵਾਂ ਲਾਅ ਬਣਾਤਾ ਵੀ ਜਿਹੜਾ ਵੀਡੀਓ ਬਣਾ ਕੇ ਭੇਜੇਗਾ ਉਹਦੀ ਜਾਂਚ ਹੋਏਗੀ। ਇਹ ਇਹਨਾਂ ਨੇ 7 ਮਹੀਨਿਆਂ 'ਚ ਕੀਤਾ। ਇਹ ਕਹਿੰਦੇ ਆ ਜੀ ਵੀ ਅਸੀਂ ਬੜੀਆਂ ਮੱਲਾਂ ਮਾਰੀਆਂ, ਅਸੀਂ ਪੰਜਾਬ ਦੇ ਵਿੱਚ ਸੋਨੇ ਦੀ ਚਿੜੀ ਦੁਬਾਰਾ ਬਣਾਉਣ ਜਾ ਰਹੇ ਹਾਂ, ਪਰ ਲੋਕਾਂ ਨੂੰ ਇਹ ਦੱਸਣਾ ਭੁੱਲ ਜਾਂਦੇ ਆ ਵੀ ਹਾਲੇ ਤੱਕ 2 ਮਹੀਨੇ ਹੋ ਗਏ ਇਹਨਾਂ ਨੇ ਸੈਲਰੀ ਨਹੀਂ ਦਿੱਤੀ। ਜਿਹੜੇ ਸਾਡੇ ਇੰਪਲੋਇਜ਼ ਨੇ 8100 ਕਰੋੜ ਦਾ 7.5% ਦੇ ਉੱਪਰ ਇਹਨਾਂ ਨੇ ਕਰਜ਼ਾ ਚੱਕ ਲਿਆ ਬੈਂਕਾਂ ਤੋਂ ਸਿਰਫ 7 ਮਹੀਨਿਆਂ ਦੇ ਵਿੱਚ। ਇਹ ਉਹ ਸਰਕਾਰ ਹੈ ਜਿਹਨੇ ਸਾਫ਼ ਪਾਣੀ ਦੇ ਉੱਪਰ ਜਿਹੜਾ 1200 ਕਰੋੜ ਰੁਪਇਆ IMF ਤੋਂ ਆਇਆ ਸੀ ਉਹ ਐਡਵਰਟੀਜ਼ਮੈਂਟ ਤੇ ਇਹਨਾਂ ਨੇ ਬੇਕਾਰ ਕਰਤਾ, ਆਪਣੀ ਸਿਰਫ ਵਾਹਵਾਹੀ ਲੁੱਟਣ ਲਈ ਤੇ ਸਿਰਫ ਇਹ ਦਿਖਾਉਣ ਲਈ ਵੀ ਅਰਵਿੰਦ ਕੇਜਰੀਵਾਲ ਕਿੱਡਾ ਵੱਡਾ ਲੀਡਰ ਹੈ। ਤੇ 7 ਮਹੀਨਿਆਂ ਦੇ ਵਿੱਚ ਇਹਨਾਂ ਨੇ ਪੰਜਾਬ ਲਈ ਕੀਤਾ ਕੀ ਆ ਉਹ ਤਾਂ ਦੱਸ ਦੇਣ ਲੋਕਾਂ ਨੂੰ। ਲੋਕ ਤਾਂ ਸੜਕਾਂ ਤੇ ਉਤਰੇ ਫਿਰਦੇ ਆ, ਰੋਜ਼ ਡਾਂਗਾ ਹੋ ਰਹੀਆਂ, ਲੋਕਾਂ ਨੂੰ ਡਾਂਗਾ ਪੈ ਰਹੀਆਂ, ਕਿਸੇ ਦੀਆਂ ਚੁੰਨੀਆਂ ਖਿੱਚੀਆਂ ਜਾ ਰਹੀਆਂ। ਗੈਂਗਲੈਂਡ ਪੰਜਾਬ ਨੂੰ ਇਹਨਾਂ ਨੇ ਬਣਾਤਾ। ਇਹਨਾਂ ਦਾ ਤਾਂ ਉਹ ਹਾਲ ਹੋਇਆ ਪਿਆ ਵੀ ਇਹ ਕਹਿ ਰਹੇ ਆ ਜੀ ਅਸੀਂ ਹਸਪਤਾਲ ਬਣਾਏ ਆ, ਹਸਪਤਾਲ ਸਿਰਫ ਕਾਗਜ਼ਾਂ ਦੇ ਵਿੱਚ ਜਾਂ ਬੋਰਡਾਂ ਤੇ ਨਜ਼ਰ ਆ ਰਹੇ ਆ। ਇਹਨਾਂ ਨੂੰ ਪੁੱਛੋ ਵੀ ਇੰਨਾ ਕੁਝ ਕਰਨ ਤੋਂ ਬਾਅਦ ਅੱਜ ਸਾਰਾ ਮੀਡੀਆ, ਸਾਰਾ ਪੰਜਾਬ ਇਹਨਾਂ ਨੂੰ ਤੁਹਾਡੇ ਚੈਨਲ ਦੇ ਥਰੂ ਦੇਖ ਰਿਹਾ ਵੀ ਇੱਕ ਨਵੀਂ ਇੱਟ ਤੁਸੀਂ ਕਿਤੇ ਰੱਖੀ ਹੋਵੇ ਉਹਦਾ ਦੱਸੋ। ਇਹ 70 ਸਾਲਾਂ 'ਚ ਪਹਿਲੀ ਵਾਰੀ ਹੋਇਆ ਵੀ ਰਿਪੇਅਰ ਕਰਾਉਣ ਦੇ ਵੀ ਜਿਹੜੇ ਰਿਪੇਅਰ ਦੇ ਪ੍ਰੋਜੈਕਟ ਆ ਉਹਦੀਆਂ ਵੀ ਸਲੈਬਾਂ ਲੱਗ ਰਹੀਆਂ ਵੀ MLA ਸਾਹਿਬ ਰਿਪੇਅਰ ਦੇ ਕੰਮ ਦਾ ਉਦਘਾਟਨ ਕਰਨ ਆ ਰਹੇ ਆ। ਇਹ ਅਸਲ ਪਿਕਚਰ ਹੈ ਵੀ ਜਿਹੜੀ 70 ਸਾਲਾਂ 'ਚ ਹੋਈ ਇਹਨਾਂ ਨੇ 7 ਮਹੀਨਿਆਂ ਦੇ ਪੰਜਾਬ 'ਚ ਕਰਕੇ ਦਿਖਾ ਰਹੇ ਨੇ। ਬਿਲਕੁਲ। ਤੇ ਕੁਝ ਤੋਂ ਪੋਜ਼ਿਟਿਵ, ਕੁਝ ਜਿਹੜੀ ਕੋਈ ਗੱਲਾਂ ਤਾਂ ਪੋਜ਼ਿਟਿਵ ਹੋਣਗੀ ਪਰਮਵੀਰ ਜੀ ਇਸ ਵਿੱਚ, ਕਿਉਂਕਿ ਅੱਜ ਮੁੱਖ ਮੰਤਰੀ ਦਾ ਜਨਮ ਦਿਨ ਵੀ ਹੈ ਤੇ ਵਧਾਈਆਂ ਵੀ ਦੇ ਦਿੰਦੇ ਪਹਿਲਾਂ। ਦੇਖੋ ਜੀ ਪੋਜ਼ਿਟਿਵ ਗੱਲ ਹੋਈ ਹੁੰਦੀ ਤਾਂ ਇਹਨਾਂ ਨੂੰ ਐਡਵਰਟੀਜ਼ਮੈਂਟ ਕਰਨ ਦੀ ਲੋੜ ਹੀ ਨਹੀਂ ਪੈਂਦੀ। ਇਹ ਕਹਿ ਰਹੇ ਜੀ ਅਸੀਂ 16 ਹਸਪਤਾਲ ਬਣਾਏ ਆ, ਤੁਹਾਡੇ ਸਾਹਮਣੇ ਬੈਠੇ, ਇਹਨਾਂ ਨੂੰ ਦੱਸੋ ਕਿਹੜੀ ਇੱਕ ਨਵੀਂ ਇੱਟ ਹਸਪਤਾਲ ਦੀ ਲਾਈ ਆ। ਇਨਫਰਾਸਟ੍ਰਕਚਰ ਦੀ ਗੱਲ ਕਰ ਰਹੇ ਆ, ਬਿਜ਼ਨਸ ਲਈ ਇਹ ਬਾਹਰੋਂ ਦੇਸ਼ਾਂ ਨੂੰ ਕਹਿ ਰਹੇ ਜੀ ਸਾਡੇ ਕੋਲ ਆਓ। ਉਹ ਇਨਫਰਾਸਟ੍ਰਕਚਰ ਕਿਹਨੇ ਬਣਾਇਆ? ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ 4 ਲੇਨ 6 ਸੜਕਾਂ ਮਾਰਗ ਹੋਈਆਂ। ਜਿਹੜੀਆਂ ਮੁਹੱਲਾ ਕਲੀਨਿਕ ਇਹਨਾਂ ਨੇ ਬਣਾਈਆਂ, ਇਹਨਾਂ ਨੂੰ ਪੁੱਛੋ ਇਹਨਾਂ ਨੇ ਕਿਹੜੀ ਨਵੀਂ ਇੱਟ ਲਾਈ ਹੈ। ਸੁਵਿਧਾ ਸੈਂਟਰ ਜਿਹੜੀਆਂ ਲੋਕਾਂ ਨੂੰ ਸੁਵਿਧਾਵਾਂ ਮਿਲ ਰਹੀਆਂ ਸੀ, ਉਹ ਆਪਣਾ ਇੱਕ ਜਿਹੜਾ ਵਾਅਦਾ ਜਿਹੜਾ ਕਿ 7 ਮਹੀਨਿਆਂ ਦੇ ਵਿੱਚ ਹੀ ਇਹਨਾਂ ਦਾ ਡੁੱਬ ਗਿਆ ਤੇ ਅੱਧੇ ਤੋਂ ਜ਼ਿਆਦਾ ਮੁਹੱਲਾ ਕਲੀਨਿਕ ਬੰਦ ਹੋ ਗਏ ਆ। ਉਹ ਕਿਹੜੀ ਬਿਲਡਿੰਗ 'ਚ ਬਣਾਏ ਗਏ? ਉਹ ਵੀ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਸੀ। ਜਿਹੜੀਆਂ ਇਹ ਗੱਲਾਂ ਕਰਦੇ ਆ ਹਸਪਤਾਲਾਂ ਦੀਆਂ, ਜਿਹੜੇ ਹਸਪਤਾਲ ਜਾਂ ਜਿਹੜੇ ਸਾਡੇ ਬਣੀਆਂ ਹੋਏ ਆ ਛੋਟੇ ਸੈਂਟਰ, ਹੈਲਥ ਸੈਂਟਰ ਬਣੇ ਹੋਏ ਆ, ਉਹ ਵੀ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਆ। ਇਹਨਾਂ ਨੇ ਇੱਕ ਨਵੀਂ ਸੜਕ ਦਾ ਕੋਈ ਪੈਚ ਵਰਕ ਨਹੀਂ ਕਰਾਇਆ। ਜਿਹੜੇ ਪਲੇਗਰਾਉਂਡ ਦੇ ਵਿੱਚ ਕ੍ਰਿਕਟ ਦਾ ਮੈਚ ਇਹਨਾਂ ਦੇ ਰਾਜ ਸਭਾ ਮੈਂਬਰ ਤੇ ਮੰਤਰੀ ਸਾਹਿਬ ਖੇਡਦੇ ਸੀ, ਉਹ ਵੀ ਸ਼੍ਰੋਮਣੀ ਅਕਾਲੀ ਦਲ ਵੇਲੇ ਬਣਿਆ। ਤਾਂ ਦੱਸੋ ਇਹਨਾਂ ਕੋਲੋਂ ਪੁੱਛ ਕੇ ਵੀ ਇਹਨਾਂ ਨੇ ਕਿਹੜਾ ਇੱਕ ਨਵਾਂ ਪੋਜ਼ਿਟਿਵ ਕੰਮ ਕੀਤਾ? ਕੋਈ ਪਲੇਗਰਾਉਂਡ ਬਣਾਇਆ ਹੋਵੇ, ਕੋਈ ਸਕੂਲ ਬਣਾਇਆ ਹੋਵੇ, ਕੋਈ ਕਾਲਜ ਬਣਾਇਆ ਹੋਵੇ, ਚਲੋ ਉਹ ਵੀ ਗੱਲ ਜ਼ਰੂਰ ਛੱਡੋ। ਇੱਕ ਨਵੀਂ ਪਾਣੀ ਦੀ ਟੈਂਕੀ ਬਣਾਈ ਹੋਵੇ ਜਾਂ ਇੱਕ ਨਵੀਂ ਟੂਟੀ ਲਾਈ ਹੋਵੇ ਕਿਸੇ ਸਕੂਲ ਦੇ ਵਿੱਚ, ਉਹੀ ਦੱਸ ਦੇਣ। ਠੀਕ ਹੈ। ਤੇ ਜਿਹੜੀ ਹੈ ਤੁਸੀਂ ਕਮੀਆਂ ਦੱਸ ਰਹੇ ਹੋ ਕਿ 7 ਮਹੀਨੇ ਦੇ ਵਿੱਚ ਇਹ ਕੁਝ ਹੋਇਆ। ਹੁਣ ਗੱਲ ਕਰ ਲੈਂਦੇ ਆ BJP ਦੇ ਜਿਹੜੇ ਬੁਲਾਰੇ ਨੇ ਸਾਹਿਲ ਜੀ। ਇੰਦਰਜੀਤ ਜੀ ਨੇ ਜਿਹੜੀ ਹੈ ਉਪਲਬਧੀਆਂ ਦੱਸੀਆਂ 7 ਮਹੀਨੇ ਦੀ। ਅਸੀਂ ਕ੍ਰਿਟਿਸਾਈਜ਼ ਬਹੁਤ ਜਿਹੜੀ ਹੈ ਛੇਤੀ ਕਰਦੇ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਜਦ ਕੋਈ ਵੀ ਸੱਤਾ ਦੇ ਵਿੱਚ ਆਉਂਦਾ ਹੈ, ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਜੇ ਸੱਤਾ ਦੇ ਵਿੱਚ ਆਈ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਥੋੜਾ ਜਿਹਾ ਟਾਈਮ ਦਿਓ, ਪੁਰਾਣਾ ਸਿਸਟਮ ਸਹੀ ਕਰਕੇ ਅਗਲੀ ਜਿਹੜਾ ਸਿਸਟਮ ਹੈ ਉਹ ਸਹੀ ਤਰੀਕੇ ਦੇ ਨਾਲ ਜਿਹੜਾ ਚਲਾਇਆ ਜਾਵੇਗਾ। ਤੇ ਤੁਹਾਨੂੰ ਨਹੀਂ ਲੱਗਦਾ ਕਿ ਥੋੜਾ ਸਮਾਂ ਹੋਰ ਦੇਣਾ ਚਾਹੀਦਾ ਹੈ?
ਦੇਖੋ ਮੈਡਮ, ਜਦੋਂ ਕੋਈ ਵੀ ਪਾਰਟੀ ਜਦੋਂ ਇਲੈਕਸ਼ਨ ਦੇ ਵਿੱਚ ਜਾਂਦੀ ਆ, ਉਹ ਜਦੋਂ ਜਨਤਾ ਦੇ ਵਿੱਚ ਆਪਣੇ ਜਿਹੜੇ ਮੈਨੀਫੈਸਟੋ ਰੱਖਦੀ ਆ ਜਾਂ ਆਪਣੀ ਗੱਲ ਕਰਦੀ ਆ ਜਾਂ ਕਿਹਨਾਂ ਵਾਅਦਿਆਂ ਦੇ ਸਿਰ ਤੇ ਆਂਦੀ ਹੈ, ਤੇ ਉਹ ਤੇ ਗੱਲ ਕਰਨੀ ਤਾਂ ਬਣਦੀ ਹੈ। ਦੇਖੋ, ਆਮ ਆਦਮੀ ਪਾਰਟੀ ਨੇ ਹੀ ਲੋਕਾਂ ਨੂੰ ਇਹ ਕਿਹਾ ਸੀ ਕਿ ਜਦੋਂ ਹੀ ਸਾਡੀ ਸਰਕਾਰ ਬਣੂਗੀ, ਕੇਜਰੀਵਾਲ ਜੀ ਤਾਂ ਦਿਨਾਂ ਦੀ ਗੱਲ ਕਰਦੇ ਸੀ, ਅਸੀਂ ਤਾਂ ਹੁਣ ਅੱਜ 7 ਮਹੀਨਿਆਂ ਦੀ ਗੱਲ ਕਰ ਰਹੇ ਹਾਂ। ਉਹਨਾਂ ਨੇ ਚਾਹੇ ਐਕਸਾਈਜ਼ ਪਾਲਿਸੀ ਦੀ ਗੱਲ ਹੋਵੇ, ਚਾਹੇ ਮੈਡੀਕਲ ਸੈਕਟਰ ਦੀ ਗੱਲ ਹੋਵੇ, ਚਾਹੇ ਐਜੂਕੇਸ਼ਨ ਪਾਲਿਸੀ ਦੀ ਗੱਲ ਹੋਵੇ, ਕਿਸੇ ਵੀ ਚੀਜ਼ ਦੀ ਗੱਲ ਹੋਵੇ, ਚਾਹੇ VIP ਕਲਚਰ ਦੀ ਗੱਲ ਹੋਵੇ, ਚਾਹੇ ਸਿਕਿਉਰਿਟੀ ਦੀ ਗੱਲ ਹੋਵੇ, ਇਹਨਾਂ ਚੀਜ਼ਾਂ ਦੇ ਉੱਪਰ ਜਦੋਂ ਆਪਾਂ ਕਰਪਸ਼ਨ ਦੀ ਗੱਲ ਹੋਵੇ, ਜਦੋਂ ਆਪਾਂ ਲੋਕਾਂ ਨੂੰ ਇਹ ਵਾਅਦਾ ਕਰਕੇ ਆਏ ਆ, ਤੁਸੀਂ ਇਹ ਦੇਖੋ ਅੱਜ ਦੀ ਡੇਟ 'ਚ ਵੀ ਬਹੁਤ ਵੱਡਾ ਇਸ਼ੂ ਹੈ ਜਿਹਦੇ ਤੇ ਪੰਜਾਬ ਜਿਹੜਾ ਆ ਉਹ ਐਜੀਟੇਸ਼ਨ ਵੀ ਕਰ ਰਿਹਾ, ਸਭ ਕੁਝ ਕਰ ਰਿਹਾ, ਉਹ ਹੈ ਬੇਅਦਬੀ ਵਾਲਾ ਜੀ ਕੇਸ। ਬੇਅਦਬੀ ਵਾਲੇ ਕੇਸ 'ਚ ਜਦੋਂ ਤੁਸੀਂ ਲੋਕਾਂ ਨੂੰ ਵਾਅਦਾ ਕਰਕੇ ਆਏ ਸੀ ਕਿ ਅਸੀਂ ਸਰਕਾਰ ਬਣਦਿਆਂ ਸਾਰੀ ਸਭ ਤੋਂ ਪਹਿਲਾਂ ਜੀ ਪ੍ਰਾਇੋਰਟੀ ਤੇ ਪਹਿਲਾਂ ਇਸ ਮਸਲੇ ਨੂੰ ਹੱਲ ਕਰਾਂਗੇ, ਕੁੰਵਰ ਵਿਜੇ ਪ੍ਰਤਾਪ ਜੀ ਨੇ ਇਸ ਮਸਲੇ ਤੇ ਅਸਤੀਫਾ ਦੇ ਕੇ ਇਲੈਕਸ਼ਨ ਲੜਿਆ ਉਸ ਪਾਰਟੀ ਤੋਂ, ਠੀਕ ਹੈ ਨੀ। ਸੋ ਜਦੋਂ ਇਸ ਲੈਵਲ ਤੱਕ ਜਦੋਂ ਗੱਲਾਂ ਹੁੰਦੀਆਂ ਤੇ ਫਿਰ ਜਵਾਬ ਦੇਣਾ ਪੈਂਦਾ। ਤੁਸੀਂ ਦੇਖੋ, ਮੈਡੀਕਲ ਸੈਕਟਰ ਦੇ ਵਿੱਚ ਗੱਲ ਕੀਤੀ ਨਹੀਂ ਮੁਹੱਲਾ ਕਲੀਨਿਕ ਦੀ, ਪਰ ਇਹ ਜਵਾਬ ਨਹੀਂ ਦਿੰਦੇ ਕਿ ਪਠਾਨਕੋਟ ਜਿਹੜਾ ਲੇਡੀ ਦੀ ਡਿਲੀਵਰੀ ਜਿਹੜੀ ਉਹਨੂੰ ਰਿਸੈਪਸ਼ਨ ਤੇ ਕਰਨੀ ਪਈ, ਉਹ ਵੀ ਫਲੋਰ ਦੇ ਉੱਪਰ, ਔਰ ਉਸ ਵਿਅਕਤੀ ਨੇ ਜਿਹਨੇ ਵੀਡੀਓ ਬਣਾਈ ਔਰ ਲੋਕਾਂ ਨੂੰ ਜਨਤਕ ਤੱਕ ਪਹੁੰਚਾਇਆ ਕਿ ਆਹ ਦੇਖੋ ਹੋ ਰਿਹਾ ਜੀ ਇਹਨਾਂ ਦੇ ਰਾਜ 'ਚ। ਇਹਨਾਂ ਦੇ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਇਹ ਪ੍ਰੀ ਪਲਾਨ ਸੀ। ਤੁਸੀਂ ਦੱਸੋ ਕਿ ਕਿਸੇ ਲੇਡੀ ਦੀ ਡਿਲੀਵਰੀ ਪ੍ਰੀ ਪਲਾਨ ਹੋ ਸਕਦੀ ਹੈ? ਔਰ ਕਹਿ ਰਹੇ ਨੇ ਕਿ ਉਸ ਵੀਡੀਓ ਬਣਾਉਣ ਵਾਲੇ ਤੇ ਕਾਰਵਾਈ ਕੀਤੀ ਜਾਂਦੀ। ਇਹ ਇਹਨਾਂ ਦੀ ਕਾਰਗੁਜ਼ਾਰੀ। ਆਰਡਰ ਦੀ ਗੱਲ ਕਰੋ ਤੇ ਸਿੱਧੂ ਮੂਸੇਵਾਲਾ ਕੇਸ ਸਭ ਨੂੰ ਯਾਦ ਹੈ, ਹਜੇ ਤਾਂ ਉਹਦੇ ਨਿਆਂ ਵਾਲੇ ਪਾਸੇ ਨੂੰ ਜਾ ਰਿਹਾ ਸੀ ਤੇ ਉਹਦਾ ਜਿਹੜਾ ਗੈਂਗਸਟਰ ਹੈ ਟੀਨੂ, ਉਹ ਪੁਲਿਸ ਅਫਸਰ ਦੀ ਮਿਲੀ ਭਗਤ ਨਾਲ ਉਹ ਐਸ਼ ਕਰ ਰਹੇ ਸੀ, ਸਭ ਕੁਝ ਕਰ। ਮੁੱਖ ਮੰਤਰੀ ਸਾਹਿਬ ਦਾ ਵਾਅਦਾ ਕਰ ਗੁਜਰਾਤ 'ਚ ਜਾ ਕੇ, ਹਿਮਾਚਲ 'ਚ ਜਾ ਕੇ ਦਾਅਵਾ ਕਰਦੇ ਜੀ ਮੈਂ ਦੇਖੋ ਜੀ ਲਾਅ ਐਂਡ ਆਰਡਰ ਸਹੀ ਕਰ ਦਿੱਤਾ। ਉਹ ਜਾ ਕੇ ਉੱਥੇ ਬੀਜੀ ਨੇ ਇਹ ਨਹੀਂ ਦੱਸਦੇ ਪਏ ਕਿ ਉਹ ਟੀਨੂ ਨੂੰ ਹਜੇ ਤੱਕ ਫੜ ਕਿਉਂ ਨਹੀਂ ਹੋਇਆ, ਔਰ ਜੋ ਪਤਾ ਲੱਗ ਰਿਹਾ ਕਿ ਉਹਦੇ ਨਾਲ ਹੱਥ 'ਚੋਂ ਬਹੁਤ ਦੂਰ ਨਿਕਲ ਚੁੱਕਿਆ ਜਦ ਤੱਕ ਇਹਨਾਂ ਨੇ ਕੀਤੀ। ਜੇ ਕਰਪਸ਼ਨ ਦੀ ਗੱਲ ਕਰਦੇ ਆ, ਤੁਸੀਂ ਦੇਖੋ 7 ਮਹੀਨਿਆਂ ਦਾ ਸਮਾਂ ਸਿੰਗਲਾ ਸਾਹਿਬ ਬਰਖਾਸਤ ਤੋਂ ਜੇਲ੍ਹ 'ਚ ਜਾਇਆ ਤੇ ਫੌਜਾ ਸਿੰਘ ਸਰਾਰੀ ਜਿੱਥੇ ਜਨਤਾ ਨੇ ਪੂਰੇ ਤਰ੍ਹਾਂ ਉਹਨਾਂ ਦੀਆਂ ਵਾਇਰਲ ਜਿਹੜੀਆਂ ਵੀਡੀਓ ਆਡੀਓ ਸਾਰਾ ਕੁਝ ਆਡੀਓ ਵਾਇਰਲ ਹੋ ਗਈ ਉਹਨਾਂ ਤੇ ਕਾਰਵਾਈ ਨਹੀਂ ਕਰ ਰਹੇ ਕਿਉਂਕਿ ਇਲੈਕਸ਼ਨ ਹਿਮਾਚਲ ਤੇ ਗੁਜਰਾਤ ਦਾ ਸਿਰ ਤੇ ਖੜਾ। ਬੇਇੱਜ਼ਤੀ ਬੜੀ ਹੋਣੀ ਆ ਕਿ 6 ਮਹੀਨਿਆਂ ਦੇ ਵਿੱਚ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਕਰਪਸ਼ਨ ਫ੍ਰੀ ਕਰ ਦਾਂਗੇ, ਉਹਨਾਂ ਦੇ ਆਪ ਦੇ ਦੋ ਮੰਤਰੀ ਜਿਹੜੇ ਆ ਕਰਪਸ਼ਨ ਦੇ ਵਿੱਚ ਫਸਣ ਦੇ ਆ। ਜੇ ਤੁਸੀਂ ਵਿਕਾਸ ਦੀ ਗੱਲ ਕਰੋ, ਮੈਨੂੰ ਦੱਸੋ ਇਹ ਇੱਕ ਪਿੰਡ ਦਾ ਨਾਮ ਦੱਸ ਦੇਣ, ਇੱਕ ਸਰਪੰਚ ਦਾ ਨਾਮ ਦੱਸ ਦੇਣ ਜਿਹੜੇ ਪਿੰਡ ਲਈ ਇਨੀ ਵਿਕਾਸ ਲਈ ਪੈਸੇ ਦਿੱਤੇ ਹੁਣ ਜਾਂ ਫੰਡ ਜਾਰੀ ਕੀਤਾ ਹੋਵੇ, ਬਲਕਿ ਜਿਹੜੇ ਪੁਰਾਣੇ ਸਰਕਾਰਾਂ 'ਚ ਜਾਰੀ ਹੋਏ ਸੀ ਉਹਨਾਂ ਤੇ ਵੀ ਰੋਕ ਲਾ ਦਿੱਤੀ ਔਰ ਇਹ ਰੱਖੀ ਸ਼ਰਤ ਕਿ ਜੇ ਆਮ ਆਦਮੀ ਪਾਰਟੀ ਜੁਆਇਨ ਕਰੂਗੇ ਤੇ ਫੰਡ ਰਿਲੀਜ਼ ਹੋਏਗਾ, ਨਹੀਂ ਤੇ ਨਹੀਂ ਹੋਏਗਾ। ਇਹ ਕਿਸਾਨੀ ਦੀ ਗੱਲ ਕਰਦੇ ਆ, ਇਹ ਦੱਸੋ ਕਿਸਾਨੀ ਦੀ ਗੱਲ ਕਰਦੇ ਆ, ਜਵਾਬ ਕਿਉਂ ਨਹੀਂ ਦਿੰਦੇ ਕਿ ਸੰਗਰੂਰ ਦੇ ਵਿੱਚ CM ਦੇ ਘਰ ਦੇ ਬਾਹਰ ਅੱਜ 5 ਤੋਂ 7 ਦਿਨ ਹੋ ਗਏ ਆ, ਉਹਨਾਂ ਦੇ ਘਰ ਦੇ ਬਾਹਰ ਧਰਨਾ ਲਾ ਕੇ ਬੈਠੇ ਆ ਪੱਕਾ ਕਿਸਾਨ ਕੱਟੇ ਔਰ ਕਹਿ ਰਹੇ ਨੇ ਕਿ CM ਨਾਲ ਸਾਡੀ ਮੀਟਿੰਗ ਹੋਈ ਵੀ, ਉਹਨਾਂ ਨੇ ਸਾਨੂੰ ਦਿਲਾਸਾ ਵੀ ਦਿੱਤਾ ਮਗਰ ਉੱਤੇ ਕੀਤਾ ਕੱਖ ਨਹੀਂ। ਹੁਣ ਅਸੀਂ ਮਜਬੂਰ ਹੋ ਕੇ CM ਦੇ ਘਰ ਦੇ ਬਾਹਰ ਧਰਨਾ ਲਾ ਰਹੇ, ਜਿਹੜੀ ਪਾਰਟੀ ਕਿਸਾਨਾਂ ਦਾ ਹਿਤੈਸ਼ੀ ਆਪਣੇ ਆਪ ਨੂੰ ਦੱਸ ਰਹੀ ਆ। ਤੁਸੀਂ ਇਹ ਦੱਸੋ ਇੱਧਰ ਦਾ ਕਿਹੜਾ ਮਹਿਕਮਾ ਨਹੀਂ ਜਿਹ 'ਚ ਧਰਨਾ ਨਹੀਂ ਲੱਗਦਾ ਪਿਆ, ਚਾਹੇ ਉਹ ਰੋਡਵੇਜ ਹੋਵੇ, ਚਾਹੇ ਟੀਚਰ ਹੋਣ, ਕੋਈ ਵੀ ਮਹਿਕਮਾ ਲੈ ਲਓ, ਮਹਿਕਮੇ ਦੇ ਬੈਠੇ ਨੇ। ਇਹਨਾਂ ਨੂੰ ਰੋਡ ਇਨਫਰਾਸਟ੍ਰਕਚਰ ਦੇ ਬਾਰੇ ਕੁਛ ਨਹੀਂ, ਸਿਰਫ ਐਡਾ ਦੇ ਗੁਜਰਾਤ ਹਿਮਾਚਲ VIP ਕਲਚਰ ਦੀ ਗੱਲ ਕੀਤੀ, ਸਿਕਿਉਰਿਟੀ ਦੇ ਬੰਦੇ ਰਾਘਵ ਚੱਡਾ ਤੇ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਲਈ ਫਿਰਦੇ। ਅੱਜ ਤੱਕ CM ਦਾ ਕਾਫਲਾ ਸਭ ਤੋਂ ਵੱਡਾ ਜਿਹੜਾ ਆ ਕਿਤੇ ਸਾਰਿਆਂ ਨੂੰ ਇਹਨਾਂ ਨੇ ਨਿੰਦ ਲਿਆ, ਰਵਾਇਤੀ ਪਾਰਟੀਆਂ ਨੂੰ ਜਿੰਨੀਆਂ ਪਾਰਟੀਆਂ ਸੀ ਸਾਰਿਆਂ ਨੇ ਨਿੰਦਿਆ, ਪਰ ਹੁਣ ਤੱਕ ਦੀ ਜੋ ਨਿਊਜ਼ ਹੈ, ਜੋ ਰਿਪੋਰਟ ਹੈ, ਭਗਵੰਤ ਮਾਨ ਦਾ ਕਾਫਲਾ CM ਦੇ ਤੌਰ ਤੇ ਅੱਜ ਤੱਕ ਦੇ ਇਤਿਹਾਸ ਦੇ ਸਭ ਤੋਂ ਵੱਡਾ ਕਾਫਲਾ ਜਿਹੜਾ ਆ ਉਹ CM ਦਾ ਆ। ਫੇਰ ਨਹੀਂ ਥੋੜੇ ਦਿਨ ਪਹਿਲਾਂ ਇਜਲਾਸ ਸੱਦਿਆ ਵਿਧਾਨ ਸਭਾ ਦਾ, ਤੁਸੀਂ ਮੈਨੂੰ ਦੱਸ ਦਿਓ ਜੀ ਇੱਕ ਜੀ ਪੰਜਾਬ ਦੇ ਮੁੱਦਿਆਂ ਤੇ ਅਸੀਂ ਸੱਦਿਆ, ਦੱਸੋ ਕਿਹੜਾ ਪੰਜਾਬ ਦਾ ਮੁੱਦਾ ਨਹੀਂ ਹੱਲ ਕੀਤਾ, ਸਿਰਫ ਇਹ ਦੱਸਣ ਨੂੰ ਕਿ ਅਸੀਂ ਜੀ ਬਹੁਤ ਇਕੱਠੇ ਆ, ਕਿਸੇ ਨੇ ਪੁੱਛਿਆ ਹੀ ਨਹੀਂ ਸੀ, ਅਲੱਗ ਹੋ ਕੇ ਨਹੀਂ, ਆਪ ਹੀ ਇਲਜ਼ਾਮ ਲਾ ਕੇ ਆਪ ਹੀ ਇਜਲਾਸ ਸੱਦ ਲਿਆ। ਜੇ ਇਹੀ ਕੁਛ ਕਰਨਾ ਸੀ ਇੱਕ ਪਾਰਟੀ ਦੀ ਮੀਟਿੰਗ ਸੱਦ ਕੇ ਉੱਥੇ ਸਾਰਿਆਂ ਨੂੰ ਮੈਸੇਜ ਦੇ ਦਿੰਦੇ, ਪਰ ਇਸ ਵਾਲੇ ਦੇਖੋ ਜੀ ਸਾਰੇ ਦੇ ਸਾਰੇ MLA ਇਕੱਠੇ ਆ, ਇਹਦੇ ਵਾਸਤੇ ਵਿਧਾਨ ਸਭਾ ਇਜਲਾਸ ਸੱਦ ਕੇ ਪੰਜਾਬ ਦਾ ਪੈਸਾ ਖਰਾਬ ਕਰਨ ਦੀ ਲੋੜ ਨਹੀਂ ਸੀ। ਫਿਰ ਇਹਨੀ ਫੈਮਿਲੀ ਇੰਟਰਫੇਰੈਂਸ ਦੀ ਗੱਲ ਕੀਤੀ ਸੀ, ਮੈਨੂੰ ਦੱਸੋ ਭਗਵੰਤ ਮਾਨ ਦੀ ਸਿਸਟਰ ਤੇ ਵਾਈਫ ਹੁਣ ਉਹ ਫੈਮਿਲੀ ਇੰਟਰਫੇਰੈਂਸ ਨਹੀਂ, ਸਾਰੇ ਪੋਲੀਟੀਕਲ ਫੰਕਸ਼ਨਾਂ ਤੇ ਹੁਣ ਉਹ ਅਟੈਂਡ ਕਰ ਰਹੇ ਨੇ ਔਰ ਲੋਕ ਸਭਾ ਦੀ ਟਿਕਟ ਵੀ ਮੰਗ ਰਿਹਾ ਸੀ ਸੰਗਰੂਰ ਤੋਂ। ਫਿਰ ਇਹਨਾਂ ਨੇ BMW ਵਾਲਾ ਮੁੱਦਾ, ਕਿ ਆਪਾਂ ਨੂੰ ਲੋੜ ਕੀ ਹੈ ਕਹਿਣ ਦੀ, ਜਦ ਤੱਕ ਸਾਨੂੰ ਕੋਈ ਉਹ ਪ੍ਰਿੰਸੀਪਲ ਹੀ ਯੈਸ ਨਹੀਂ ਹੋ ਰਹੀ, ਬਸ ਉਹ ਉਹ ਮਜ਼ਾ ਲੈਣਾ ਨਾ, ਜਿੱਦਾਂ ਸਿੱਧੂ ਮੂਸੇਵਾਲੀ ਵਾਲੇ ਉਹ ਟਵੀਟ ਕਰਨਾ ਹੀ ਲੋਕਾਂ ਦੇ ਉਹ ਲਾਈਕਸ ਔਰ ਕਮੈਂਟ ਲੈਣੇ ਹੀ BMW ਜੀ BMW ਵਾਲੀ, ਉਹ
ਕਿੰਨਾ ਵੱਡਾ ਤੁਹਾਡੀ ਬੇਇੱਜ਼ਤੀ ਕਰਾਈ ਤੁਸੀਂ ਸੀਐਮ ਹੋਣ ਨਾਲ, ਤੇ ਉਹਨਾਂ ਨੇ ਟਵੀਟ ਕਰਕੇ ਆਫੀਸ਼ੀਅਲੀ ਕਿਹਾ ਕਿ ਅਸੀਂ ਤਾਂ ਇੱਧਰ ਦੀ ਕੋਈ ਗੱਲ ਹੀ ਨਹੀਂ ਕੀਤੀ, ਸਾਨੂੰ ਮਿਲਣ ਆਏ ਸੀ, ਅਸੀਂ ਚਾਹ ਪਾਣੀ ਪਿਲਾ ਕੇ ਤੋਰਤਾ। ਇਹ ਹੁਣ ਕਹੀ ਜਾਂਦੇ ਅਸੀਂ BMW ਦੀ ਫੈਕਟਰੀ ਲਾਉਣ ਲੱਗੇ ਆ, ਬਲਕਿ ਉਹਨਾਂ ਦਾ ਪਹਿਲਾਂ ਹੀ ਪਲਾਂਟ ਇੰਡੀਆ 'ਚ ਚੱਲਦਾ ਪਿਆ ਆ। ਕੋਈ ਇਦਾਂ ਦੀਆਂ ਜਿਹੜੀਆਂ ਗੱਲਾਂ ਜੀ, ਦੇਖੋ ਪ੍ਰਾਪਰਟੀ ਸੈਕਟਰ ਦੀ ਗੱਲ ਕਰੋ ਤੁਸੀਂ, ਰਜਿਸਟਰੀਆਂ ਬੰਦ ਹੈ, ਕਿਉਂ ਨਹੀਂ ਆ ਰਹੇ? ਰਜਿਸਟਰੀਆਂ ਸਾਰੇ ਬੰਦ ਹੈ, ਕੋਈ ਰਜਿਸਟਰੀ ਨਹੀਂ ਕਰਾ ਸਕਦਾ। 6 ਮਹੀਨੇ 7 ਮਹੀਨੇ ਹੋ ਗਏ ਰਜਿਸਟਰੀ। ਤੁਸੀਂ ਇਹਨਾਂ ਨੇ ਮਾਈਨਿੰਗ ਦੀ ਗੱਲ ਕੀਤੀ, ਰੇਤਾ ਦੇ ਦਾਮ ਤੇ 4 ਗੁਣਾ ਕਰ ਦਿੱਤੇ ਰੇਤਾ। ਕੋਈ ਤੁਸੀਂ ਇਨਫਰਾਸਟ੍ਰਕਚਰ ਕਰਨਾ, ਕਿਸੇ ਨੇ ਘਰ ਸੁਣਨਾ, ਸਾਰੇ ਪ੍ਰੋਜੈਕਟ ਤਾਂ ਰੁਕੇ ਹੋਏ ਨੇ। ਜੇ ਕੋਈ ਕਹਿ ਰਿਹਾ ਉਹ ਕਹਿੰਦੇ ਜੀ ਉਹ ਬਲੈਕ 'ਚ ਮਿਲੂਗੀ, 4 ਗੁਣਾ ਜ਼ਿਆਦਾ ਰੇਟ ਤੇ ਮਿਲੂਗੀ। ਗੁੰਡਾ ਰਾਜ ਤਾਂ ਵਧਿਆ ਇਹਨਾਂ ਦਾ। ਤੇ ਬਿਜਲੀ ਦੇ ਮਸਲਿਆਂ ਦੀ ਗੱਲ ਕੀਤੀ, ਬਿਜਲੀ ਦਾ ਰੇਟ ਵਧਾ ਰਿਹਾ। ਨਾਲੇ ਇਹਨਾਂ ਨੇ ਕਿਹਾ ਸੀ ਕਿ ਇਹ ਤਾਂ ਪੁਰਾਣੀਆਂ ਰਵਾਇਤਾਂ ਪਾਰਟੀਆਂ ਨੇ ਬਹੁਤ ਜੀ ਗਲਤ MOU ਸਾਈਨ ਕੀਤੇ ਹੋਏ ਬਿਜਲੀ ਕੰਪਨੀਆਂ ਨਾਲ, ਅਸੀਂ ਆਂਦੇ ਠੀਕ ਕਰ ਦਾਂਗੇ। 7 ਮਹੀਨੇ ਹੋ ਗਏ, ਇੱਕ ਗੱਲ ਦੱਸੋ ਜੀ, ਕਿਹੜਾ MOU ਰੱਦ ਕਰ ਦਿੱਤਾ ਇਹਨਾਂ ਨੇ? ਕੀ ਕੀਤਾ ਬਿਜਲੀ ਦੇ ਮੁੱਦੇ ਤੇ? ਸੋ ਇਸ ਕਰਕੇ ਤੁਸੀਂ ਕਹਿ ਰਹੇ ਹੋ ਕਿ ਇਲਜ਼ਾਮ ਲਾ ਰਹੇ ਆ ਸਾਰੇ ਜਣੇ, ਸਮੇਂ ਦੇਣਾ ਚਾਹੀਦਾ। ਅਸੀਂ ਵੀ ਪੁੱਛ ਰਹੇ ਆ, ਇਹ ਜਨਤਾ ਦੀ ਅਦਾਲਤ ਦੱਸ ਦੇਣ ਇਹਨਾਂ ਨੂੰ ਕਿੰਨਾ 7 ਮਹੀਨੇ ਹੋ ਗਏ ਆ, ਤੇ 5 ਸਾਲ ਦਾ ਸਰਕਾਰ ਦਾ ਪੂਰਾ ਟਾਈਮ ਹੁੰਦਾ ਜੀ। ਇਹ ਔਰ ਵਾਅਦੇ ਦਿਨਾਂ ਦੇ ਕਰਕੇ ਆਏ ਸੀ, 7 ਮਹੀਨੇ ਹੋ ਗਏ। ਸੋ 7 ਮਹੀਨਿਆਂ ਤੋਂ ਪੰਜਾਬ ਦੇ ਲੋਕ ਜਿਹੜੇ ਉਹ ਹਜੇ ਵੀ ਨਿਆਂ ਦੀ ਜਿਹੜੀ ਆ ਉਹ ਉਡੀਕ ਕਰ ਰਹੇ ਆ। ਇਹ ਆਪ ਦੱਸ ਦੇਣ ਕਿ ਇਹ ਆਪ, ਅੱਜ ਮੈਂ ਕਹਿੰਦਾ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਦੱਸ ਦੇਣ, ਆਪਣੇ ਮੂੰਹੋਂ ਕਹਿ ਦੇਣ ਕਿ ਸਾਨੂੰ ਇੰਨੇ ਮਹੀਨੇ ਹੋਰ ਚਾਹੀਦੇ ਆ। ਇਹ ਅੱਜ ਦੱਸ ਕੇ ਜਾਣ ਲੋਕਾਂ ਨੂੰ। ਠੀਕ ਹੈ, ਤੇ ਸਾਡੇ ਨਾਲ ਕਾਂਗਰਸ ਤੋਂ ਕੁਲਜੀਤ ਗੱਗੀ ਜੀ ਜੁੜੇ ਨੇ। ਕੁਲਜੀਤ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਟੁਡੇ ਦੇ ਵਿੱਚ। ਅੱਜ ਦਾ ਜਿਹੜਾ ਮਸਲਾ ਇਹ ਹੈ, ਜਿਹੜਾ ਮੁੱਦਾ ਹੈ, ਉਹ 7 ਮਹੀਨੇ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਹੈ। ਤੇ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਹੈ, ਵਿਧਾਇਕ ਹੈ ਜਾਂ ਬੁਲਾਰੇ ਹੈ, ਉਹ ਹਮੇਸ਼ਾ ਇਹ ਕਹਿੰਦੇ ਕਿ ਸਾਨੂੰ ਜਿਹੜਾ ਹੈ ਪਿਛਲੀ ਸਰਕਾਰਾਂ ਦੀ ਜਿਹੜੀ ਦੇਣ ਹੈ ਉਸਨੂੰ ਠੀਕ ਕਰਨ ਦੇ ਵਿੱਚ ਹੀ ਸਮਾਂ ਲੱਗ ਰਿਹਾ, ਇਸ ਕਰਕੇ ਕੁਝ ਚੀਜ਼ਾਂ ਨੂੰ ਸਮਾਂ ਲੱਗੇਗਾ, ਕਹੀਏ ਕਿ ਇੱਕ ਪਟਰੀ ਤੇ ਲਾਉਣ ਦੇ ਲਈ ਜਾਂ ਫਿਰ ਉਸਨੂੰ ਸਹੀ ਕਰਨ ਦੇ ਲਈ। ਤੇ ਹਮੇਸ਼ਾ ਕਾਂਗਰਸ ਦੀ ਸਰਕਾਰ ਵੇਲੇ ਜਿਹੜੇ ਕੰਮ ਅਧੂਰੇ ਛੱਡੇ ਗਏ ਸੀ ਉਸਨੂੰ ਅਸੀਂ ਪੂਰਾ ਕਰ ਰਹੇ, ਇਹ ਕਿਹਾ ਜਾਂਦਾ ਹੈ। ਕਿੰਨਾ ਕਿ ਤੁਸੀਂ ਇਸ ਚੀਜ਼ ਦੇ ਨਾਲ, ਤੁਹਾਨੂੰ ਇਸ ਸਟੇਟਮੈਂਟ ਦੇ ਨਾਲ ਤੁਸੀਂ ਜਿਹੜਾ ਵਾਕਿਫ ਰੱਖਦੇ ਹੋ? ਨਹੀਂ ਦੇਖੋ, ਬਿਲਕੁਲ ਇਹ ਜਿਹੜੇ ਝੂਠ ਦੇ ਪਲੰਦਿਆਂ ਤੋਂ ਬਗੈਰ ਆਮ ਆਦਮੀ ਦੇ ਜਿਹੜੇ ਲੀਡਰ ਨੇ, ਚਾਹੇ ਉਹ ਮੁੱਖ ਮੰਤਰੀ ਨੇ, ਚਾਹੇ ਇਹਨਾਂ ਦੇ ਮੰਤਰੀ ਨੇ, ਚਾਹੇ ਇਹਨਾਂ ਦੇ ਬੁਲਾਰੇ ਆ, ਚਾਹੇ ਕੋਈ ਵੀ ਵਰਕਰ ਲੀਡਰ ਨੇ, ਇਹ ਸਭ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਤੋਂ ਇਲਾਵਾ ਕੁਝ ਨਹੀਂ ਕਰ ਰਹੇ। 7 ਮਹੀਨਿਆਂ ਦੇ ਵਿੱਚ ਇਹਨਾਂ ਨੇ ਕੀਤਾ ਕੀ ਆ? ਇਹ ਸਵਾਲ ਅੱਜ ਅਸੀਂ ਓਪੋਜੀਸ਼ਨ ਵਾਲੇ ਨਹੀਂ ਪੁੱਛ ਰਹੇ, ਇਹ ਸਵਾਲ ਇਹਨਾਂ ਨੂੰ ਅੱਜ ਲੋਕ ਪੁੱਛ ਰਹੇ ਆ। ਅੱਜ ਲੋਕ ਜਿਹੜੇ ਲੋਕਾਂ ਨੇ ਇਹਨਾਂ ਨੂੰ ਏਡਾ ਵੱਡਾ ਮੈਂਡੇਟ ਦੇ ਕੇ ਸੱਤਾ ਦੇ ਵਿੱਚ ਲੈ ਕੇ ਆਂਦਾ ਸੀ, ਅੱਜ ਲੋਕਾਂ ਦਾ ਮਨ ਭਰ ਚੁੱਕਿਆ ਇਹਨਾਂ ਦੇ ਉੱਤੋਂ। ਇੰਨੀ ਛੇਤੀ ਕਦੇ ਵੀ ਕਿਸੇ ਸਰਕਾਰ ਦੇ ਉੱਤੋਂ ਲੋਕ ਮਤਲਬ ਇੰਨਾ ਛੇਤੀ ਉਹਨਾਂ ਦਾ ਦਿਲ ਜਿਹੜਾ ਲੋਕਾਂ ਨੂੰ ਹੁੰਦਾ ਹੈ ਕਿ ਸਾਨੂੰ ਅਸੀਂ ਉਮੀਦ ਨਾਲ ਵੋਟ ਪਾਈ ਸੀ, ਬਦਲਾਵ ਦੇ ਨਾਮ ਤੇ ਵੋਟ ਪਾਈ ਸੀ ਕਿ ਸਰਕਾਰ ਸਾਡੇ ਲੋਕਾਂ ਵਾਸਤੇ, ਪੰਜਾਬ ਦੇ ਲੋਕਾਂ ਵਾਸਤੇ ਕੁਝ ਕਰੇਗੀ। ਪਰ 7 ਮਹੀਨਿਆਂ ਦੇ ਵਿੱਚ ਕੀ ਕੀਤਾ? ਜੇ ਅਸੀਂ ਪਹਿਲੇ ਮਹੀਨੇ ਤੋਂ ਸ਼ੁਰੂ ਹੋ ਜਾਈਏ, ਕੀਤਾ ਕੀ ਗਿਆ? ਵਾਅਦੇ ਏਡੇ ਕੀਤੇ ਗਏ ਸੀ। ਇਹ ਕਹਿ ਰਹੇ ਸੀ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਕਿ ਨੀਅਤ ਸਾਫ਼ ਚਾਹੀਦੀ ਹੈ ਤੇ ਇੱਕ ਦਿਨ ਦੇ ਵਿੱਚ 24 ਘੰਟਿਆਂ ਦੇ ਵਿੱਚ ਨਸ਼ੇ ਵੀ ਛੁਡਾਏ ਜਾ ਸਕਦੇ ਆ, ਨਸ਼ੇ ਦਾ ਕੰਮ ਰੋਕਿਆ ਵੀ ਜਾ ਸਕਦਾ ਵਾ, ਬੇਅਦਬੀ ਦੀ ਜਿਹੜੀ ਆਪਣੇ ਇਨਸਾਫ ਆ ਉਹ ਸਾਡੀ ਸਿੱਖ ਕੌਮ ਨੂੰ ਮਿਲੇਗਾ। ਤੇ ਅੱਜ ਇਹਨਾਂ ਦੇ ਬਿਆਨ ਬਦਲਦੇ ਜਾ ਰਹੇ ਆ। ਤੁਹਾਨੂੰ ਤਾਂ ਇਹ ਕਹਿੰਦੇ ਸਾਨੂੰ ਟਾਈਮ ਚਾਹੀਦਾ, ਲੋਕਾਂ ਨੇ ਤੁਹਾਨੂੰ 5 ਸਾਲ ਵਾਸਤੇ ਚੁਣਿਆ ਵਾ। ਅਸੀਂ ਤਾਂ ਤੁਹਾਨੂੰ ਕਹਿੰਦੇ ਨਹੀਂ ਹੈ ਕਿ ਤੁਹਾਨੂੰ 5 ਸਾਲ ਲਈ ਚੁਣਿਆ, ਤੁਸੀਂ 5 ਸਾਲ ਦੇ ਵਿੱਚ ਲੋਕਾਂ ਨੂੰ ਕਰਕੇ ਦਿਖਾਉਣਾ। ਪਰ ਜਿਹੜੀ ਤੁਹਾਡੀ 7 ਮਹੀਨਿਆਂ ਦੀ ਕਾਰਗੁਜ਼ਾਰੀ ਆ ਉਹ ਇਹ ਦਰਸਾ ਰਹੀ ਆ ਤੁਸੀਂ ਸਿਰਫ ਆਪਣੀ ਪਾਰਟੀ ਨੂੰ ਕਿੱਦਾਂ ਪ੍ਰਮੋਟ ਕਰਨਾ ਵਾ, ਲੋਕਾਂ ਦੇ ਪੈਸੇ ਨਾਲ, ਪੰਜਾਬ ਦੇ ਪੈਸੇ ਨਾਲ। ਤੁਸੀਂ ਸਿਰਫ ਇਹ ਚੀਜ਼ਾਂ ਕਰ ਰਹੇ ਹੋ। ਇਸ ਤੋਂ ਇਲਾਵਾ ਤੁਹਾਡਾ ਕੋਈ ਮੰਤਵ ਨਹੀਂ ਹੈਗਾ ਪੰਜਾਬ ਨੂੰ ਕਿਸੇ ਸਹੀ ਲੀਹ ਦੇ ਉੱਤੇ ਲੈ ਕੇ ਜਾਣ ਵਾਲਾ। ਇਹ ਜਿਹੜੀਆਂ ਸਵੇਰੇ ਫੈਸਲੇ ਲੈ ਕੇ ਸ਼ਾਮ ਨੂੰ ਵਾਪਸ ਕਰਨ ਵਾਲੀ ਪਾਰਟੀ ਆ, ਆਪਦੇ ਫੈਸਲਿਆਂ ਤੇ ਨਹੀਂ ਜਿਹੜੇ ਰਹਿੰਦੇ, ਉਹ ਕੀ ਪੰਜਾਬ ਵਾਸਤੇ ਚੰਗਾ ਕਰਨਗੇ? ਇੱਕ 70 ਸਾਲ ਦਾ ਰਾਗ ਲਾਪ ਕੇ ਵੀ ਕੀ ਗੱਲ 70 ਸਾਲ ਤੋਂ ਪਹਿਲਾਂ ਜਿਹੜੇ ਇਹ 7 ਮਹੀਨੇ ਤੋਂ ਪਹਿਲਾਂ ਲੋਕ ਦਰਖਤਾਂ ਤੇ ਰਹਿੰਦੇ ਸੀ, ਜੰਗਲਾਂ 'ਚ ਰਹਿੰਦੇ ਸੀਗੇ, ਜਿਹੜੇ ਇਹਨਾਂ ਨੇ ਆ ਕੇ ਸਵਾਰਤਾ ਸਾਰਾ ਕੁਝ। ਅੱਜ ਲੋਕ ਕਾਰਾਂ 'ਚ ਘੁੰਮਣ ਲੱਗੇ ਇਹਨਾਂ ਨੇ, ਜਾਂ ਗੱਡੀਆਂ 'ਚ ਘੁੰਮਣ ਲੱਗੇ, ਜਾਂ ਇਹ ਲੋਡ ਠੀਕ ਕਰ ਰਹੇ ਨੇ। ਇਹ ਤਾਂ 70 ਸਾਲ ਨੂੰ ਮੈਂ ਬਣਾਤਾ ਇਹਨਾਂ ਨੇ ਵੀ 70 ਸਾਲਾਂ ਦੇ ਵਿੱਚ ਕੁਝ ਹੋਇਆ ਹੀ ਨਹੀਂਗਾ। ਇਹ 70 ਸਾਲਾਂ ਇਹ ਉਹੀ ਦੇਸ਼ ਆ, ਇਹ ਉਹੀ ਕਾਂਗਰਸ ਪਾਰਟੀ ਆ ਜਿਨ੍ਹਾਂ ਨੇ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਲੜੀ। ਤੇ 70 ਸਾਲ ਜਿਹੜਾ ਸਾਡਾ ਦੇਸ਼ ਜਿਹੜਾ 70 ਸਾਲ ਡਿਵੈਲਪਮੈਂਟ ਦੀ ਲਈ ਤੇ ਕਾਂਗਰਸ ਹੀ ਲੈ ਕੇ ਆਈ ਆ। ਇਹ ਜਿੱਦਾਂ ਮੋਦੀ ਸਾਹਿਬ ਪਹਿਲਾਂ ਕਹਿੰਦੇ ਹੁੰਦੇ ਸੀ 2014 ਮੋਦੀ ਸਾਹਿਬ ਦੇ ਜਿਹੜੇ ਸਮਰਥਕ ਨੇ ਜਾਂ ਬੀਜੇਪੀ ਦੇ ਲੀਡਰ ਨੇ ਉਹ ਵੀ ਇਹੀ ਗੱਲ ਕਹਿੰਦੇ ਸੀ। ਤੇ ਕਾਂਗਰਸ ਨੇ 60 ਸਾਲੋਂ ਮੈਂ ਕੁਝ ਨਹੀਂ ਕੀਤਾ 2014 ਚ ਆਉਣ ਤੋਂ ਪਹਿਲਾਂ। ਮੈਂ ਉਹਨਾਂ ਨੂੰ ਵੀ ਇਹੀ ਸਵਾਲ ਆ ਵੀ ਜਿਹੜਾ ਤੁਸੀਂ 2014 ਤੋਂ ਪਹਿਲਾਂ ਕੀ ਲੋਕ ਪੱਤੇ ਖਾਂਦੇ ਸੀ, ਕੀ ਲੋਕ ਜੰਗਲਾਂ ਦੇ ਵਿੱਚ ਰਹਿੰਦੇ ਸੀਗੇ,
ਇੱਕੋ ਹੀ ਗੱਲ ਤੁਸੀਂ ਬਾਰ-ਬਾਰ 70 ਸਾਲ ਦਾ ਲਾਪ ਕੇ ਤੁਸੀਂ ਲੋਕਾਂ ਨੂੰ ਬੇਵਕੂਫ ਬਣਾਈ ਜਾ ਰਹੇ ਹੋ। ਮੈਂ ਇਹਨਾਂ ਨੂੰ ਹੁਣ ਤੋਂ ਮੈਨੂੰ 2 ਮਿੰਟ ਦਾ ਸਮਾਂ ਦੇ ਦਿਓ, ਮੈਂ ਇਹਨਾਂ ਦੀਆਂ ਉਪਲਬਧੀਆਂ ਗਣਾਉਣਾ ਵੀ ਇਹਨਾਂ ਨੇ ਉਪਲਬਧੀਆਂ ਕੀ ਨੇ 7 ਮਹੀਨਿਆਂ ਦੀਆਂ। ਇਹਨਾਂ ਨੇ 7 ਮਹੀਨਿਆਂ ਦੇ ਵਿੱਚ ਬੇਹੱਦ ਸਾਡੇ ਜਿਹੜੇ ਨੌਜਵਾਨ ਨੇ ਨਸ਼ੇ ਦੀ ਦਲਦਲ ਚ, ਇਹ ਨਹੀਂ ਮੈਂ ਕਹਿੰਦਾ ਵੀ ਇਹਨਾਂ ਦੇ ਸਮੇਂ ਤੋਂ ਸ਼ੁਰੂ, ਉਹ ਪਹਿਲਾਂ ਤੋਂ ਹੋਏ ਨੇ। ਇਹਨਾਂ ਨੇ ਵਾਅਦਾ ਕੀਤਾ ਸੀ ਕਿ ਉਹਨਾਂ ਦਾ ਨਸ਼ਾ, ਉਹਨਾਂ ਨੂੰ ਜਿਹੜੇ ਨਸ਼ਾ ਕਰਦੇ ਆ ਉਹਨਾਂ ਦਾ ਨਸ਼ਾ ਛੁਡਾਵਾਂਗੇ ਤੇ ਜਿਹੜੇ ਵੇਚਦੇ ਆ ਉਹਨਾਂ ਨੂੰ ਫੜ ਕੇ ਅੰਦਰ ਦੇਵਾਂਗੇ। ਤੇ ਇਹਨਾਂ ਨੇ ਕੀ ਕੀਤਾ, ਅੱਜ ਜਿਹੜਾ ਸਾਡਾ ਪੰਜਾਬ ਆ ਨਸ਼ੇ ਦੀ ਦਲਦਲ ਚ ਦਿਨੋਂ ਦਿਨ ਧੱਸਦਾ ਜਾ ਰਿਹਾ। ਇਹਨਾਂ ਦਾ ਕੋਈ ਰੁਝਾਨ ਨਹੀਂ। ਇਹਨਾਂ ਦਾ ਰੁਝਾਨ ਪਤਾ ਕੀ ਹੈ ਕਿ ਗੁਜਰਾਤ ਜਾ ਕੇ ਅਸੀਂ ਆਪਦੀ ਪਾਰਟੀ ਦਾ ਕਿਵੇਂ ਪ੍ਰਚਾਰ ਕਰੀਏ। ਉੱਥੇ ਗੁਜਰਾਤ ਜਾ ਕੇ ਬਿਆਨ ਦਿੰਦੇ ਆ। ਇਹਨਾਂ ਦੀ ਗਲਤੀ ਮੈਂ ਆ ਜਾਣਾ ਵੀ ਸਾਨੂੰ ਸਮਾਂ ਲੱਗੂਗਾ ਸਹੀ ਕਰਨ ਵਾਸਤੇ, ਜਿਹੜਾ ਪੁਰਾਣੀਆਂ ਪਾਰਟੀਆਂ ਨੇ ਖਰਾਬ ਕੀਤਾ ਹੋਇਆ ਪੰਜਾਬ ਲਈ। ਜੇ ਫਿਰ ਗੁਜਰਾਤ ਜਾ ਕੇ ਇਹ ਬਿਆਨ ਕਿਉਂ ਦਿੰਦੇ ਨੇ ਕਿ ਗੁਜਰਾਤ ਦੇ ਵਿੱਚ ਅਸੀਂ 3 ਮਹੀਨਿਆਂ ਦੇ ਵਿੱਚ ਆਹ ਪੰਜਾਬ ਦੇ ਵਿੱਚ ਕਰ ਦਿੱਤਾ, ਪੰਜਾਬ ਨੂੰ ਅਸੀਂ ਇੰਨੀ ਲੀਹ ਤੇ ਲਿਆਏ, ਅਸੀਂ ਬਿੱਲ ਮਾਫ ਕਰ ਦਿੱਤੇ। ਅੱਜ ਰੇਤੇ ਦੀ ਗੱਲ ਕਰ ਲਓ, ਰੇਤਾ 65,000 ਰੁਪਏ ਦਾ ਟਿੱਪਰ ਆ ਰਿਹਾ ਵਾ। ਇਦੋਂ ਚੰਗਾ ਤਾਂ ਲੋਕ ਆਪ ਕਹਿ ਰਹੇ, ਅਸੀਂ ਨਹੀਂ ਕਹਿ ਰਹੇ। ਲੋਕ ਕਹਿ ਰਹੇ ਇਦੋਂ ਚੰਗਾ ਤਾਂ ਪੁਰਾਣੀਆਂ ਪਾਰਟੀਆਂ ਸੀਗੀਆਂ, ਜਿਹੜਾ 10-15,000 ਨੂੰ ਟਿੱਪਰ ਦਾ ਰੇਤੇ ਦਾ ਮਿਲ ਜਾਂਦਾ ਸੀਗਾ। ਇਹ ਸਿਰਫ ਆਪਦੀ ਪਾਰਟੀ ਨੂੰ ਕਿਵੇਂ ਨੈਸ਼ਨਲ ਲੈਵਲ ਤੇ ਲੈ ਕੇ ਜਾਣਾ, ਉਸ ਤੋਂ ਇਲਾਵਾ ਕੋਈ ਸੋਚ ਨਹੀਂ। ਇਹ ਕਹਿੰਦੇ ਸੀਗੇ ਅਸੀਂ ਜਿਹੜੀ ਆ ਸੱਚੀ ਸੁੱਚੀ ਰਾਜਨੀਤੀ ਕਰਾਂਗੇ। ਇਹਨਾਂ ਦੇ ਮੰਤਰੀਆਂ ਦੇ ਆਡੀਓ ਆ ਰਹੇ ਆ, ਸਕੈਮ ਆ ਰਹੇ ਆ, ਤੇ ਇਹਨਾਂ ਦੇ ਇੱਕ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਬਿਆਨ ਦਿੰਦੇ ਆ ਜਿਹੜਾ ਦਿੱਲੀ ਬੇਇੱਜ਼ਤੀ ਜਾਂ ਚੰਡੀਗੜ੍ਹ ਬੇਇੱਜ਼ਤੀ ਤੁਸੀਂ ਕਾਰਵਾਈ ਦੀ ਗੱਲ ਕਰਦੇ ਹੋ, ਤੁਹਾਡੇ ਮੀਡੀਆ ਦੇ ਸਾਥੀਆਂ ਨੂੰ ਉਹਨਾਂ ਨੇ ਜਵਾਬ ਦਿੱਤਾ ਵਾ। ਤਾਂ ਸੋ ਹੰਕਾਰ ਇਹਨਾਂ ਦਾ ਜਿਹੜਾ ਦਿਨੋਂ ਦਿਨ ਵੱਧਦਾ ਜਾ ਰਿਹਾ ਵਾ, ਕਿਉਂਕਿ ਦੇਖੋ ਜਿਹੜੇ ਬਿਲਕੁਲ ਜਿਨ੍ਹਾਂ ਦੇ ਕੋਲ ਐਕਸਪੀਰੀਅੰਸ ਨਹੀਂ ਸੀ ਸੱਤਾ ਦਾ, ਜਾਂ ਜਿਨ੍ਹਾਂ ਨੂੰ ਪਤਾ ਨਹੀਂ ਸੀ ਵੀ ਕੰਮ ਕਿੱਦਾਂ ਹੁੰਦੇ ਆ, ਅੱਜ ਵੀ ਕਈ ਐਮਐਲਏ ਨੇ ਸਾਨੂੰ ਲੋਕ ਆ ਕੇ ਮਿਲਦੇ ਆ, ਉਹ ਜੇ ਕੋਈ ਕੰਮ ਕਰਾਉਣ ਜਾਂਦੇ ਆ ਉਹ ਇਹ ਪੁੱਛਦੇ ਆ ਵੀ ਕਹਿਣਾ ਕੀ ਆ ਅਫਸਰ ਨੂੰ, ਤੁਸੀਂ ਦੱਸੋ। ਮੈਨੂੰ ਨਹੀਂ ਪਤਾ ਹੈ ਕੀ ਕਹਿਣਾ ਕਿਹੜੇ ਅਫਸਰ ਨੂੰ, ਜਿਹੜਾ ਤੁਹਾਡਾ ਕੰਮ ਆ ਤੁਸੀਂ ਮੈਨੂੰ ਸਮਝਾਓ। ਮੈਂ ਹਲੇ ਤੱਕ ਤਾਂ ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ, ਕਲਾਸਾਂ ਲੈ ਰਹੇ ਆ ਅਸੈਂਬਲੀ ਦੇ ਵਿੱਚ ਬੋਲਣਾ ਕਿਵੇਂ, ਜਾ ਕੇ ਆਪਣਾ ਵਿਧਾਨ ਸਭਾ 'ਚ ਕਿੱਦਾਂ ਬੋਲਣਾ। ਹਲੇ ਚਲੋ ਇਹ ਕੋਈ ਵੱਡੀ ਗੱਲ ਨਹੀਂ ਹੈ। ਇਹ ਜਿਹੜਾ ਪਹਿਲੀ ਢਿੱਡੋਂ ਜੰਮਦਾ ਦਾ ਕੋਈ ਸਿੱਕੇ ਨਹੀਂ ਆਉਂਦਾ, ਹੌਲੀ ਹੌਲੀ ਬੰਦੇ ਨੂੰ ਤਜਰਬਾ ਆਉਂਦਾ ਹੁੰਦਾ। ਪਰ ਲੋਕਾਂ ਦੇ ਵਿੱਚ ਜਿਹੜੀ ਪਰਸੈਪਸ਼ਨ ਬਣਾ ਰਹੇ ਆ, ਲੋਕਾਂ ਦੇ ਵਿੱਚ ਨੈਰੇਟਿਵ ਸੈੱਟ ਕਰਨਾ ਚਾਹੁੰਦੇ ਆ, ਇਹਨਾਂ ਨੂੰ ਤਾਂ ਜਵਾਬ 2 ਮਹੀਨਿਆਂ ਦੇ ਵਿੱਚ ਸੰਗਰੂਰ ਦੀ ਜਨਤਾ ਨੇ ਦੇ ਦਿੱਤਾ ਸੀਗਾ ਕਿ 2 ਮਹੀਨਿਆਂ ਦੇ ਵਿੱਚ ਤੁਹਾਡਾ ਰਿਜ਼ਲਟ ਆ ਵਾ, ਤੁਸੀਂ ਆਹ ਕੀਤਾ ਵਾ। ਤੇ ਅੱਜ ਦੇ ਕੱਲ ਨੂੰ ਅੱਜ ਕੱਲ ਚ ਜਿਹੜੀ ਇਲੈਕਸ਼ਨ ਹੋ ਜਾਵੇ, ਕੋਈ ਪੰਜਾਬ ਦੇ ਵਿੱਚ ਇਲੈਕਸ਼ਨ ਹੋ ਜਾਵੇ, ਆ 7 ਮਹੀਨਿਆਂ ਦਾ ਰਿਜ਼ਲਟ ਵੀ ਲੋਕਾਂ ਨੇ ਇਹਨਾਂ ਨੂੰ ਦੇ ਦੇਣਾ ਵਾ। ਤੁਸੀਂ ਕਿਸੇ ਮੀਡੀਆ ਚੈਨਲ ਦਾ, ਜਿਹੜਾ ਵੈਬ ਚੈਨਲ ਨੇ, ਕਿਸੇ ਦੇ ਕਮੈਂਟ ਖੋਲ ਕੇ ਦੇਖਿਓ। ਮੈਂ ਇਹ ਚੈੱਕ ਕਰਦਾ ਹੁੰਦਾ ਸੀ ਕਿ ਜਦੋਂ ਸਰਕਾਰ ਬਣੀ ਤੇ ਇਹਨਾਂ ਦੇ ਹੱਕ ਦੇ ਵਿੱਚ 100 ਦੇ ਵਿੱਚੋਂ 80% ਇਹਨਾਂ ਦੇ ਹੱਕ 'ਚ ਲੋਕ ਬੋਲਦੇ ਹੁੰਦੇ ਸੀ। ਅੱਜ 100 ਦੇ ਵਿੱਚੋਂ 95% ਲੋਕ ਇਹਨਾਂ ਦੇ ਖਿਲਾਫ ਬੋਲਦੇ, ਤੇ 5% ਲੋਕ ਨੇ ਜਿਹੜੇ ਉਹ ਇਹਨਾਂ ਦੇ ਹੱਕ 'ਚ ਬੋਲਦੇ ਆ। ਉਹ ਵੀ ਇਹਨਾਂ ਦੇ ਜਿਹੜੇ ਆਈਟੀ ਚੈਨਲ ਨੇ, ਜੋ ਆਈਟੀ ਸੈੱਲ ਇਹਨਾਂ ਦਾ ਆਪਰੇਟ ਕਰ ਰਿਹਾ ਵਾ, ਫੇਕ ਆਈਡੀਆਂ ਬਣਾ ਕੇ ਉਹ ਕਰ ਰਹੇ ਆ। ਭਾਜਪਾ ਦੀ ਬੀ ਟੀਮ ਤੋਂ ਇਲਾਵਾ ਇਹ ਕੁਝ ਨਹੀਂ ਕਰ ਰਹੇ। ਇਹਨਾਂ ਨੂੰ ਇਹ ਆ ਵੀ ਕਾਂਗਰਸ ਨੂੰ ਕਿੱਦਾਂ ਹਾਸ਼ੀਏ ਤੇ ਲੈ ਕੇ ਆਇਆ ਜਾਵੇ। ਇਹ ਅੱਜ ਗੁਜਰਾਤ 'ਚ ਜਿਹੜੀ ਭੂਮਿਕਾ ਨਿਭਾ ਰਹੇ ਆ, ਉੱਥੇ ਵੀ ਇਹੀ ਨਿਭਾ ਰਹੇ ਆ, ਕਿਵੇਂ ਕਾਂਗਰਸ ਦਾ ਵੋਟ ਭੰਨ ਕੇ ਬੀਜੇਪੀ ਨੂੰ ਫਾਇਦਾ ਪਹੁੰਚਾਇਆ ਜਾਵੇ। ਹਿਮਾਚਲ 'ਚ ਵੀ ਇਹਨਾਂ ਦੀ ਇਹੀ ਰਣਨੀਤੀ ਆ। ਸੋ ਜਿਹੜੀ ਇਹਨਾਂ ਦੀਆਂ ਉਪਲਬਧੀਆਂ ਨੇ, ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਹੈਲੀਕਾਪਟਰ ਨੂੰ ਰੇੜਾ ਬਣਾ ਰੱਖਿਆ। ਮੈਂ ਜੇ 7 ਮਹੀਨਿਆਂ ਦਾ ਇਹਨਾਂ ਦਾ ਬਿਊਰਾ ਭਾਰਤੀ ਕਢਾ ਕੇ ਰੱਖੀਏ, ਸਾਡੇ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਵਿੱਚ 7 ਮਹੀਨਿਆਂ ਦੇ ਵਿੱਚੋਂ ਮੈਨੂੰ ਲੱਗਦਾ 2 ਮਹੀਨੇ ਪੰਜਾਬ ਦੇ ਵਿੱਚ ਰਹੇ ਹੋਣੇ, ਤੇ 5 ਮਹੀਨੇ ਦਿੱਲੀ, ਕਦੇ ਬਾਹਰ, ਕਦੇ ਗੁਜਰਾਤ, ਕਦੇ ਹਿਮਾਚਲ ਜੀ। ਸੋ ਬੇਵਕੂਫ ਬਣਾਉਣਾ ਲੋਕਾਂ ਨੂੰ ਬੰਦ ਕਰਨ। ਸਮਾਂ 5 ਸਾਲ ਦਾ ਤੁਹਾਡੇ ਕੋਲੇ ਹੈਗਾ ਵਾ, ਲੋਕਾਂ ਨੂੰ ਕੁਝ ਕਰਕੇ ਦਿਖਾਓ ਤਾਂ ਲੋਕ ਤੁਹਾਨੂੰ ਅੱਗੇ ਵੀ ਮੌਕਾ ਦੇਣ। ਲੋਕ ਤਾਂ ਮਨ ਬਣਾਈ ਬੈਠੇ ਆ 2024 ਵਾਸਤੇ ਹੀ। ਜੇ ਇਹਨਾਂ ਦਾ ਇੱਕ MP ਵੀ ਜਿੱਤ ਗਿਆ, ਜੋ ਕਹੋਗੇ ਦੇਣਦਾਰ ਹੋਵਾਂਗੇ। ਲੋਕਾਂ ਦਾ ਇੰਨਾ ਰੋਹ ਕਦੇ ਵੀ ਕਿਸੇ ਸਰਕਾਰ ਦੇ ਖਿਲਾਫ ਨਹੀਂ ਦੇਖਿਆ ਸੀਗਾ। ਲੇਕਿਨ ਤੁਸੀਂ ਕਹਿ ਰਹੇ ਹੋ ਕਿ ਨਵੇਂ ਲੋਕ ਨੇ, ਐਕਸਪੀਰੀਅੰਸ ਨਹੀਂ ਹੈ, ਬਟ ਵਿਰੋਧੀ ਪਾਰਟੀਆਂ ਦੇ ਤੌਰ ਤੇ ਤੁਸੀਂ ਵੀ ਤਾਂ ਸੁਝਾਅ ਦੇ ਸਕਦੇ ਹੋ, ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਹ ਨਿਭਾ ਸਕਦੇ ਹੋ। ਇਸ ਵਿੱਚ ਕੋਈ ਗਲਤ ਤਾਂ ਹੈ ਨਹੀਂ। ਸਾਡੇ LOP ਲੀਡਰ ਨੇ, ਸਾਡੇ MLA ਸਾਹਿਬਾਨਾਂ ਨੇ ਵਿਧਾਨ ਸਭਾ 'ਚ ਬਹੁਤ ਸੁਝਾਅ ਦੇਣ ਦੀ ਕੋਸ਼ਿਸ਼ ਕੀਤੀ। ਇਹ ਤਾਂ ਸਾਡੇ ਲੀਡਰਾਂ ਦਾ ਮਜ਼ਾਕ ਉਡਾਉਂਦੇ ਆ, ਕਿਉਂਕਿ ਭਗਵੰਤ ਮਾਨ ਸਿੰਘ ਮਾਨ ਨੇ ਜਿਹੜੇ ਮੁੱਖ ਮੰਤਰੀ ਨੇ, ਉਹ ਜੱਗ ਜ਼ਾਹਿਰ ਆ ਕਿ ਉਹ ਇੱਕ ਕਾਮੇਡੀ ਆਰਟਿਸਟ ਸੀਗੇ, ਉਹਨਾਂ ਨੂੰ ਗੱਲ ਬਹੁਤ ਆਉਂਦੀ ਆ। ਉਹ ਮਜ਼ਾਕ ਬਣਾਉਂਦੇ ਅੱਜ ਸਾਡਾ ਕੋਈ ਸੁਝਾਅ, ਸਾਡਾ ਕੋਈ ਲੀਡਰ ਸੁਝਾਅ ਦਿੰਦਾ, ਅਸੀਂ ਕਿੱਥੋਂ ਦੇਈਏ। ਅਸੀਂ ਤਾਂ ਪੰਜਾਬ ਦੇ ਭਲੇ ਲਈ ਇਹਨੂੰ ਸੁਝਾਅ ਦਿੰਦੇ ਆ, ਪਰ ਇਹ ਲੈਣਾ ਨਹੀਂ ਚਾਹੁੰਦੇ। ਜੇ ਲੈਣਾ ਚਾਹਣ, ਅਸੀਂ ਤਾਂ ਪੰਜਾਬ ਦੇ ਭਲੇ ਲਈ ਜੋ ਕਹਿਣਗੇ ਅਸੀਂ ਇਹਨਾਂ ਦੇ ਨਾਲ ਖੜਨ ਲਈ ਤਿਆਰ ਆ। SYL ਦੇ ਮੁੱਦੇ ਦੇ ਉੱਤੇ
ਕੱਢਿਆ ਪਾਇਆ ਉੱਥੇ ਕੀ ਸਿਰਫ ਗੱਲ ਛੱਡਤੀ ਪ੍ਰਧਾਨ ਮੰਤਰੀ ਦੇ ਉੱਤੇ। ਇਹ ਬਣਾਇਆ ਇਹਨਾਂ ਨੇ ਲੋਕਾਂ ਦੇ ਵਿੱਚ ਨੈਰੇਟਿਵ ਇਦਾਂ ਦਾ ਸੈੱਟ ਕਰਤਾ ਵੀ ਅੱਜ ਹੀ SYL ਦਾ ਮੁੱਦਾ ਹੱਲ ਕਰ ਦਾਂਗੇ, ਪਰ ਉੱਥੇ ਜਾ ਕੇ ਗੱਲ ਛੱਡਤੀ ਸਾਡੇ ਚੀਫ ਮਿਨਿਸਟਰ ਨੇ ਕਿ ਪ੍ਰਾਈਮ ਮਿਨਿਸਟਰ ਤੇ ਛੱਡ ਦਿਓ ਗੱਲ। ਪ੍ਰਾਈਮ ਮਿਨਿਸਟਰ ਕਿਸ ਦਾ ਵਾ? ਜਿਹਦੀ ਹਰਿਆਣਾ ਦੇ ਵਿੱਚ ਸਰਕਾਰ ਆ, BJP ਦੀ ਸਰਕਾਰ ਆ, ਤੇ ਪ੍ਰਾਈਮ ਮਿਨਿਸਟਰ ਕਿਹਦੀ ਗੱਲ ਸੁਣੂ? ਜਿਹੜੇ ਪੰਜਾਬ ਦੇ ਲਈ ਪਹਿਲਾਂ ਹੀ ਪੰਜਾਬ ਦੇ ਖਿਲਾਫ ਚੱਲ ਰਹੇ ਆ। ਪੰਜਾਬ ਨੂੰ ਅੱਜ ਤੱਕ 8 ਸਾਲ ਸਰਕਾਰ ਬਣੀ ਨੂੰ ਹੋ ਗਏ ਉਹਨਾਂ ਦੀ ਨੂੰ, ਅੱਜ ਤੱਕ ਕੋਈ ਪੰਜਾਬ ਨੂੰ ਪੈਕੇਜ ਨਹੀਂ ਦਿੱਤਾ ਗਿਆ। ਉਹ ਕਿੱਥੋਂ ਪੰਜਾਬ ਦਾ ਭਲਾ ਸੋਚ ਲੈਣਗੇ? ਅਸੀਂ ਤਾਂ ਇਹਨਾਂ ਦੀ ਮਦਦ ਕਰਨ ਲਈ ਤਿਆਰ ਆ। ਸਾਨੂੰ ਕਹਿਣ ਤਾਂ ਸਹੀ ਵੀ ਕੀ ਸੁਝਾਅ ਚਾਹੀਦਾ। ਸਾਡੇ ਲੀਡਰ ਤਿਆਰ ਨੇ, ਆਮ ਲੋਕਾਂ ਦੀ ਗੱਲ ਨਹੀਂ ਸੁਣ ਰਹੇ, ਸਾਡੀ ਗੱਲ ਕਿੱਥੋਂ ਸੁਣਨ? ਕਿਸ ਦਾ ਵਿਰੋਧ? ਇਹਨਾਂ ਦੀ ਇੱਕੋ ਹੀ ਸੋਚ ਆ, ਕਿਵੇਂ ਵੈਂਡੇਟਾ ਕਰਕੇ ਕਾਂਗਰਸ ਦੇ ਲੀਡਰਾਂ ਨੂੰ ਅੰਦਰ ਤੁੰਨ ਦਈਏ। ਜਿਹੜੇ ਅਕਾਲੀ ਦਲ ਦੇ ਲੀਡਰ ਨੇ ਇਹ ਬੜੀਆਂ ਗੱਲਾਂ ਕਰਦੇ ਸੀਗੇ, ਉਦੋਂ ਮਜੀਠੀਆ ਸਾਹਿਬ ਤੋਂ ਮਾਫੀ ਮੰਗ ਗਏ। ਹੁਣ ਮਜੀਠੀਆ ਸਾਹਿਬ ਦੀ ਜੋ ਜ਼ਮਾਨਤ ਲੱਗੀ ਸੀਗੀ, ਇਹਨਾਂ ਤੋਂ ਪੱਖ ਹੀ ਨਹੀਂ ਪੇਸ਼ ਹੋਇਆ, ਇਹਨਾਂ ਤੋਂ ਰਿਪੋਰਟ ਨਹੀਂ ਪੇਸ਼ ਹੋਈ SIT ਦੀ ਉੱਥੇ। ਤਾਂ ਹੀ ਤਾਂ ਜੱਜ ਸਾਹਿਬ ਨੇ ਸਟ੍ਰਿਕਟਲੀ ਆਰਡਰ ਕੀਤਾ ਵਾ ਵੀ ਜਿਹੜਾ ਸਰਕਾਰ ਸਟੇਟ ਆ ਉਹ ਆਪਦਾ ਪੱਖ ਤਾਂ ਰੱਖੇ। ਇਹਨਾਂ ਨੇ ਪੱਖ ਹੀ ਨਹੀਂ ਰੱਖਿਆ, ਉਹਨਾਂ ਨੂੰ ਬੇਲ ਅਪਰੂਵ ਹੋ ਗਈ। ਠੀਕ ਹੈ ਕੁਲਜੀਤ ਜੀ, ਤੁਹਾਡੀ ਗੱਲ ਆ ਗਈ ਹੈ। ਤੇ ਇੰਦਰਜੀਤ ਜੀ, ਤੁਸੀਂ ਸੁਣਿਆ ਕਿ ਸਾਰੇ ਬੁਲਾਰੇ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕ ਰਹੇ ਨੇ ਕਿ 7 ਮਹੀਨੇ ਦੇ ਵਿੱਚ ਤੁਸੀਂ ਦੱਸਿਆ ਉਪਲਬਧੀਆਂ, ਇਹਨਾਂ ਨੇ ਦੱਸਿਆ ਕਿ ਕੀ ਕੁਝ ਨਹੀਂ ਹੋਇਆ। ਇਹਨਾਂ ਸਾਰਿਆਂ ਨੂੰ ਤੁਹਾਡਾ ਕੀ ਜਵਾਬ ਹੈ? ਦੇਖੋ, ਜੇਕਰ ਇੱਥੇ ਇੱਕ ਨਿਰਪੱਖ ਟਿੱਪਣੀਕਾਰ ਹੁੰਦਾ ਤਾਂ ਵਧੀਆ ਸੀ ਗੱਲ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ ਤੇ ਗੱਲ ਜਿਹੜੀ ਹੈ ਨਿਚੜ ਕੇ ਸਾਹਮਣੇ ਆਉਂਦੀ ਵੀ ਇਹ ਕੀ ਕਹਿ ਰਹੇ ਨੇ, ਕੀ ਕਰ ਰਹੇ ਨੇ, ਪਤਾ ਲੱਗ ਜਾਂਦਾ। ਪਰ ਇਹ ਜਿਹੜੀ ਇਹਨਾਂ ਦਾ ਤਾਂ ਬਸ ਇੱਕੋ ਹੀ ਹੈ ਵੀ ਪਿੱਛੋਂ ਤਿਆਰ ਕਰਕੇ ਲੈ ਕੇ ਆਏ ਨੇ ਮਸਾਲਾ ਵੀ ਆਹ ਕਹਿਣਾ ਹੈ ਬਸ। ਜਦੋਂ ਕਿ ਪੰਜਾਬ ਦੇ ਵਿੱਚ ਬਿਜਲੀ ਦਾ ਕੋਈ ਕੱਟ ਨਹੀਂ, ਕੋਈ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈਗੀ, ਕਿਸਾਨਾਂ ਨੂੰ ਫੁੱਲ ਬਿਜਲੀ ਮਿਲੀ ਹੈ। ਇਹ ਕਹਿ ਰਹੇ ਨੇ ਕਿ ਪੱਖੀਆਂ ਝੱਲਣੀਆਂ ਪੈ ਰਹੀਆਂ ਨੇ। ਮੇਰੇ ਖਿਆਲ 'ਚ ਮੈਂ ਤਾਂ ਹੈਰਾਨ ਆ, ਔਰ ਇਹ ਪੰਜਾਬ ਦੇ ਲੋਕ ਸੁਣ ਵੀ ਰਹੇ ਹੋਣਗੇ ਵੀ ਉਹਨਾਂ ਨੂੰ ਪੱਖੀਆਂ ਝੱਲਣੀਆਂ ਪੈ ਰਹੀਆਂ ਨੇ ਕਿ ਨਹੀਂ। ਕਿਸਾਨਾਂ ਨੂੰ ਵੀ ਇਹ ਪਤਾ ਲੱਗ ਰਿਹਾ ਹੋਊਗਾ ਕਿ ਉਹਨਾਂ ਨੂੰ ਬਿਜਲੀ ਨਿਰਵਿਘਨ ਮਿਲੀ ਹੈ ਕਿ ਨਹੀਂ ਮਿਲੀ। ਔਰ ਜਿਹੜਾ ਹੁਣ ਨਾਲ ਦੀ ਨਾਲ ਪੇਮੈਂਟ ਹੋ ਰਹੀ ਹੈ, ਉਹਨਾਂ ਦੀ ਫਸਲਾਂ ਦੀ ਅਦਾਇਗੀ ਹੋ ਰਹੀ ਹੈ, ਉਹ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈ। ਜਾ ਕੇ ਉੱਥੇ ਜਾ ਕੇ ਇਹਨਾਂ ਨੂੰ ਨੁਕਸ ਨਹੀਂ ਕੱਢਿਆ ਜਾ ਰਿਹਾ। ਇਸ ਕਰਕੇ ਜਦੋਂ ਇਹਨਾਂ ਦਾ ਕੋਈ ਟਾਈਮ ਹੁੰਦਾ ਸੀ ਉਦੋਂ ਕੋਈ ਵੀ ਇਹਨਾਂ ਦੇ ਵੇਲੇ ਤੇ ਇਹਨਾਂ ਦੀਆਂ ਸਰਕਾਰਾਂ ਦੇ ਵੇਲੇ ਇਹਨਾਂ ਦੇ ਮੰਡੀਆਂ ਦੇ ਵਿੱਚ ਬੜੀ ਬੁਰੀ ਹਾਲਤ ਹੁੰਦੀ ਸੀ। ਔਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹਦੇ ਵਿੱਚ ਮੰਡੀਆਂ 'ਚ ਕਿਸਾਨ ਜਿਹੜਾ ਖੁਸ਼ ਨਜ਼ਰ ਆ ਰਿਹਾ। ਔਰ ਦੂਜੀ ਗੱਲ ਜਿਹੜੀ ਇਹ ਗੱਲ ਕਰਦੇ ਨੇ ਲਾ ਐਂਡ ਆਰਡਰ ਦੀ ਗੱਲ ਕਰਦੇ ਨੇ, ਤੁਸੀਂ ਆਮ ਆਦਮੀ ਪਾਰਟੀ ਦੇ ਪਹਿਲੇ 3 ਮਹੀਨਿਆਂ ਨੂੰ ਦੇਖ ਲਓ, ਬਾਅਦ ਵਾਲੇ 3 ਮਹੀਨਿਆਂ ਨੂੰ ਦੇਖ ਲਓ। ਠੀਕ ਹੈ, ਇਹ ਜਿਹੜੀਆਂ ਇੱਕਾ ਦੁੱਕਾ ਕੋਈ ਘਟਨਾ, ਕੋਈ ਕਾਲਾ ਭੇੜੀਆ ਹੁੰਦਾ ਹੈ ਹਰ ਥਾਂ ਤੇ, ਕੋਈ ਜਿਹੜੇ ਤੁਹਾਨੂੰ ਪਤਾ ਵੀ ਅਫਸਰਾਂ ਦੇ ਵਿੱਚ, ਮੁਲਾਜ਼ਮਾਂ ਦੇ ਵਿੱਚ ਮਾੜੇ ਚੰਗੇ ਲੋਕ ਹੋ ਸਕਦੇ ਨੇ, ਜਿੱਥੇ ਕਿਤੇ 2-3 ਗਲਤੀਆਂ ਕਿਤੇ ਹੋਈਆਂ। ਨਹੀਂ ਤਾਂ ਪਹਿਲਾਂ ਤੁਸੀਂ ਦੇਖੋ ਵੀ ਨਿੱਤ ਇੱਕ ਦਿਨ 'ਚ 4-4 ਘਟਨਾਵਾਂ ਹੁੰਦੀਆਂ ਸਨ। ਪਰ ਹੁਣ ਜਿਹੜੀ ਆਮ ਆਦਮੀ ਪਾਰਟੀ ਦਾ ਲਾਸਟ ਵਾਲੇ 4 ਮਹੀਨੇ ਅਖੀਰਲੇ ਨੇ, ਇਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀਆਂ ਕੋਈ ਵਾਰਦਾਤਾਂ, ਕੋਈ ਘਟਨਾਵਾਂ, ਕਿਤੇ ਕੋਈ ਬਹੁਤ ਜ਼ਿਆਦਾ ਕਮੀ ਹੈ ਜਿਹੜੀ ਉਹਦੇ ਵਿੱਚ ਆਈ ਹੈ। ਹੁਣ ਪਿਛਲੇ 1-2-4-10 ਦਿਨਾਂ ਨੂੰ ਜੇ ਆਪਾਂ ਛੱਡ ਦਈਏ ਤਾਂ ਬਾਕੀ ਜਿਹੜਾ ਕੋਈ ਇਸ ਤਰ੍ਹਾਂ ਦੀ ਕੋਈ ਸੁਣਨ ਨੂੰ ਨਹੀਂ ਮਿਲੀ। ਔਰ ਇਸੇ ਤਰੀਕੇ ਨਾਲ ਅਜੇ ਮੈਂ ਹੁਣ ਸੁਣ ਰਿਹਾ ਸਾਂ, ਨਸ਼ੇ ਦੇ ਉੱਪਰ ਹੀ ਸੁਣ ਰਿਹਾ ਸਾਂ। ਵੈਸੇ ਤਾਂ ਨਸ਼ੇ ਦੇ ਉੱਪਰ ਜਿਹੜਾ ਇੰਨਾ ਕੰਟਰੋਲ ਔਰ ਇੰਨਾ ਜਿਹੜਾ ਕੰਮ ਕੀਤਾ ਹੈ ਪੰਜਾਬ ਪੁਲਿਸ ਨੇ, ਔਰ ਤੁਸੀਂ ਵੇਖੋ ਵੀ ਪੰਜਾਬ ਦੇ ਵਿੱਚ ਤਾਂ ਜਿਹੜਾ ਇਹਦੇ ਫੜਿਆ ਗਿਆ ਨਸ਼ਾ ਪਿਛਲੇ ਦਿਨੀ 38 ਕਿਲੋਗ੍ਰਾਮ ਜਿਹੜਾ ਹੈਗਾ ਪਿਛਲੇ ਮਹੀਨੇ ਜਿਹੜਾ ਆਇਆ ਸੀ, ਉਹ ਹੀਰੋਇਨ ਜਿਹੜੀ ਹੈ ਉਹ ਫੜੀ ਗਈ ਸੀ। ਪਰ ਇੱਥੋਂ ਤੱਕ ਕਿ ਗੁਜਰਾਤ ਪੁਲਿਸ ਵੀ ਇਸ ਗੱਲ ਦੀ ਸਰਾਹਨਾ ਕਰ ਰਹੀ ਹੈ ਕਿ ਉੱਥੇ 78 ਕਿਲੋਗ੍ਰਾਮ ਉੱਥੇ ਜਿਹੜੀ ਹੈ ਉਹ ਹੀਰੋਇਨ ਜਿਹੜੀ ਹੈ ਉਹ ਫੜੀ ਗਈ। ਔਰ ਪੰਜਾਬ ਪੁਲਿਸ ਦੀ ਇਨਫੋਰਮੇਸ਼ਨ ਤੇ ਜਿਹੜੀ ਉਹ ਫੜੀ ਗਈ, ਉਹ ਵੀ ਸਰਾਹਨਾ ਕਰ ਰਹੀ ਹੈ ਵੀ ਕਿੰਨੀ ਮੁਸਤੈਦੀ ਨਾਲ ਕੰਮ ਕਰ ਰਹੇ ਨੇ। 73 ਕਿਲੋਗ੍ਰਾਮ ਜਿਹੜੀ ਮਹਾਰਾਸ਼ਟਰ ਦੇ ਵਿੱਚ ਜਿਹੜੀ ਹੈ ਹੀਰੋਇਨ ਜਿਹੜੀ ਉੱਥੇ ਫੜੀ ਗਈ, ਪਿਛਲੇ ਹਫ਼ਤੇ ਦਾ ਹੀ ਜਿਹੜਾ ਬਿਊਰਾ ਦਿੱਤਾ ਹੈ। ਔਰ 271 FIRs ਜਿਹੜੀਆਂ ਨੇ ਨਸ਼ੇ ਦੇ ਉੱਪਰ ਪਿਛਲੇ ਹਫ਼ਤੇ 'ਚ ਹੀ ਜਿਹੜੀਆਂ ਇੱਕ ਹਫ਼ਤੇ ਦੇ ਅੰਦਰ ਜਿਹੜੀਆਂ ਨੇ ਦਰਜ ਹੋਈਆਂ ਨੇ। 352 ਡਰੱਗ ਸਮਗਲਰ ਜਿਹੜੇ ਨੇ ਇਹਦੇ ਵਿੱਚ ਜਿਹੜੇ ਨੇ ਕਾਬੂ ਕੀਤੇ ਗਏ ਨੇ। 11 PO ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ। ਔਰ ਇਸੇ ਹਫ਼ਤੇ ਹੀ ਜਿਹੜਾ 11 ਕਿਲੋ ਤੇ 56 ਜਿਹੜੀ ਗ੍ਰਾਮ ਜਿਹੜੀ ਹੈ ਉਹ ਹੀਰੋਇਨ ਜਿਹੜੀ ਹੈ ਉਹ ਇਸੇ ਹਫ਼ਤੇ ਜਿਹੜੀ ਹੈ ਉਹ ਫੜੀ। ਜੀ
ਜਿਹੜਾ ਕੰਮ ਕਰ ਰਹੇ ਨੇ ਔਰ ਜਿਹੜੀ ਕਰਜ਼ੇ ਦੀ ਇਹ ਗੱਲ ਕਰਦੇ ਨੇ, ਕਰਜ਼ਾ ਲੈ ਲਿਆ ਜਾਂ ਕਰ ਲਿਆ, ਹੁਣ ਕੋਈ ਇਹਨਾਂ ਕੋਲ ਕੋਈ ਪੁਖਤਾ ਕੋਈ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਜਾਂ ਗੱਲਬਾਤ ਨਹੀਂ ਹੈਗੀ, ਐਵੇਂ ਜੋ ਮਰਜ਼ੀ ਕਹੀ ਜਾਣ। ਪਰ ਤੁਹਾਨੂੰ ਯਾਦ ਦਿਵਾ ਦਈਏ ਕਿ ਪਿਛਲੇ 3 ਮਹੀਨੇ ਪਹਿਲੇ 3 ਮਹੀਨਿਆਂ ਜ਼ਰੂਰ ਜਿਹੜੀ ਉਹ ਡਾਟਾ ਜਿਹੜਾ ਉਹ ਸਾਹਮਣੇ ਆਇਆ ਸੀ, ਤਾਂ ਉਦੋਂ ਜਿਹੜਾ 10,000 ਕਰੋੜ ਦਾ ਕਰਜ਼ਾ ਜ਼ਰੂਰ ਲੈਣਾ ਪਿਆ ਸੀ, ਕਿਉਂਕਿ ਉਦੋਂ ਜਿਹੜਾ ਹੈਗਾ ਸੀ, ਉਦੋਂ ਖਾਲੀ ਪੀਪਾ ਇਹਨਾਂ ਨੇ ਪੰਜਾਬ ਵਾਸੀਆਂ ਦੇ ਹਵਾਲੇ ਕੀਤਾ ਸੀ, ਜਿਹਨੂੰ ਅਸੀਂ ਖਜ਼ਾਨਾ ਬਣਾਉਣ ਦਾ ਯਤਨ ਕਰ ਰਹੇ ਹਾਂ। ਔਰ ਮੈਂ ਆਪਦੇ ਡਾਟੇ ਨਾਲ ਤੁਹਾਨੂੰ ਦੱਸਿਆ ਵੀ ਹੈ ਕਿ ਐਕਸਾਈਜ਼ ਦੇ ਵਿੱਚ 11,700 ਜਿਹੜਾ ਕਰੋੜ 70 ਕਰੋੜ ਰੁਪਏ ਦਾ ਵਾਧਾ ਜਿਹੜਾ ਅਸੀਂ ਉਹ ਕੀਤਾ 1170 ਕਰੋੜ ਦਾ। ਔਰ ਇਸ ਤਰੀਕੇ ਨਾਲ, ਔਰ ਇਸ ਤੋਂ ਇਲਾਵਾ ਤੁਹਾਨੂੰ ਮੈਂ ਦੱਸਣਾ ਚਾਹਾਂਗਾ, ਐਡਵਰਟਾਈਜ਼ਮੈਂਟ ਦੀ ਵਾਰ-ਵਾਰ ਇਹ ਇਲਜ਼ਾਮ ਲਾਉਂਦੇ ਨੇ। ਐਡਵਰਟਾਈਜ਼ਮੈਂਟ ਜਿਹੜਾ ਕੰਮ ਕੀਤੇ ਹੋਏ ਨੇ ਜਿਹੜੇ, ਉਹਨਾਂ ਦੀ ਕਿਤੇ ਐਡਵਰਟਾਈਜ਼ਮੈਂਟ ਹੋਊਗੀ ਤਾਂ ਪੰਜਾਬ ਵਿੱਚ ਕੁਦਰਤੀ ਤੌਰ ਤੇ ਜਿਹੜੇ ਅੱਛੇ ਮਾਹੌਲ ਦਾ ਜਦੋਂ ਸੁਨੇਹਾ ਜਾਊਗਾ ਨਾਲ ਦੇ ਸੂਬਿਆਂ ਵਿੱਚ ਔਰ ਬਾਹਰਲੇ ਜਿਹੜੇ ਵਿਦੇਸ਼ਾਂ ਦੇ ਵਿੱਚੋਂ ਵੀ ਜਿਹੜਾ ਕੁਦਰਤੀ ਤੌਰ ਤੇ ਇਨਵੈਸਟਮੈਂਟ ਜਿਹੜੀ ਹੈ ਉਹ ਵਧੂਗੀ। ਇਸ ਗੱਲ ਵਿੱਚ ਕੋਈ ਗਲਤ ਨਹੀਂ ਹੈਗਾ। ਇਹ ਪਾਰਟ ਹੈ ਜਿਹੜਾ ਸਰਕਾਰ ਦਾ ਪਹਿਲਾਂ ਵੀ ਹੁੰਦੀ ਸੀ, ਹੁਣ ਵੀ ਹੁੰਦੀ ਸੀ। ਚੰਨੀ ਸਰਕਾਰ ਦੇ ਟਾਈਮ ਬਿਨਾਂ ਕੰਮ ਕੀਤੇ ਇਹਨਾਂ ਨੇ ਰਾਜਸਥਾਨ ਤੱਕ ਬੋਰਡ ਕੱਢ ਦਿੱਤੇ ਸਨ, ਇਹਨਾਂ ਨੂੰ ਤੁਸੀਂ ਚੇਤੇ ਕਰੋ। ਔਰ ਬੇਅਦਬੀ ਦੀ ਇਹਨਾਂ ਨੇ ਗੱਲ ਕੀਤੀ ਹੈ। ਇੱਕ ਬੇਅਦਬੀ ਤੇ ਜਿੰਨੀ ਤੇਜ਼ੀ ਨਾਲ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਹੋਇਆ ਹੈ, ਇਹ ਤਾਂ ਸਗੋਂ ਇਹ ਕਹਿ ਰਹੇ ਨੇ ਹੁਣ ਤੇਜ਼ੀ ਕਿਉਂ ਆਈ। ਇਹ ਮੈਂ ਹੋਰ ਵੀ ਡਿਬੇਟਸ ਤੇ ਗਿਆ, ਜਿਹੜਾ ਬੇਅਦਬੀ ਦੇ ਉੱਤੇ ਡਿਬੇਟਸ ਹੋਈਆਂ ਨੇ, ਇਹ ਤਾਂ ਸਗੋਂ ਇਸ ਗੱਲ ਤੇ ਪ੍ਰੈਸ਼ਰ ਕਰ ਰਹੇ ਨੇ ਕਿ ਤੇਜ਼ੀ ਕਿਉਂ ਹੋ ਰਹੀ ਹੈ, ਇਸ ਗੱਲ ਦਾ ਕੀ ਕਾਰਨ ਹੈ। ਇਸ ਕਰਕੇ ਇਹ ਵੀ ਕਹਿੰਦੇ ਨੇ ਕਿ ਦਬਾਅ ਹੇਠ ਪੰਥਕ ਜਥੇਬੰਦੀਆਂ ਦੇ ਦਬਾਅ ਹੇਠ ਤੇਜ਼ੀ ਹੋ ਰਹੀ ਹੈ। ਔਰ ਮੈਂ ਕਹਿੰਦਾ ਕਿ ਇਹਨਾਂ ਨੂੰ ਲੋਕਾਂ ਨਾਲ ਕੋਈ ਸਰੋਕਾਰ ਨਹੀਂ ਸੀ। ਇਹਨਾਂ ਦੀਆਂ ਸਰਕਾਰਾਂ ਦੇ ਵਿੱਚ ਵੀ ਲੋਕ ਧਰਨੇ ਲਾ ਕੇ ਬੈਠੇ ਹੋਏ ਸਨ, ਪੰਥਕ ਮੁੱਦੇ ਦੇ ਉੱਤੇ ਧਰਨਿਆਂ ਦੇ ਲੱਗੇ ਸਨ, ਪਰ ਇਹਨਾਂ ਨੇ ਕੋਈ ਉਹਦੇ ਤੇ ਜਿਹੜਾ ਕਾਰਵਾਈ ਨਹੀਂ ਕੀਤੀ। 7 ਸਾਲ ਜਿਹੜੇ ਨੇ ਇਸੇ ਤਰ੍ਹਾਂ ਇਹਨਾਂ ਨੇ ਲੰਘਾ ਦਿੱਤੇ ਸੁੱਕੇ, ਕੋਈ ਬੇਅਦਬੀ ਤੇ ਕਾਰਵਾਈ ਨਹੀਂ ਕੀਤੀ। ਪਰ ਹੁਣ ਜਦੋਂ ਤੇਜ਼ੀ ਨਾਲ ਕਾਰਵਾਈ ਹੋ ਰਹੀ ਹੈ ਤਾਂ ਇਹ ਤੜਫ ਰਹੇ ਨੇ। ਭ੍ਰਿਸ਼ਟਾਚਾਰ ਦੇ ਉੱਤੇ ਸਾਧੂ ਸਿੰਘ ਧਰਮਸੋਤ, ਭਾਰਤ ਭੂਸ਼ਣ ਆਸ਼ੂ, ਸ਼ਾਮ ਸੁੰਦਰ ਅਰੋੜਾ ਤੇ ਹੁਣ ਤੁਸੀਂ ਵੇਖੋ ਕਿਵੇਂ ਆ ਕੇ ਉਹਨੇ AI ਨੂੰ ਜਿਹੜਾ ਉੱਤੇ ਆਫਰ ਕੀਤੀ ਆ ਕੇ। ਪਰ ਜੇਕਰ ਇਹਨਾਂ ਦੀ ਸਰਕਾਰ ਦਾ ਟਾਈਮ ਹੁੰਦਾ ਤਾਂ AI ਮਿਲ ਜਾਂਦਾ, ਪਰ ਨਹੀਂ, ਹੁਣ ਨਹੀਂ। ਹੁਣ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਹੋ ਰਹੀਆਂ। ਹੁਣ ਜਿਹੜਾ ਅਫਸਰਾਂ ਦਾ ਹੌਸਲਾ ਇਸ ਗੱਲ ਨੂੰ ਵੱਧ ਰਿਹਾ ਹੈ ਕਿ ਇਹ ਜਿਹੜੇ ਲੋਕ ਨੇ ਜਿਹੜੇ ਭ੍ਰਿਸ਼ਟਾਚਾਰ ਦੀ ਜਿਹੜੇ ਰਿਸ਼ਵਤ ਦੀ ਆਫਰ ਕਰਦੇ ਨੇ, ਉਹਨਾਂ ਨੂੰ ਫੜਾਉਣ ਦਾ ਹੌਸਲਾ ਜੇ ਕੀਤਾ ਹੈ, ਜੇ ਅੱਛਾ ਵਾਤਾਵਰਨ ਬਣਿਆ ਤਾਂ, ਨਹੀਂ ਤਾਂ ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਜਾ ਕੇ ਇਸ ਤਰ੍ਹਾਂ ਕਰਾਂਗੇ ਤਾਂ ਉੱਪਰ ਸਰਕਾਰ ਜਿਹੜੀ ਇਸ ਤਰ੍ਹਾਂ ਦਾ ਦਬਾਅ ਬਣਾ ਲੇਗੀ। ਪਰ ਇਸ ਤਰ੍ਹਾਂ ਨਹੀਂ ਹੋਇਆ, ਅੱਛਾ ਮਾਹੌਲ ਬਣ ਰਿਹਾ, ਤਾਂ ਕਰਕੇ ਸਾਰਾ ਕੁਝ। ਆਪਰੇਸ਼ਨ ਲੋਟਸ ਦੀ ਗੱਲ ਕਰਦੇ ਨੇ, ਆਪਰੇਸ਼ਨ ਲੋਟਸ ਜੇ ਫੇਲ ਹੋਇਆ ਤਾਂ ਉਹ ਪੰਜਾਬ ਦੇ ਵਿੱਚ ਹੋਇਆ। 385 ਦੇ ਕਰੀਬ ਜਿਹੜੇ MLA ਜਿਹੜੇ ਵਿਕ ਗਏ ਪੂਰੇ ਇੰਡੀਆ ਦੇ ਵਿੱਚ, ਕਾਂਗਰਸ ਦੇ ਬਹੁਤ ਗਿਣਤੀ ਉਹਦੇ ਵਿੱਚ ਕਾਂਗਰਸ ਮੁਕਤ ਭਾਰਤ ਹੋ ਗਿਆ। ਪਰ ਜਿਹੜਾ ਆਪਰੇਸ਼ਨ ਲੋਟਸ ਜੇ ਫੇਲ ਕੀਤਾ ਤਾਂ ਆਮ ਆਦਮੀ ਪਾਰਟੀ ਦੀ, ਕਿਉਂਕਿ ਲੋਕਤੰਤਰ ਨੂੰ ਜਿਹੜਾ ਖਤਰਾ ਸੀ ਬਹੁਤ ਵੱਡਾ, ਇਸ ਗੱਲ ਦਾ ਜੇ ਵਿਰੋਧ ਕੀਤਾ ਤਾਂ ਆਮ ਆਦਮੀ ਪਾਰਟੀ ਦੇ MLA ਨੇ ਕੀਤਾ। ਇਸ ਕਰਕੇ ਰੇਤੇ ਦੀ ਗੱਲ ਜ਼ਰੂਰ ਕਰਦੇ ਨੇ। ਰੇਤੇ ਦੀ ਗੱਲ ਤੇ ਨਵੀਂ ਪਾਲਿਸੀ ਆਏਗੀ ਤਾਂ ਤੁਸੀਂ ਇਹ ਵੀ ਵੇਖੋਗੇ ਕਿ ਰੇਤਾ ਜਿਹੜਾ ਸਸਤਾ ਵੀ ਹੋ ਜਾਏਗਾ। ਠੀਕ ਹੈ, ਜਿਹੜਾ ਉਹਦੇ ਜ਼ਰੂਰ ਕਹਿ ਰਿਹਾ ਉਹ ਤੁਸੀਂ ਵੇਖੋਗੇ ਕਿ ਜਲਦੀ ਸਾਰਾ ਕੁਝ ਠੀਕ ਹੋ ਜਾਵੇਗਾ। ਔਰ ਇਸ 7 ਮਹੀਨੇ ਬਹੁਤ ਨੇ, 7 ਮਹੀਨੇ ਅਸੀਂ ਘੱਟ ਨਹੀਂ ਕਹਿੰਦੇ। 7 ਮਹੀਨੇ ਵਿੱਚ ਅਸੀਂ ਖੂਬ ਕੰਮ ਕਰਕੇ ਆਇਆ। ਜਿਹੜਾ 400 ਅਸੀਂ ਉਤਪਾਦਨ ਦਾ ਜਾਰੀ ਇਹਨਾਂ ਜ਼ਿੰਮੇਵਾਰੀ ਸੀ। ਇਸ ਕਰਕੇ ਕੰਮ ਕਰਕੇ ਰੱਖਦੇ ਹਾਂ। ਇਸ ਦੀ ਕੋਈ ਸਾਡੀ ਸਰਕਾਰ ਵਿੱਚ ਇਹਨਾਂ ਨੇ ਨਹੀਂ ਕਰ, ਪਰ ਜਿਹੜਾ ਲੋਕ ਇਸ ਗੱਲ ਨੂੰ ਬਿਲਕੁਲ ਸਮਝ ਰਹੇ ਨੇ ਕਿ ਜਿੰਨੇ ਆਮ ਆਦਮੀ ਪਾਰਟੀ ਸਰਕਾਰ 'ਚ ਹੋਏ ਨੇ। ਠੀਕ ਹੈ,
ਤੇ ਇੰਦਰਜੀਤ ਜੀ ਨੇ ਦੱਸਿਆ ਕਿ 7 ਮਹੀਨੇ ਦੇ ਵਿੱਚ ਕੀ ਕੁਝ ਹੋਇਆ ਹੈ। ਪਰਮਵੀਰ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ ਤੇ ਕੀ ਕੁਝ ਜਵਾਬ ਜਿਹੜਾ ਹੈ ਤੁਸੀਂ ਦੇਣਾ ਚਾਹੋਗੇ? ਇਹਨਾਂ ਨੇ ਕਿਹਾ ਕਿ 7 ਮਹੀਨੇ ਦੇ ਵਿੱਚ ਕ੍ਰਿਟਿਸਾਈਜ਼ ਕਰਨਾ ਬਹੁਤ ਆਸਾਨ ਹੈ ਤੇ ਉਹਨਾਂ ਨੇ ਇੱਕ ਗੱਲ ਦਾ ਜਵਾਬ ਦਿੱਤਾ। ਰੇਤ ਪਾਲਿਸੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਛੇਤੀ ਆਉਣ ਵਾਲੀ ਹੈ। ਮਾਈਨਿੰਗ ਨੂੰ ਲੈ ਕੇ ਕਿਹਾ, ਲਾਅ ਐਂਡ ਆਰਡਰ ਨੂੰ ਲੈ ਕੇ ਕਿਹਾ ਕਿ ਸਾਡੇ ਕੋਲ ਆંકੜੇ ਨੇ ਕਿ ਬਿਹਤਰ ਹੋਇਆ ਹੈ। 3 ਮਹੀਨੇ 4 ਮਹੀਨੇ ਜਿਹੜਾ ਖਰਾਬ ਰਿਹਾ, ਹਾਲਾਂਕਿ ਉਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਬਿਹਤਰ ਹੋਈਆਂ ਨੇ। ਤੇ ਹੁਣ ਤੁਹਾਡਾ ਇਸ ਉੱਤੇ ਕੀ ਕੁਝ ਰਿਐਕਸ਼ਨ ਹੈ ਜਿਹੜਾ ਕੁਝ ਉਹਨਾਂ ਨੇ ਕਿਹਾ? ਦੇਖੋ ਜੀ, ਮੈਂ ਤੁਹਾਡੇ ਰਾਹੀਂ ਇੰਦਰਜੀਤ ਜੀ ਨੂੰ ਸਿਰਫ 4 ਜਾਂ 5 ਸਵਾਲ ਪੁੱਛਣਾ ਚਾਹਨਾ। ਹੁਣ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਜੀ। ਇਹ ਕਹਿੰਦੇ ਆ ਜੀ ਵੀ ਅਸੀਂ ਕਰਪਸ਼ਨ ਦੇ ਸਖਤ ਖਿਲਾਫ ਆ। ਇਹਨਾਂ ਕੋਲੋਂ ਪੁੱਛੋ ਵੀ ਜਿਹੜਾ ਵਜਿੰਦਰ ਸਿੰਗਲਾ ਹੈ, ਜਦੋਂ ਉਹਨੂੰ ਪਾਰਟੀ ਨੇ ਕੈਬਨਿਟ ਰੈਂਕ ਚੋਂ ਕੱਢਿਆ ਸੀ ਤਾਂ ਸਾਡੇ ਸਤਿਕਾਰਯੋਗ ਜਿਹੜੇ ਸੀਐਮ ਸਾਹਿਬ ਨੇ ਉਹਨਾਂ ਨੇ ਕਿਹਾ ਸੀ ਵੀ ਮੇਰੇ ਕੋਲ ਪੁਖਤਾ ਸਬੂਤ ਨੇ। ਤੇ ਹਾਈ ਕੋਰਟ ਦੇ ਵਿੱਚ ਜਦੋਂ ਉਹਦੀ ਬੇਲ ਹੋਈ ਤਾਂ ਜਿਹੜੇ ਇਹਨਾਂ ਦੇ ਏਜੀ ਸੀ ਉਹਨਾਂ ਨੇ ਕਿਹਾ ਜੀ ਵੀ ਸਾਡੇ ਕੋਲ ਇਹਦੇ ਖਿਲਾਫ ਕੋਈ ਸਬੂਤ ਨਹੀਂ ਹੈਗੇ। ਤੇ ਸਿੰਗਲਾ ਸਾਹਿਬ ਨੇ ਆਂਦੇ ਸਾਰ ਬਾਹਰ ਇਹ ਕਿਹਾ ਵੀ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ। ਇਹਨਾਂ ਕੋਲੋਂ ਪੁੱਛੋ ਵੀ ਇਹ ਕਹਿ ਰਹੇ ਆ ਵੀ ਉਹ ਕਰਪਟ ਹੈ। ਜੇ ਉਹ ਕਰਪਟ ਹੈ ਤੇ ਆਮ ਆਦਮੀ ਪਾਰਟੀ ਇੱਕ ਕਰਪਟ ਲੀਡਰ ਨੂੰ ਗੁਜਰਾਤ ਦੇ ਵਿੱਚ ਆਪਣੇ ਕੈਂਪੇਨ 'ਚ ਕਿਉਂ ਲੈ ਕੇ ਗਈ ਹੋਈ ਆ? ਪਹਿਲਾਂ ਤਾਂ ਇਹਦਾ ਜਵਾਬ ਦੇ ਦੇਣ। ਦੂਸਰੀ ਗੱਲ ਇਹ ਕਹਿ ਰਹੇ ਆ ਜੀ ਵੀ ਸਾਨੂੰ ਸਬੂਤ ਦਿਓ, ਅਸੀਂ ਕਾਰਵਾਈ ਕਰਾਂਗੇ। ਚਲੋ ਬਾਕੀ ਲੀਡਰਾਂ ਤੇ ਤਾਂ ਤੁਸੀਂ ਕਾਰਵਾਈ ਕਰ ਰਹੇ ਹੋ ਕਿਉਂਕਿ ਉਹ ਆਪੋਜ਼ਿਟ ਪਾਰਟੀ ਦੇ ਨੇ। ਤੇ ਫੌਜਾ ਸਿੰਘ ਸਰਾਰੀ ਦੀ ਜਿਹੜੀ ਪਬਲਿਕ ਡੋਮੇਨ ਦੇ ਵਿੱਚ ਆਡੀਓ ਆ ਗਈ, ਤੁਸੀਂ ਅੱਜ ਤੱਕ ਉਹਦੇ ਤੇ ਕੀ ਕਾਰਵਾਈ ਕੀਤੀ ਹੈ? ਇਹ ਐਕਸਾਈਜ਼ ਪਾਲਿਸੀ ਦੀ ਬਾਰ-ਬਾਰ ਗੱਲ ਕਰ ਰਹੇ ਹੈ। ਐਕਸਾਈਜ਼ ਪਾਲਿਸੀ ਦਾ ਮੈਂ ਇਹਨਾਂ ਕੋਲੋਂ ਪੁੱਛਣਾ ਜਾਣਾ, ਜਿਹੜਾ 1170 ਕਰੋੜ ਇਹ ਬਾਰ-ਬਾਰ ਗਿਣਾ ਰਹੇ ਆ ਨਾ, ਉਹ ਅਸਲ ਦੇ ਵਿੱਚ ਕੀ ਹੈ ਜੀ? ਵੀ ਇਹਨਾਂ ਨੇ ਜਿਹੜੇ L1 ਠੇਕੇ ਹੁੰਦੇ ਸੀ ਸ਼ਰਾਬ ਦੇ, ਉਹ 25 ਲੱਖ ਨੂੰ ਹੁੰਦਾ ਸੀ ਜੀ। ਉਹ ਇਹਨਾਂ ਨੇ ਜਿਹੜਾ ਉਹਦੇ ਸਿਕਿਉਰਿਟੀ ਅਮਾਉਂਟ ਹੈ ਉਹ 25 ਲੱਖ ਤੋਂ ਵਧਾ ਕੇ 5 ਕਰੋੜ ਰੁਪਇਆ ਕਰਤਾ। ਅਗਰ 176 ਨੂੰ ਤੁਸੀਂ ਉਹ 5 ਕਰੋੜ ਦੇ ਨਾਲ ਗੁਣਾ ਕਰੋ ਤਾਂ ਤਕਰੀਬਨ 1200 ਕਰੋੜ ਰੁਪਇਆ ਬਣ ਜਾਂਦਾ ਹੈ। ਤਾਂ 1176 ਕਰੋੜ ਰੁਪਇਆ ਤਾਂ ਸਿਰਫ ਇਹਨਾਂ ਦੇ ਕੋਲ ਸਿਕਿਉਰਿਟੀ ਅਮਾਉਂਟ ਆਇਆ ਹੈ। ਤੇ ਇਹ ਉਹੀ ਐਕਸਾਈਜ਼ ਪਾਲਿਸੀ ਹੈ ਜਿਹੜੀ ਜਦੋਂ ਸੀਬੀਆਈ ਇਨਕੁਆਇਰੀ ਮਾਰਕ ਹੋਈ ਤੇ ਦਿੱਲੀ ਦੇ ਵਿੱਚ ਇਹਨਾਂ ਨੇ 2 ਦਿਨ ਨਹੀਂ ਲਾਏ ਤੇ ਉਸ ਪਾਲਿਸੀ ਨੂੰ ਵਾਪਸ ਲੈ ਲਿਆ। ਤੇ ਇਹ ਉਹੀ ਪਾਲਿਸੀ ਹੈ ਜਿਹੜੀ ਇਹ ਮਾਫੀਆ ਦੀ ਗੱਲ ਕਰ ਰਹੇ ਆ। ਜਿਹੜੇ ਦਿੱਲੀ ਦੇ ਵਿੱਚ 2 ਬੰਦੇ ਸੀ, ਪੰਜਾਬ ਦਾ 80% ਟ੍ਰੇਡ ਇਹਨਾਂ ਨੇ ਫਿਰ ਉਹਨਾਂ ਨੂੰ ਕਿਉਂ ਦਿੱਤਾ? ਦਿੱਲੀ ਵਾਲਿਆਂ ਨੂੰ। ਪੰਜਾਬ ਦੀ, ਜੇ ਇਹ ਪੰਜਾਬ ਦੀ ਬਿਜ਼ਨਸ ਦੀ ਗੱਲ ਕਰ ਰਹੇ ਆ ਤੇ ਪੰਜਾਬ ਦੇ ਛੋਟੇ ਵਪਾਰੀਆਂ ਨੂੰ ਮਾਰਿਆ ਕਿਉਂ? ਤੀਸਰੀ ਜਿਹੜੀ ਮੇਨ ਗੱਲ ਹੈ ਵੀ ਇਹ ਬਾਰ-ਬਾਰ ਕਹਿ ਰਹੇ ਆ ਜੀ ਐਡਵਰਟੀਜ਼ਮੈਂਟ ਉਸ ਗੱਲ ਦੀ ਅਸੀਂ ਕਰਦੇ ਪਏ ਆ ਜਿਹੜਾ ਅਸੀਂ ਪ੍ਰੋਜੈਕਟ ਕੰਪਲੀਟ ਕਰ ਚੁੱਕੇ ਆ। ਇਹਨਾਂ ਨੇ ਹੁਣੇ ਕਿਹਾ ਵੀ ਅਸੀਂ 16 ਹਸਪਤਾਲ ਬਣਾਉਣ ਜਾ ਰਹੇ ਆ, 3 ਦਾ ਕੰਮ ਕੰਪਲੀਟ ਹੋਣ ਜਾ ਰਿਹਾ। ਇਹਨਾਂ ਨੂੰ ਕੋ 3 ਦੇ ਵਿੱਚੋਂ ਇੱਕ ਦਾ ਨਾਮ ਦੱਸ ਦੇਣ ਵੀ ਕਿਹੜੀ ਜਗ੍ਹਾ ਤੇ ਬਣ ਰਿਹਾ ਤੇ ਉਹ ਕਦੋਂ ਕੰਪਲੀਟ ਹੋ ਜਾਏਗਾ। ਇਹ 4-5 ਕੁਐਸਚਨਾਂ ਦਾ ਜਵਾਬ ਦੇ ਦੇਣ, ਤੁਹਾਨੂੰ ਹੁਣੇ ਪਤਾ ਲੱਗ ਜੂਗਾ ਇਹਨਾਂ ਨੇ ਐਡਵਰਟੀਜ਼ਮੈਂਟ ਕੀਤਾ ਹੈ ਕਿ ਇਹਨਾਂ ਨੇ ਸੱਚੀ-ਮੁੱਚੀ ਕੋਈ ਕੰਮ ਵੀ ਕੀਤਾ। ਇੰਦਰਜੀਤ ਜੀ, ਸਵਾਲ ਪੁੱਛੇ ਗਏ ਨੇ ਤੇ ਕੀ ਜਵਾਬ ਦੇਣਾ ਚਾਹੋਗੇ? 16 ਜਿਹੜੇ ਨੇ ਮੈਡੀਕਲ ਕਾਲਜ ਜਿਹੜੇ ਉਹਨਾਂ ਦਾ ਕਿਹਾ ਹੈ। ਔਰ ਇਹਦੇ ਵਿੱਚ ਆ ਦੇਖੋ, ਆ ਤੁਹਾਡੇ ਸਾਹਮਣੇ ਹੈਗਾ, ਮੈਂ ਇਹਦਾ ਪਾਰਟ ਦਿਖਾ ਦੇਣਾ। ਕਿਤੇ ਨਹੀਂ ਕਿਹਾ ਕਿ 16 ਬਣਾ ਦਿੱਤੇ ਗਏ ਨੇ। 3 ਜਿਹੜੇ ਮੈਂ ਸਰ 16 ਦੀ ਨਹੀਂ, ਤੁਸੀਂ ਆਪੇ ਕਿਹਾ ਵੀ 3 ਅਸੀਂ ਬਣਾ ਚੁੱਕੇ ਆ, 3 ਦਾ ਕੰਮ ਕੰਪਲੀਟ ਹੋ। 3 ਦੇ ਵਿੱਚੋਂ ਕਿਸੇ ਇੱਕ ਦਾ ਨਾਮ ਦੱਸ ਦਿਓ। ਜਿਹੜੇ ਸ਼ੁਰੂ ਕਰ ਰਹੇ ਆ, ਜਿਹਦੇ ਵਿੱਚੋਂ ਇੱਕ ਨਾਮ ਦੱਸ ਦਿਓ। ਮਸਤੂਆਣਾ ਸਾਹਿਬ, 3 ਇੱਕ ਜਿਹੜਾ ਹੈਗਾ ਸੰਤ ਅਤਰ ਸਿੰਘ ਮਸਤੂਆਣਾ ਮੈਡੀਕਲ ਕਾਲਜ, ਇੱਕ ਹੁਸ਼ਿਆਰਪੁਰ ਚ ਤੇ ਇੱਕ ਕਪੂਰਥਲਾ ਦੇ ਵਿੱਚ ਜਿਹੜਾ ਅਸੀਂ ਉਹ ਸ਼ੁਰੂ ਕੀਤੇ ਨੇ ਜਿਹੜੇ। ਔਰ ਬਾਕੀ ਜਿਹੜੇ 13 ਹੈਗੇ ਨੇ 13 ਜਿਹੜੇ ਹੈਗੇ ਨੇ 13 ਅਸੀਂ ਬਣਾਵਾਂਗੇ ਛੇਤੀ। ਇਹ ਗੱਲ ਕੀਤੀ ਹੈ ਵਜਿੰਦਰ ਸਿੰਗਲਾ ਜਿਹਨੂੰ ਤੁਸੀਂ ਕਰਪਟ ਕਹਿੰਦੇ, ਉਹਨੂੰ ਕੈਂਪੇਨ ਲਈ ਗੁਜਰਾਤ ਕਿਉਂ ਲੈ ਕੇ ਗਏ? ਉਹ ਤਾਂ ਕਰਪਟ ਲੀਡਰ ਹੈ ਤੇ ਤੁਸੀਂ ਤਾਂ ਜ਼ੀਰੋ ਟੋਲਰੈਂਸ ਹੈ ਕਰਪਸ਼ਨ ਤੇ ਤੁਹਾਡੀ। ਵਜਿੰਦਰ ਸਿੰਗਲਾ ਤੇ ਜਿਹੜੀ ਕਾਰਵਾਈ ਜਿਹੜੀ ਬਣਦੀ ਹੈ ਅਸੀਂ ਕੀਤੀ ਸੀ। ਔਰ ਉਹਦਾ ਜਿਹੜਾ ਪ੍ਰੋਸੈਸ ਹੈ ਜਿਹੜਾ ਅਸੀਂ ਉਹਦੇ ਵਿੱਚ ਅੜਿੱਕਾ ਬਣਾਂਗੇ ਤਾਂ ਸਾਨੂੰ ਕਹੋ। ਉਹਨਾਂ ਦੇ ਮੰਤਰੀ ਸ਼ਬਦ ਦੀ ਤਾਂ ਗੱਲ ਹੀ ਨਹੀਂ ਕਰ ਰਿਹਾ ਜੀ। ਤੁਸੀਂ ਇੱਕ ਪਾਸੇ ਇੱਕ ਬੰਦੇ ਨੂੰ ਕਰਪਟ ਕਹਿ ਰਹੇ ਹੋ, ਤੁਸੀਂ ਇੱਕ ਬੰਦੇ ਨੂੰ ਕਰਪਟ ਕਹਿ ਕੇ ਉਹਨੂੰ ਕੈਬਨਿਟ ਰੈਂਕ ਤੋਂ ਕੱਢ ਰਹੇ ਹੋ ਤੇ ਉਹਨੂੰ ਕੈਂਪੇਨ ਕਰਨ ਲਈ ਆਮ ਆਦਮੀ ਪਾਰਟੀ ਗੁਜਰਾਤ ਲੈ ਕੇ ਜਾ ਰਹੀ ਹੈ। ਠੀਕ ਹੈ ਸਾਹਿਲ ਜੀ ਕੁਝ ਕਹਿਣਾ ਚਾਹੁੰਦੇ ਨੇ? ਸਾਹਿਲ ਜੀ, ਤੁਸੀਂ ਇੰਨੀ ਦੇਰ ਤੋਂ ਕੁਝ ਕਹਿਣਾ ਚਾਹੁੰਦੇ ਹੋ, ਤੁਸੀਂ ਕੀ ਸਵਾਲ ਪੁੱਛਣਾ ਚਾਹੁੰਦੇ ਹੋ? ਕਿਉਂਕਿ ਪਰਮਵੀਰ ਜੀ ਨੇ ਤਾਂ ਆਪਣੇ ਸਵਾਲ ਪੁੱਛੇ, ਹੁਣ ਤੁਹਾਡੇ ਕੀ ਸਵਾਲ ਹੈ? ਸਾਹਿਲ ਜੀ, ਤੁਹਾਡੀ ਵੌਇਸ ਮਿਊਟ ਹੈ ਤੁਹਾਡੇ ਪਾਸੋਂ, ਬਿਕਾਜ਼ ਤੁਹਾਡੀ ਵੌਇਸ ਨਹੀਂ ਆ ਰਹੀ। ਜੀ ਹੁਣ ਆ ਰਹੀ ਹੈ ਜੀ ਮੇਰੀ ਆਵਾਜ਼? ਜੀ ਹੁਣ ਆ ਰਹੀ ਹੈ ਜੀ। ਪਹਿਲੀ ਗੱਲ ਤਾਂ ਮੈਂ ਇਹਨਾਂ ਦੀ ਜਾਣਕਾਰੀ 'ਚ ਵਾਧਾ ਕਰ ਦਵਾਂ ਕਿ 3 ਮੈਡੀਕਲ ਕਾਲਜ ਨਾਲ ਤੁਹਾਡਾ ਧੇਲਾ ਨਹੀਂ ਲੈਣਾ ਦੇਣਾ। ਉਹ ਸੈਂਟਰ ਗਵਰਨਮੈਂਟ ਦਾ ਫੰਡ ਹੈ, ਮਿਨਿਸਟਰੀ ਆਫ ਹੈਲਥ
ਉਹ ਉਤੋਂ ਪੈਸਾ ਆਇਆ ਆ, ਸੈਂਟਰ ਗਵਰਨਮੈਂਟ ਨੇ ਮਨਜ਼ੂਰ ਕੀਤੇ, ਸੈਂਟਰ ਗਵਰਨਮੈਂਟ ਦਾ ਫੰਡ ਹੈ ਤੇ ਤੁਸੀਂ ਤਾਂ ਨਕਲੀ ਕਬਜ਼ੇ ਉੱਤੇ ਕਰੀ ਜਾਂਦੇ, ਐਡਾ ਦੇਈ ਜਾਂਦੇ। ਸੈਂਟਰ ਗਵਰਨਮੈਂਟ ਦਾ ਫੰਡ ਹੈ, ਮੈਨੂੰ ਇੱਕ ਚਿੱਠੀ ਦਿਖਾ ਦਿਓ ਤੁਸੀਂ। ਮੈਨੂੰ ਤਾਂ ਪਤਾ ਕਿ ਸਾਡੀ ਸਰਕਾਰ ਦੇ ਟਾਈਮ ਤੇ ਅਨਾਉਂਸਮੈਂਟ ਹੋਈ ਹੈ ਔਰ ਪ੍ਰਧਾਨ ਮੰਤਰੀ ਜੀ ਨੇ ਇਹਨੂੰ ਵਰਚੁਅਲੀ ਕੀਤਾ ਸੀ ਔਰ ਅਸੀਂ ਲੋਕਲ ਲੈਵਲ ਤੇ ਹੁਸ਼ਿਆਰਪੁਰ 'ਚ ਇਹਦਾ ਪ੍ਰੋਗਰਾਮ ਵੀ ਕੀਤਾ ਬੀਜੇਪੀ ਵਾਲਿਆਂ ਨੇ ਔਰ ਇਹਦਾ ਧੰਨਵਾਦ ਵੀ ਕੀਤਾ ਔਰ ਤੁਹਾਡੀ ਸਰਕਾਰ ਬਣਨ ਤੋਂ ਪਹਿਲਾਂ ਦੀ ਗੱਲ ਹੈ ਇਹ। ਤੇ ਤੁਸੀਂ ਇਹਨੂੰ ਜਿਹੜਾ ਇਹਨੂੰ ਤੁਹਾਡੀ ਨੌਲੇਜ 'ਚ ਪਹਿਲਾਂ ਵਾਧਾ। ਦੂਜੀ ਗੱਲ ਇਹਨੀ ਕਿਸਾਨਾਂ ਦੀ ਕੀਤੀ। ਮੈਂ ਵੀ ਪੁੱਛਣਾ ਚਾਹੁੰਦਾ, ਕਹਿੰਦੇ ਜੀ ਕਿਸਾਨ ਬੜੇ ਖੁਸ਼ਹਾਲ ਨੇ, ਇਹਨਾਂ ਨੂੰ ਪੁੱਛੋ ਕਿ ਇਹਨਾਂ ਨੂੰ ਪਤਾ ਕਿ ਇਹਦਾ ਮਤਲਬ ਇਹਨਾਂ ਨੂੰ ਪਤਾ ਹੀ ਨਹੀਂ ਕਿ ਸੀਐਮ ਦੀ ਕੋਠੀ ਦੇ ਬਾਹਰ ਸੰਗਰੂਰ ਦੇ ਵਿੱਚ ਕਿਸਾਨ ਧਰਨਾ ਲੈ ਕੇ ਬੈਠੇ ਇੱਕ ਹਫ਼ਤੇ ਤੋਂ। ਇਹਦਾ ਮਤਲਬ ਇਹਨਾਂ ਨੂੰ ਗਰਾਊਂਡ ਰਿਐਲਿਟੀ ਦਾ ਪਤਾ ਹੀ ਨਹੀਂ, ਸਿਰਫ ਟੀਵੀ ਡਿਬੇਟਾਂ ਦੇ ਬੈਠ ਕੇ ਗੱਲਾਂ ਕਰੀ ਜਾਂਦੇ ਆ, ਗਰਾਊਂਡ ਤੇ ਜਾ ਕੇ ਦੇਖਦੇ ਹੀ ਨਹੀਂ। ਔਰ ਬਾਕੀ ਸਹੀ ਗੱਲ ਕੀਤੀ ਕਿ ਸਿੰਗਲਾ ਸਾਹਿਬ ਤੁਸੀਂ ਕਹਿੰਦੇ ਸੀ ਇਹ ਦੋਸ਼ੀ ਹੈ, ਇਹ ਕਰਪਟ ਆ, ਅਸੀਂ ਮੰਨ ਲਈ ਗੱਲ। ਕਿਉਂ? ਕਿਉਂਕਿ ਪੰਜਾਬ ਦੇ ਸੀਐਮ ਨੇ ਕਹੀ, ਸੀਐਮ ਕਹਿ ਰਿਹਾ ਕਿਸੇ ਜ਼ਿੰਮੇਵਾਰੀ ਨਾਲ ਕਹਿ ਰਿਹਾ ਹੋਊਗਾ, ਉਹਨੇ ਕਿਹਾ ਮੇਰੇ ਤੋਂ ਸਬੂਤ ਹੈ, ਮੁੜ ਕੇ ਕੋਰਟ 'ਚ ਜਾ ਕੇ ਸੀਐਮ ਮੁੱਕਰ ਗਏ। ਪਹਿਲੀ ਗੱਲ ਤੇ ਕੋਰਟ 'ਚ ਸੀਐਮ ਗਵਾਹੀ ਕਿਉਂ ਨਹੀਂ ਦੇਣਗੇ? ਹੁਣ ਨਾਲ ਇਹ ਆ ਵੀ ਹੁਣ ਕਾਰਵਾਈ ਕਿਉਂ ਨਹੀਂ? ਹੁਣ ਉਹੀ ਸਿੰਗਲਾ ਸਾਹਿਬ ਗੁਜਰਾਤ ਦੀ ਕੰਪੇਨ 'ਚ ਗਏ ਆ, ਜਾਂ ਤਾਂ ਸੀਐਮ ਝੂਠਾ ਆ ਜਾਂ ਸਿੰਗਲਾ। ਜੇ ਸਿੰਗਲਾ ਸਾਹਿਬ ਝੂਠੇ ਹੁੰਦੇ ਤਾਂ ਇਹਨੀ ਕੰਪੇਨ ਤੇ ਲਾਉਣੇ, ਇਹਦਾ ਮਤਲਬ ਸੀਐਮ ਝੂਠਾ ਹੋਇਆ, ਤੇ ਉੱਤੇ ਕਾਰਵਾਈ ਹੋਣੀ ਚਾਹੀਦੀ। ਤੇ ਫੌਜਾ ਸਿੰਘ ਸਰਾਰੀ ਵਾਰੀ ਇਹਨੇ ਕੰਨ ਤੇ ਜੂੰ ਹੀ ਨਹੀਂ ਸਰਕਦੀ। ਇਹਨਾਂ ਨੂੰ ਇਦਾਂ ਹੋ ਜਾਂਦਾ ਵੀ ਜਿੱਦਾਂ ਕਿ ਬੇਹੋਸ਼ੀ ਦਵਾਈ ਨਹੀਂ ਲੱਗ ਜਾਂਦੀ। ਫੌਜਾ ਸਿੰਘ ਸਰਾਰੀ ਵਾਲੇ ਕੇਸ ਤੇ ਪੁੱਛੋ ਕਿ ਹਜੇ ਤੱਕ ਕਿਉਂ ਨਹੀਂ ਕਾਰਵਾਈ ਕੀਤੀ। ਆਪਣੇ ਬੇਤੁਕੇ ਬਿਆਨ ਦੇਈ ਜਾਂਦੇ। ਆਖੇ ਜੀ ਉੱਤੇ ਇਨਵੈਸਟੀਗੇਸ਼ਨ ਚੱਲ ਰਹੀ ਆ। ਮੈਨੂੰ ਇਹ ਦੱਸ ਦੇਣ ਕਿਹੜੇ ਥਾਣੇ ਦੇ ਵਿੱਚ FIR ਦਰਜ ਹੋਈ ਆ। ਇਨਵੈਸਟੀਗੇਸ਼ਨ ਤੇ ਤਾਂ ਹੀ ਹੋਊਗੀ ਨਾ ਜੀ, FIR ਦਰਜ ਹੋਊਗੀ। FIR ਕੋਈ ਦਰਜ ਨਹੀਂ ਤੇ ਦੱਸੋ ਜੀ ਇਨਵੈਸਟੀਗੇਸ਼ਨ ਕਿਹਦੀ? ਇਹ ਝੂਠ ਮਾਰ ਰਹੇ ਨੇ, ਇਹ ਆਪਣੀਆਂ ਗੱਲਾਂ 'ਚ ਫਸ ਰਹੇ ਨੇ। ਨਾ ਇਹ ਕਰਪਸ਼ਨ ਦੇ ਮੁੱਦੇ ਤੇ ਜਿਹੜੀ ਗੱਲ ਕਰਕੇ ਅਸੀਂ ਨਾ ਉੱਤੇ ਸਟੈਂਡ ਕਰ ਪਾਏ ਨੇ, ਤੇ ਨਾ ਹੀ ਕਿਸੇ ਮੈਡੀਕਲ ਫੈਸਿਲਿਟੀ ਤੇ, ਨਾ ਐਜੂਕੇਸ਼ਨ ਪਾਲਿਸੀ ਤੇ, ਨਾ ਡਿਵੈਲਪਮੈਂਟ ਤੇ, ਨਾ ਬੇਅਦਬੀ ਦੇ ਮੁੱਦੇ ਤੇ, ਨਾ ਲਾਅ ਐਂਡ ਆਰਡਰ ਤੇ। ਇਹਨਾਂ ਨੇ 6 ਮਹੀਨਿਆਂ ਦੇ ਵਿੱਚ ਦੇਖੋ, ਇਹਦਾ ਤੇ ਇਹਨਾਂ ਨੂੰ ਅੰਦਾਜ਼ਾ ਸੰਗਰੂਰ ਬਾਈ ਇਲੈਕਸ਼ਨ ਤੋਂ ਲੱਗ ਗਿਆ ਜੀ। ਇਹ ਕਹਿੰਦੇ ਸਾਡੇ ਪੁਰਾਣੇ 3 ਮਹੀਨੇ ਤੇ ਹੁਣ 3 ਮਹੀਨੇ ਦੇ ਲਓ ਤੁਹਾਡੇ। ਮੈਂ ਕਹਿੰਦਾ ਉਹ ਤੋਂ ਤੁਸੀਂ ਸੰਗਰੂਰ ਬਾਈ ਇਲੈਕਸ਼ਨ ਆ ਰਹੇ ਸੀ, ਅੱਜ ਦੀ ਡੇਟ ਤੁਸੀਂ ਇਲੈਕਸ਼ਨ ਕਰਾ ਕੇ ਦੇਖ ਲਓ ਤੁਹਾਨੂੰ ਕਿੰਨੀਆਂ ਸੀਟਾਂ ਆਉਂਦੀਆਂ। ਪੰਜਾਬ ਦੇ ਲੋਕ ਇੰਨੀ ਛੇਤੀ ਕਿਸੇ ਪਾਰਟੀ ਤੋਂ ਅਨੋਇਡ ਨਹੀਂ ਹੋਏ, ਇੰਨੇ ਦੁਖੀ ਨਹੀਂ ਹੋਏ ਜਿੰਨੇ ਆਮ ਆਦਮੀ ਪਾਰਟੀ ਤੋਂ ਹੋਏ। ਬਿਲਕੁਲ। ਤੇ ਇਹ ਸਵਾਲ ਜ਼ਰੂਰ ਜਿਹੜੇ ਵਿਰੋਧੀ ਚੱਕ ਰਹੇ ਨੇ। ਇੰਦਰਜੀਤ ਜੀ, ਇੱਕ ਹੋਰ ਜਿਹੜਾ ਹੈ ਆਰੋਪ ਲੱਗਦੇ ਨੇ ਪੋਲੀਟੀਕਲ ਵੈਂਡੇਟਾ, ਯਾਨੀ ਕਿ ਬਦਲਾਖੋਰੀ ਦੀ ਰਾਜਨੀਤੀ ਦੇ ਆਰੋਪ ਲੱਗਦੇ ਨੇ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਪੰਜਾਬ ਵਿਜੀਲੈਂਸ ਦੇ ਰਾਹੀਂ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ। ਇਸੇ ਦੇ ਤਹਿਤ ਜਿਹੜੇ ਸਾਬਕਾ ਵਿਧਾਇਕ ਹੈ ਜਾਂ ਸਾਬਕਾ ਮੰਤਰੀ ਉਹਨਾਂ ਉੱਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ। ਹਾਲਾਂਕਿ ਇਹ ਜਿਹੜੀ ਕਾਰਵਾਈਆਂ ਨੇ ਭ੍ਰਿਸ਼ਟਾਚਾਰ ਦੇ ਤਹਿਤ ਕੀਤੀਆਂ ਜਾ ਰਹੀਆਂ, ਇਹ ਸਾਰਾ ਕੁਝ ਜਿਹੜਾ ਹੁਣ ਕੋਰਟ ਡਿਸਾਈਡ ਕਰੇਗਾ। ਲੇਕਿਨ ਇਨ ਆਰੋਪਾਂ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਦੂਜਾ ਸਵਾਲ ਇਹ ਵੀ ਹੈ ਕਿ ਐਕਸਾਈਜ਼ ਪਾਲਿਸੀ ਦੀ ਗੱਲ ਕੀਤੀ ਜਾਂਦੀ ਹੈ ਕਿ ਐਕਸਾਈਜ਼ ਪਾਲਿਸੀ ਤੋਂ ਰੈਵਨਿਊ ਪੰਜਾਬ ਦੇ ਵਿੱਚ ਆਏਗਾ, ਲੇਕਿਨ ਇਸੇ ਐਕਸਾਈਜ਼ ਪਾਲਿਸੀ ਉੱਤੇ ਸਵਾਲ ਵੀ ਚੁੱਕੇ ਗਏ ਨੇ। ਇਸੇ ਐਕਸਾਈਜ਼ ਪਾਲਿਸੀ ਨੂੰ ਲੈ ਕੇ ਈਡੀ ਰੇਡਸ ਕਰਦੀ ਹੈ, CBI ਵੱਲੋਂ ਰੇਡ ਕੀਤੀ ਜਾਂਦੀ ਹੈ। ਇਸ ਚੀਜ਼ ਦਾ ਜਵਾਬ ਕਿਸ ਤਰੀਕੇ ਦੇ ਨਾਲ ਤੁਸੀਂ ਦੇਣਾ ਚਾਹੋਗੇ? ਜਿਹੜੀ ਐਕਸਾਈਜ਼ ਪਾਲਿਸੀ ਦਿੱਲੀ ਦੇ ਵਿੱਚ ਸੀ, ਜਿਹਦੀ ਇਹ ਗੱਲ ਕਹਿ ਰਹੇ ਨੇ, ਉੱਥੇ ਦਿੱਲੀ ਦੇ ਵਿੱਚ ਵੀ ਐਕਸਾਈਜ਼ ਪਾਲਿਸੀ ਦੇ ਬਹੁਤ ਅੱਛੇ ਰਿਜ਼ਲਟ ਆਉਣੇ ਸਨ। ਉੱਥੇ LG ਨੇ ਵਾਰ-ਵਾਰ ਜਿਹੜੀ ਮਨਜ਼ੂਰੀਆਂ ਦੇਣ ਤੋਂ ਮਨਾ ਕੀਤਾ, ਉਹਨਾਂ ਨੇ ਵਾਰ-ਵਾਰ ਉਹਦੇ ਵਿੱਚ ਅੜਿੱਕੇ ਡਾਏ। ਇਸ ਕਰਕੇ ਉੱਥੇ ਜਿਹੜੀਆਂ ਕੁਝ ਦੁਕਾਨਾਂ ਦੀ ਆਕਸ਼ਨ ਜਿਹੜੀ ਹੋਈ ਸੀ, ਉਹਦੇ ਨਾਲ ਬੜੇ ਅੱਛੇ ਰਿਜ਼ਲਟ ਜਿਹੜੇ ਨੇ ਉਹ ਬਣ ਰਹੇ ਸਨ। ਔਰ ਬਹੁਤ ਵਧੀਆ ਉੱਥੇ ਵੀ ਜਿਹੜਾ ਮਾਲੀਆ ਇਕੱਤਰ ਹੋਣਾ ਸੀ, ਪਰ ਇਹਨਾਂ ਨੇ ਜਾਣਬੁੱਝ ਕੇ ਉਹਨੂੰ ਚੀਜ਼ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਹਦੇ ਵਿੱਚ ਰੋਕ, ਫਿਰ ਉਹਨੂੰ ਤਾਂ ਕਰਕੇ ਉਹਨੂੰ ਵਾਪਸ ਜਿਹੜਾ ਉਹ ਲੈਣਾ ਪਿਆ। ਇਸ ਕਰਕੇ ਜਿਹੜੀ ਦੂਜੀ ਗੱਲ ਹੈਗੀ, ਜਿਹੜੀ ਉੱਥੇ ਇਹ ਵੀ ਗੱਲ ਕਰ ਰਹੇ ਸਨ ਦਿੱਲੀ ਦੇ ਵਿੱਚ ਵੀ ਜਿਹੜੀ ਉੱਥੋਂ ਦੇ ਹੈਗੇ ਸਨ, ਉਹਨਾਂ ਨੂੰ ਜਿਹੜੀ ਮਾਫੀ ਕੀਤੀ ਗਈ ਸੀ ਕਰੋਨਾ ਦੇ ਟਾਈਮ ਦੇ ਵਿੱਚ। ਕਰੋਨਾ ਦੇ ਟਾਈਮ ਦੇ ਵਿੱਚ ਤਾਂ ਇਹ ਚੇਤੇ ਕਰ ਲੈਣ, ਜਦੋਂ ਆਪਣਾ ਨੈਸ਼ਨਲ ਲੈਵਲ ਤੇ ਤੁਸੀਂ ਵੇਖ ਲਓ ਕਿ ਤੁਹਾਨੂੰ ਯਾਦ ਹੋਊਗਾ ਕਿ 50 ਜਿਹੜੇ ਨੇ ਕਰੋੜਪਤੀ ਲੋਕ ਜਿਹੜੇ ਨੇ, ਉਹਨਾਂ ਦਾ ਜਿਹੜਾ ਉਹਨਾਂ ਨੂੰ 68,000 ਕਰੋੜ ਰੁਪਈਆ ਪ੍ਰਧਾਨ ਮੰਤਰੀ ਨੇ ਜਿਹੜਾ ਉਹਨਾਂ ਨੂੰ ਮਾਫ ਕੀਤਾ ਸੀ। ਜੇ ਮਾਫੀ ਨੂੰ ਇਹ ਕਿਤੇ ਕੋਈ ਘਟਾਲਾ ਸਮਝਦੇ ਨੇ ਤਾਂ ਫਿਰ ਉੱਥੇ ਜਿਹੜਾ ਪੈਮਾਨਾ ਹੋਣਾ ਚਾਹੀਦਾ, ਫਿਰ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ, ਜਦੋਂ ਉਸੇ ਟਾਈਮ 'ਚ ਉਹ 68,000 ਕਰੋੜ ਰੁਪਈਆ ਮਾਫ ਕਰ ਰਹੇ ਨੇ। ਇਸ ਕਰਕੇ ਇਸ ਤਰ੍ਹਾਂ ਨਹੀਂ ਇਹਨੂੰ ਲੈ ਸਕਦੇ। ਔਰ ਦੂਜੀ ਗੱਲ ਹੈਗੀ, ਜਿਹੜੀ ਤੁਸੀਂ ਵੈਂਡਾਟਾ ਪੋਲਿਟਿਕਸ ਦੀ ਗੱਲ ਕੀਤੀ ਹੈ, ਵੈਂਡਾਟਾ ਪੋਲਿਟਿਕਸ ਇਹ ਜਿਹੜਾ ਜਿੰਨੀ ਕਾਰਵਾਈਆਂ ਹੋ ਰਹੀਆਂ ਨੇ ਟਾਈਮ ਟੂ ਟਾਈਮ ਹੋ ਰਹੀਆਂ ਨੇ, ਅਜੇ ਤਾਂ ਉਹ ਵੀ ਪੈਂਡਿੰਗ ਨੇ। ਜੇ ਕੋਈ ਇੰਨੀ ਕੋਈ ਕਾਹਲੀ ਹੁੰਦੀ ਤਾਂ ਅਜੇ ਤਾਂ ਜਿਹੜਾ 11,500 ਜਿਹੜੀ ਮਸ਼ੀਨ ਹੈ ਸੁਪਰ ਸੀਡਰ ਤੇ
ਆਪਣਾ ਹੈਪੀ ਸੀਡਰ ਜਿਹੜੀਆਂ ਉਹ ਜਿਹੜੀਆਂ ਮਸ਼ੀਨਾਂ ਨੇ ਅਜੇ ਉਹਨਾਂ ਦਾ ਅਜੇ ਘਪਲਾ ਜਿਹੜਾ ਸਾਹਮਣੇ ਆ 3000 ਕਰੋੜ ਰੁਪਏ ਦਾ ਜਿਹੜਾ ਸਿੰਚਾਈ ਘੁਟਾਲਾ ਅਜੇ ਤਾਂ ਉਹਦੀ ਕਾਰਵਾਈ ਜਿਹੜੀ ਉਹ ਪੈਂਡਿੰਗ ਹੈ। ਇਸ ਕਰਕੇ ਬਹੁਤ ਕੁਝ ਅਜੇ ਤੱਕ ਹੋਣਾ। ਅਜੇ ਤਾਂ ਤ੍ਰਿਪਤ ਰਜਿੰਦਰ ਬਾਜਵਾ ਜੀ ਜਿਹਨੇ ਜਿਹੜੀ 10 ਮਾਰਚ ਨੂੰ ਸਰਕਾਰ ਇਹਨਾਂ ਦੀ ਚਲੀ ਗਈ ਸੀ ਕਾਂਗਰਸ ਵਾਲਿਆਂ ਦੀ, 11 ਮਾਰਚ ਨੂੰ ਉਹਨਾਂ ਨੇ ਸਾਈਨ ਕੀਤੇ ਸਨ ਫਾਈਲ ਦੇ ਉੱਪਰ। ਉਹਦੇ ਵਿੱਚ ਸਾਫ਼ ਤੌਰ ਤੇ ਜਿਹੜਾ ਕਰੋੜਾਂ ਰੁਪਏ ਦਾ ਘੁਟਾਲਾ ਜਿਹੜਾ ਉਹ ਦਿਖ ਰਿਹਾ। ਇਸ ਕਰਕੇ ਬਹੁਤ ਕੁਝ ਟਾਈਮ ਟੂ ਟਾਈਮ ਆਪਣੇ ਆਪ ਜਿਹੜਾ ਡਿਪਾਰਟਮੈਂਟ ਜਿਹੜਾ ਉਹ ਕਰ ਰਿਹਾ। ਅਸੀਂ ਤਾਂ ਸਿਰਫ ਮਹਿਕਮੇ ਨੂੰ ਆਜ਼ਾਦਾਨਾ ਢੰਗ ਨਾਲ ਕੰਮ ਕਰਨ ਦੀ ਖੁੱਲ੍ਹ ਦਿੱਤੀ ਹੋਈ ਹੈ। ਇੱਥੋਂ ਤੱਕ ਕਿ ਜਿਹੜੇ AIG ਨੇ ਜਿਹੜੀ ਉਹਦੀ ਜਿਹੜੀ ਜਾਂਚ ਕੀਤੀ ਸੀ ਜੀ। ਇੰਦਰਜੀਤ ਜੀ, ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ? ਉਹਨਾਂ ਦਾ ਸ਼ਾਇਦ ਕਨੈਕਸ਼ਨ ਕੱਟ ਗਿਆ। ਲੇਕਿਨ ਕੁਲਜੀਤ ਜੀ, ਤੁਸੀਂ ਸੁਣਿਆ ਉਹਨਾਂ ਨੇ ਕਿਹਾ ਕਿ ਅੱਗੇ ਹੋਰ ਵੀ ਕਾਰਵਾਈਆਂ ਹੋ ਸਕਦੀਆਂ ਨੇ। ਕੀ ਤਿਆਰ ਹੈ ਪੰਜਾਬ ਕਾਂਗਰਸ? ਜੋ ਦੋਸ਼ੀ ਨੇ ਉਹਨਾਂ ਦੇ ਉੱਤੇ ਬਿਲਕੁਲ ਕਾਰਵਾਈ ਹੋਣੀ ਚਾਹੀਦੀ, ਚਾਹੇ ਉਹ ਕਿਸੇ ਵੀ ਪਾਰਟੀ ਨੂੰ ਲੈ ਕੇ ਨੇ। ਪਰ ਇਹ ਜਿਹੜੇ ਦੋਹਰੇ ਮਾਪਦੰਡ ਨੇ, ਜੇ ਤੁਹਾਡੇ ਦਿੱਲੀ ਈਡੀ ਤੁਹਾਡੇ ਤੇ ਕੋਈ ਕਾਰਵਾਈ ਕਰ ਰਹੀ ਹੈ, ਤੁਹਾਡੇ ਲੀਡਰਾਂ ਦੇ ਉੱਤੇ ਕਾਰਵਾਈ ਕਰ ਰਹੀ ਆ, ਤਾਂ ਉੱਥੇ ਵੈਂਡੇਟਾ ਹੋ ਜਾਂਦਾ ਆ। ਜੇ ਪੰਜਾਬ ਦੇ ਵਿੱਚ ਸਿਰਫ ਕਾਂਗਰਸ ਦੇ ਲੀਡਰਾਂ ਦੇ ਉੱਤੇ, ਨਾ ਕਿਸੇ ਬੀਜੇਪੀ ਦੇ ਲੀਡਰ ਦੇ ਉੱਤੇ, ਨਾ ਕਿਸੇ ਅਕਾਲੀ ਦਲ ਦੇ ਲੀਡਰ ਦੇ ਉੱਤੇ, ਤਾਂ ਹੁਣ ਬੀਜੇਪੀ ਦੇ ਵਿੱਚ ਆ ਚੁੱਕੇ ਨੇ। ਨਹੀਂ, ਬਿਹਾਰ ਤਾਂ ਉਹਨਾਂ ਦਾ ਬਣਾਇਆ ਤਾਂ ਜਿਹੜਾ ਜਾ ਰਿਹਾ ਉਹ ਕਾਂਗਰਸ ਦੇ ਹੁੰਦੇ ਹੋਏ ਕਾਂਗਰਸ ਦਾ ਅਕਸ ਖਰਾਬ ਕੀਤਾ ਜਾ ਰਿਹਾ ਨਾ। ਜਦ ਕਿ ਜਿਹੜੇ ਮਨੀਸ਼ ਸਿਸੋਦੀਆ ਦੇ ਉੱਤੇ ਕਾਰਵਾਈ ਹੋ ਰਹੀ ਸੀਗੀ ਉਹਨੂੰ ਵੈਂਡੇਟਾ ਮੰਨਿਆ ਜਾ ਰਿਹਾ ਵਾ। ਚਲੋ ਮੰਨ ਲਿਆ ਵੀ ਚਲੋ ਪੰਜਾਬ ਦੇ ਵਿੱਚ ਕਾਰਵਾਈ ਕਰ ਰਹੇ ਆ, ਮੈਰਿਟ ਦੇ ਆਧਾਰ ਤੇ ਕਰ ਰਹੇ ਆ। ਦੇ ਨਾਲ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਨਾਲ ਕੰਪੇਅਰ ਕੀਤਾ ਗਿਆ ਅੱਜ। ਬਿਲਕੁਲ ਕਰ ਰਹੇ ਆ ਜੀ। ਭਗਤ ਸਿੰਘ ਨੇ ਕਦੇ ਮਾਫੀਆਂ ਨਹੀਂ ਮੰਗੀਆਂ ਸੀਗੀਆਂ। ਇਹਨਾਂ ਦੇ ਲੀਡਰ ਕੇਜਰੀਵਾਲ ਸਿੰਘ ਜਿਹੜੇ ਸੁਪਰੀਮੋ ਨੇ ਆਮ ਆਦਮੀ ਪਾਰਟੀ ਦੇ, ਉਹ ਮਜੀਠੀਆ ਤੋਂ ਲੈ ਕੇ ਬੀਜੇਪੀ ਦੇ 3-4 ਲੀਡਰਾਂ ਤੋਂ ਲਿਖਤੀ ਮਾਫੀ ਮੰਗ ਚੁੱਕੇ ਨੇ। ਭਗਤ ਸਿੰਘ ਨੇ ਕਦੇ ਮਾਫੀ ਨਹੀਂ ਮੰਗੀ ਸੀ। ਇਹਨਾਂ ਨੂੰ ਇਹ ਪੁੱਛੋ ਆਮ ਆਦਮੀ ਪਾਰਟੀ ਦੇ ਜਿਹੜੇ ਬੁਲਾਰੇ ਆ, ਫੌਜਾ ਸਿੰਘ ਸਰਾਰੀ ਦੇ ਉੱਤੇ ਕਦੋਂ ਕਾਰਵਾਈ ਕਰਨੀ ਹੈ ਇਹਨਾਂ ਨੇ? ਇਹਨਾਂ ਨੇ ਵਿਜੇ ਸਿੰਗਲਾ ਦੇ ਉੱਤੇ ਬਿਨਾਂ ਕਿਸੇ, ਜਿਹੜੇ ਕਹਿੰਦੇ ਆ ਵੀ ਸੋ ਕਾਲਡ ਇਹਨਾਂ ਦੇ ਮੁੱਖ ਮੰਤਰੀ ਸਾਹਿਬ ਕੋਲੇ ਪ੍ਰੂਫਸ ਹੈਗੇ ਆ, ਤੇ ਉਹਨਾਂ ਦੇ ਉੱਤੇ ਇਹਨਾਂ ਨੇ ਕਾਰਵਾਈ ਕੀਤੀ ਸੀ। ਤੇ ਅੱਜ ਉਹੀ ਵਿਜੇ ਸਿੰਗਲਾ ਇਹਨਾਂ ਦੀਆਂ ਹਰ ਇੱਕ ਮੀਟਿੰਗਾਂ ਦੇ ਵਿੱਚ ਹੁੰਦਾ ਕੀ ਗੱਲ, ਹੁਣ ਉਹ ਸਾਫ਼ ਸੁਥਰਾ ਹੋ ਗਿਆ ਵਿਜੇ ਸਿੰਗਲਾ। ਉਹਨੂੰ ਪਾਰਟੀ ਚੋਂ ਕਿਉਂ ਬਰਖਾਸਤ ਨਹੀਂ ਕੀਤਾ? ਸਿਰਫ ਇੱਕ ਇਲੈਕਸ਼ਨ ਜਿੱਤਣ ਵਾਸਤੇ, ਲੋਕਾਂ ਦੇ ਵਿੱਚ ਇਦਾਂ ਦਾ ਮਾਹੌਲ ਸਿਰਜਣ ਦੇ ਵਾਸਤੇ ਇਹਨਾਂ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਸੀਗੀ। ਜੇ ਵਾਕਈ ਉਹ ਕਰਪਟ ਨੇ, ਉਹਨਾਂ ਨੂੰ ਪਾਰਟੀ ਚੋਂ ਕੌਣ ਕੱਢਿਆ ਜਾ ਰਿਹਾ? ਫੌਜਾ ਸਿੰਘ ਸਰਾਰੀ ਦੀ ਸਾਰੀ ਦੁਨੀਆ ਨੇ ਆਡੀਓ ਸੁਣ ਲਈ ਆ। ਉਹਦੇ ਵਿੱਚ ਸੌਦੇਬਾਜ਼ੀ ਕਰ ਰਹੇ ਨੇ ਵੀ ਕਿੰਨੇ ਪੈਸੇ ਲੈਣੇ ਆ ਤੇ ਕਿਵੇਂ ਪਾਉਣਾ, ਕਿਵੇਂ ਧਮਕਾਉਣਾ। ਉਹ ਚੀਜ਼ ਦੇ ਉੱਤੇ ਕਿੱਦਣ ਕਾਰਵਾਈ ਕਰਨੀ ਆ? ਉਹਨਾਂ ਦੇ ਉੱਤੇ ਸਿਰਫ ਇਹਨਾਂ ਦੀ ਇੱਕੋ ਚੀਜ਼ ਦਾ ਬਿਆਨ ਆਉਂਦਾ ਵਾ ਕਿ ਕਿਹੜਾ ਦਿੱਲੀ ਲੁੱਟ ਲਈ ਆ, ਕਿਹੜਾ ਪੰਜਾਬ ਚੰਡੀਗੜ੍ਹ ਵੇਚਤਾ ਜਾਂ ਦਿੱਲੀ ਵੇਚਤੀ। ਸੋ ਦੋਹਰੇ ਮਾਪਦੰਡ ਨਾ ਵਰਤਣ। ਜੇ ਇਹ ਕਰਦੇ ਆ ਲਾਅ ਐਂਡ ਆਰਡਰ ਦੀ ਗੱਲ, ਇਹਨਾਂ ਨੇ ਪੰਜਾਬ ਪੁਲਿਸ ਨੂੰ ਨਕਾਰਾ ਕਰ ਦਿੱਤਾ। ਲਾਅ ਐਂਡ ਆਰਡਰ ਦਾ ਅਸੀਂ ਤਾਂ ਚਲੋ ਇਹਨਾਂ ਦੇ ਵਿਰੋਧੀ ਆ, ਅਸੀਂ ਤਾਂ ਇਹਨਾਂ ਦੇ ਖਿਲਾਫ ਹੀ ਬੋਲਾਂਗੇ। ਇਹਨਾਂ ਦੇ ਮੁਤਾਬਕ, ਕਹਿਣ ਦੇ ਮੁਤਾਬਕ ਲਾਅ ਐਂਡ ਆਰਡਰ ਦੇ ਬਾਰੇ ਜੇ ਪੁੱਛਣਾ ਤਾਂ ਸਿੱਧੂ ਮੂਸੇਵਾਲੇ ਦੇ ਫਾਦਰ ਨੂੰ ਤੁਸੀਂ ਪੁੱਛ ਸਕਦੇ ਹੋ, ਉਹਨਾਂ ਦੀ ਮਦਰ ਨੂੰ ਪੁੱਛ ਸਕਦੇ ਹੋ, ਉਹਨਾਂ ਲੋਕਾਂ ਨੂੰ ਪੁੱਛ ਸਕਦੇ ਹੋ ਜਿਨ੍ਹਾਂ ਦੇ ਪੁੱਤ ਕਤਲ ਹੋਏ ਨੇ, ਜਿਨ੍ਹਾਂ ਦੇ ਪੁੱਤਾਂ ਦੇ ਮਰਡਰ ਹੋਏ, ਜਾਂ ਜਿਨ੍ਹਾਂ ਨੂੰ ਫਰੌਤੀਆਂ ਦੀਆਂ ਫੋਨਾਂ ਦੇ ਉੱਤੇ ਧਮਕੀਆਂ ਆਉਂਦੀਆਂ ਨੇ। ਤੇ ਇਹ ਗੱਲ ਕਰਦੇ ਆ, ਇਹ ਕਹਿੰਦੇ ਆ ਇਹਨਾਂ ਨੇ ਗੈਂਗਸਟਰ ਕਿਵੇਂ ਰੱਖੇ ਹੋਏ ਆ, ਇਹਨਾਂ ਦੇ ਵਿੱਚ ਪ੍ਰਾਹੁਣੇ ਬਣਾ ਕੇ ਕਹਿੰਦੇ ਅਸੀਂ ਜੇਲ੍ਹ ਦੀ ਸਥਿਤੀ ਆ ਉਹਨੂੰ ਅਸੀਂ ਸੁਧਾਰ ਰਹੇ ਆ। ਇਹਨਾਂ ਦੇ ਕੋਲੋਂ ਇੱਕ ਕੈਟਾਗਰੀ ਦਾ ਗੈਂਗਸਟਰ ਪ੍ਰੋਡਕਸ਼ਨ ਫਰੰਟ ਤੇ ਆਇਆ ਹੋਇਆ, ਕਿਵੇਂ CIA ਦੇ ਵਿੱਚ, ਜਿੱਥੇ ਕਹਿੰਦੇ ਹੁੰਦੇ ਆ ਵੀ ਕੰਧਾਂ ਵੀ ਬੋਲਦੀਆਂ ਨੇ, CIA ਦੇ ਵਿੱਚੋਂ ਕਿਵੇਂ ਉਹ ਭੱਜ ਜਾਂਦਾ ਵਾ। ਠੀਕ ਹੈ। ਅੱਜ ਉਹ ਇੰਡੀਆ ਦੇ ਵਿੱਚ ਨਹੀਂ ਹੈਗਾ। ਜਿਹੜੇ ਤੁਹਾਡੇ ਮੀਡੀਆ ਦੇ ਸੂਤਰ ਨੇ ਉਹੀ ਦੱਸਦੇ ਆ ਕਿ ਉਹ ਅਫਰੀਕਾ ਪਤਾ ਨਹੀਂ ਕਿੱਥੇ ਪਹਿਲਾਂ ਮੌਰੀਸ਼ੀਅਸ ਗਿਆ ਤੇ ਉਸ ਤੋਂ ਬਾਅਦ ਅਫਰੀਕਾ ਗਿਆ। ਤੇ ਇਹ ਲਾਅ ਐਂਡ ਆਰਡਰ ਦੀਆਂ ਗੱਲਾਂ ਕਰਦੇ ਆ। ਪੁਲਿਸ ਨੂੰ ਤਾਂ ਯੂਜ਼ ਕਰ ਰਹੇ ਆ ਬੱਗੇ ਵਾਸਤੇ, ਕੁਮਾਰ ਵਿਸ਼ਵਾਸ ਵਾਸਤੇ। ਉਹ ਵੀ ਹਾਈ ਕੋਰਟ ਨੇ ਇਹਨਾਂ ਨੂੰ ਫਟਕਾਰ ਦਿੱਤੀ, ਪਰਚਾ ਕੈਂਸਲ ਕਰ ਦਿੱਤਾ। ਅਲਕਾ ਲਾਂਬਾ ਨੂੰ, ਜਿਹੜੀ ਉਹਦੇ ਅਲਕਾ ਲਾਂਬਾ ਦੇ ਉੱਤੇ ਵੈਂਡੇਟਾ ਕੀਤਾ, ਕਿਵੇਂ ਉਹਨੂੰ ਪੰਜਾਬ ਦੇ ਵਿੱਚ ਪਰਚਾ। ਪੁਲਿਸ ਨੂੰ ਤਾਂ ਤੁਸੀਂ ਇਹਨਾਂ ਕੰਮਾਂ ਵਾਸਤੇ ਯੂਜ਼ ਕਰ ਰਹੇ ਹੋ। ਤੁਹਾਡੇ ਇੰਟੈਲੀਜੈਂਸ ਦੇ ਹੈੱਡਕੁਆਟਰ ਦੇ ਉੱਤੇ ਰਾਕਟ ਲਾਂਚਰ ਦੇ ਨਾਲ ਹਮਲਾ ਹੋ ਜਾਂਦਾ ਵਾ, ਜਿਹਨੇ ਸਾਰੀ ਇਨਪੁਟ ਰੱਖਣੀ ਹੁੰਦੀ ਆ। ਇਦਾਂ ਦੇ ਜਿਹੜੇ ਦੇਸ਼ ਵਿਰੋਧੀ ਤਾਕਤਾਂ ਨੇ ਉਹਨਾਂ ਦੇ ਇਹ ਚੈਲੰਜ ਨਹੀਂ ਤਾਂ ਇਹ ਸਿਸਟਮ ਦੇ ਮੂੰਹ ਦੇ ਉੱਤੇ ਚਪੇੜ ਨਹੀਂ ਤਾਂ ਹੋਰ ਕੀ। ਇਹ ਕਹਿੰਦੇ ਅਸੀਂ ਲਾਅ ਐਂਡ ਆਰਡਰ ਦੀ ਸਥਿਤੀ ਸੁਧਾਰ ਦਿੱਤੀ ਆ। ਇਹ ਗੱਲਾਂ ਕਿਹੜੀਆਂ ਕਰਦੇ ਆ? ਸ਼ਰਾਬ ਪਾਲਿਸੀ ਦੇ ਵਿੱਚ ਇਹ ਦਿੱਲੀ ਦੇ ਵਿੱਚ ਘਰੇ ਹੋਇਆ ਉਹੀ ਸੇਮ ਜਿਹੜਾ ਪੈਟਰਨ ਆ ਉਹ ਪੰਜਾਬ ਦੇ ਵਿੱਚ ਯੂਜ਼ ਕਰ ਰਹੇ ਆ।
ਕਿਵੇਂ ਆਪਣੇ ਜਿਹੜੇ ਇਹਨਾਂ ਦੇ ਚਹੇਤੇ ਲੋਕ ਨੇ ਉਹਨਾਂ ਨੂੰ ਕਿਵੇਂ ਫਾਇਦਾ ਪਹੁੰਚਾਉਣਾ ਵਾ। ਸੋ ਇਹ ਜਿਹੜਾ ਫਰਜ਼ੀ ਇਨਕਲਾਬ ਆ, ਇਹ ਫਰਜ਼ੀ ਇਨਕਲਾਬ ਦੀਆਂ ਗੱਲਾਂ ਇਹਨਾਂ ਨੂੰ ਬੰਦ ਕਰਨੀਆਂ ਚਾਹੀਦੀਆਂ ਨੇ। ਜੋ ਅਸਲੀਅਤ ਆ ਲੋਕਾਂ ਨੂੰ ਸਮਝ ਆਉਂਦੀ ਹੈ। ਲੋਕ ਪੰਜਾਬ ਦੇ ਬੇਵਕੂਫ ਨਹੀਂ ਲੋਕਾਂ ਨੇ, ਚਲੋ ਤੁਹਾਨੂੰ ਤੁਸੀਂ ਨਵੇਂ ਸੀਗੇ, ਤੁਹਾਨੂੰ ਮੌਕਾ ਦੇ ਕੇ ਦੇਖ ਲਿਆ, ਪਰ ਲੋਕਾਂ ਨੂੰ ਸੱਚਾਈ ਸਾਰੀ ਪੰਜਾਬ ਦਿਆਂ ਨੂੰ ਪਤਾ ਲੱਗ ਚੁੱਕੀ ਹੈ ਤੁਹਾਡੀ। ਬਿਲਕੁਲ। ਤੇ ਇਸੇ ਦੇ ਨਾਲ ਹੀ ਐਕਸਾਈਜ਼ ਪਾਲਿਸੀ ਦੀ ਗੱਲ ਕਰ ਰਹੇ ਹਾਂ ਤੇ ਅੱਜ ਸੀਬੀਆਈ ਨੇ ਸਮਨ ਕੀਤਾ ਸੀ ਮਨੀਸ਼ ਸਿਸੋਦੀਆ ਨੂੰ। ਤੁਸੀਂ ਵੀ ਸਾਹਿਲ ਜੀ ਸੁਣਿਆ ਹੋਣਾ, ਦੇਖਿਆ ਹੋਣਾ, ਪ੍ਰੋਟੈਸਟ ਕੀਤਾ ਗਿਆ ਦਿੱਲੀ ਦੇ ਵਿੱਚ, ਇੱਕ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਤੇ ਕਾਫੀ ਸੀਨੀਅਰ ਲੀਡਰਸ ਵੀ ਜਿਹੜੇ ਉੱਥੇ ਮੌਜੂਦ ਸੀਗੇ। ਇਸ ਵੇਲੇ ਇੱਕ ਬਿਆਨ ਸਾਹਮਣੇ ਆਉਂਦਾ ਜਿੱਥੇ ਕਿ ਕੰਪੈਰੀਜ਼ਨ ਕੀਤਾ ਜਾਂਦਾ ਹੈ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਲ ਮਨੀਸ਼ ਸਿਸੋਦੀਆ ਗਿਆ, ਕਿਉਂਕਿ ਉਹਨਾਂ ਨੇ ਕਿਹਾ ਗਿਆ ਕਿ ਉਹਨਾਂ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਕੰਮ ਕੀਤਾ ਹੈ ਤੇ ਲੋਕੀ ਦੇਖ ਰਹੇ ਨੇ, ਜਨਤਾ ਦੇਖ ਰਹੀ ਹੈ ਕਿ ਆਖਿਰ ਕਿਸ ਤਰੀਕੇ ਦੇ ਨਾਲ ਪੋਲੀਟੀਕਲ ਵੈਂਡੇਟਾ ਦੇ ਤਹਿਤ ਭਾਜਪਾ ਕਾਰਵਾਈ ਕਰ ਰਹੀ ਹੈ ਤੇ ਕਿਸ ਤਰੀਕੇ ਦੇ ਨਾਲ ਜਿਹੜੀ ਸੈਂਟਰਲ ਏਜੰਸੀਜ਼ ਹੈ ਉਹਨਾਂ ਦੀ ਦੁਰਵਰਤੋਂ ਜਾਂ ਫਿਰ ਕਹੀਏ ਕਿ ਗਲਤ ਤਰੀਕੇ ਦੇ ਨਾਲ ਇਸਤੇਮਾਲ ਕਰ ਰਹੀ ਹੈ। ਸਾਹਿਲ ਜੀ, ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ? ਸਾਹਿਲ ਜੀ, ਠੀਕ ਹੈ। ਇੰਦਰਜੀਤ ਜੀ, ਤੁਸੀਂ ਵੀ ਸੁਣਿਆ ਕਿ ਕੀ ਕੁਝ ਜਿਹੜਾ ਹੈ ਕਿਹਾ ਗਿਆ, ਜਿਹੜੀ ਸਾਰੀ ਵਿਰੋਧੀ ਪਾਰਟੀਆਂ ਹੈ, ਖਾਸ ਕਰ ਸਵਾਲ ਇਹ ਚੁੱਕੇ ਗਏ ਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਆਪਣੀ ਕਾਰਗੁਜ਼ਾਰੀ ਦੱਸਦੀ ਹੈ ਕਿ 6-7 ਮਹੀਨੇ ਦੀ ਕਿਸ ਤਰੀਕੇ ਦੇ ਨਾਲ ਕਾਰਗੁਜ਼ਾਰੀ ਰਹੀ ਹੈ, ਲੇਕਿਨ ਸਹੀ ਸਵਾਲ ਇਹ ਵੀ ਬਣਦਾ ਹੈ ਕਿ ਕਾਨੂੰਨ ਵਿਵਸਥਾ ਦੀ ਅਸੀਂ ਗੱਲ ਕਰੀਏ ਤੇ ਇਸ ਉੱਤੇ ਕਿਤੇ ਨਾ ਕਿਤੇ ਜ਼ਰੂਰ ਆਮ ਲੋਕ ਵੀ ਸਵਾਲ ਚੁੱਕਦੇ ਨੇ, ਖਾਸ ਕਰ ਨਸ਼ੇ ਨੂੰ ਲੈ ਕੇ, ਹਥਿਆਰਾਂ ਦਾ ਮਿਲਣਾ ਬਾਰ-ਬਾਰ ਡਰੋਨ ਰਾਹੀਂ ਜਿਹੜੇ ਆ ਰਹੇ ਨੇ। ਹਾਲਾਂਕਿ ਇਸ ਜ਼ਿੰਮੇਵਾਰੀ BSF ਤੇ ਪੰਜਾਬ ਪੁਲਿਸ ਦੋਨਾਂ ਦੀ ਹੈ ਤੇ ਇਸ ਤੋਂ ਇਲਾਵਾ ਗੋਲੀਆਂ ਚਲਾਣਾ ਸਰੇਆਮ ਜਿਹੜਾ ਹੈ ਉਹ ਨਜ਼ਰ ਆਉਂਦਾ ਹੈ। ਇਹ ਸਾਰੀ ਚੀਜ਼ਾਂ ਠੀਕ ਕਰਨ ਦੇ ਲਈ ਸਰਕਾਰ ਕਿਸ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ? ਦੇਖੋ, ਮੈਂ ਬੇਨਤੀ ਕਰਦਾ ਕਿ ਤੁਸੀਂ ਪੁਰਾਣੀਆਂ ਸਰਕਾਰਾਂ ਨਾਲ ਇਹਦਾ ਕੰਪੈਰੀਜ਼ਨ ਕਰ ਲਓ। ਠੀਕ, ਮੂਸੇਵਾਲਾ ਕਾਂਡ ਹੋਇਆ, ਮੂਸੇਵਾਲਾ ਕਾਂਡ ਦੇ ਵਿੱਚ ਕਿੰਨੇ ਸੈਂਕੜੇ ਲੋਕ ਜਿਹੜੇ ਨੇ ਉਹਦੇ ਵਿੱਚ ਗ੍ਰਿਫਤਾਰ ਹੋਏ। ਕੀ ਹੋਇਆ? ਇੱਕ ਅੱਧੀ ਜੇ ਘਟਨਾ ਠੀਕ ਹੈ, ਜੀ ਇਸ ਗੱਲ ਨਾਲ ਸਹਿਮਤ ਨਹੀਂ ਹੈਗੇ ਅਸੀਂ। ਜੇ ਕੋਈ ਕਾਲਾ ਭੇੜੀਆ ਕੋਈ ਜੇ ਪੁਲਿਸ ਦੇ ਵਿੱਚ ਰਲ ਕੇ ਜੇ ਕੋਈ ਕੰਮ ਇਸ ਤਰ੍ਹਾਂ ਕਰਦਾ ਹੈ ਤਾਂ ਅਸੀਂ ਜਿਹੜਾ ਉਸ ਗੱਲ ਨਾਲ ਸਹਿਮਤ ਨਹੀਂ ਹੈਗੇ, ਪਰ ਠੀਕ ਹੈ। ਪਰ ਇਹਦੇ ਵਿੱਚ ਜਿੰਨੀਆਂ ਗ੍ਰਿਫਤਾਰੀਆਂ ਹੋਈਆਂ ਔਰ ਪਹਿਲੀਆਂ ਸਰਕਾਰਾਂ ਦੇ ਨਾਲ ਤੁਸੀਂ ਕੰਪੈਰੀਜ਼ਨ ਕਰ ਲਵੋ, ਤੁਹਾਨੂੰ ਪਤਾ ਲੱਗ ਜਾਵੇਗਾ। ਇਸੇ ਤਰੀਕੇ ਨਾਲ ਜਿਹੜੇ ਬਾਕੀ ਵੀ ਹੋਰ ਕੋਈ ਜਿੱਦ ਨਸ਼ਿਆਂ ਦੀ ਗੱਲ ਕਰਦੇ ਹੋ, ਨਸ਼ਿਆਂ ਤੇ ਤਾਂ ਮੈਂ ਪਹਿਲਾਂ ਹੀ ਵਿਸਥਾਰ ਚ ਦੱਸ ਚੁੱਕਿਆ। ਐਸੇ ਹਫ਼ਤੇ 'ਚ 271 FIR ਦਰਜ ਹੋਈਆਂ, 352 ਡਰੱਗ ਸਮਗਲਰ ਜਿਹੜੇ ਨੇ ਗ੍ਰਿਫਤਾਰ ਹੋਏ ਨੇ, 11 PO ਜਿਹੜੇ ਨੇ ਉਹ ਗ੍ਰਿਫਤਾਰ ਹੋਏ ਨੇ ਔਰ 11 ਕਿਲੋ ਜਿਹੜੀ ਹੈਰੋਇਨ ਬਰਾਮਦ ਕੀਤੀ ਗਈ ਐਸੇ ਹਫ਼ਤੇ 'ਚ। ਹਫ਼ਤੇ ਦੀ ਸਾਡੀ ਤਾਂ ਅਪਡੇਟ ਇੰਨੀ ਵਧੀਆ, ਪਤਾ ਨਹੀਂ ਕਿਉਂ ਨਹੀਂ ਇਹਨੂੰ ਨਜ਼ਰ ਨਹੀਂ ਆ ਰਿਹਾ। ਔਰ ਇਸ ਕਰਕੇ ਹੁਣ ਸਾਰਾ ਕੁਝ ਜਿਹੜੇ ਨੇ ਫੜੇ ਜਾ ਰਹੇ ਨੇ, ਪਹਿਲਾਂ ਕੁਝ ਇਸ ਤਰ੍ਹਾਂ ਸਾਰਾ ਕੁਝ ਚੱਲ ਰਿਹਾ ਸੀ ਤਾਂ ਕਰਕੇ ਇਹਨਾਂ ਨੂੰ ਲੱਗ ਰਿਹਾ ਮਾਹੌਲ ਬਣਾਉਣ ਦਾ ਜੋ ਮਰਜ਼ੀ ਯਤਨ ਕਰ ਲਵੋ। ਤੁਸੀਂ ਯਾਦ ਕਰੋ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੇ ਜਦੋਂ ਹਮਲਾ ਹੋਇਆ ਸੀ, ਕਿਹੜਾ ਇਨਸਾਫ ਮਿਲਿਆ ਸੀ ਇਹਨਾਂ ਦੇ ਟਾਈਮ ਦੇ ਵਿੱਚ। ਔਰ ਇਸ ਤਰ੍ਹਾਂ ਜਿਹੜਾ ਜਦੋਂ ਬੇਅਦਬੀ ਹੋਈ 7 ਸਾਲ ਲੰਘ ਗਏ, ਕਿੰਨੀ ਅਸ਼ਾਂਤੀ ਸੀ ਉਸ ਟਾਈਮ ਦੇ ਵਿੱਚ। ਔਰ ਕਿਵੇਂ ਲੋਕ ਜਿਹੜੇ ਨੇ ਵੱਟੇ ਚੁੱਕੀ ਫਿਰਦੇ ਸੀ ਇਹਨਾਂ ਨੂੰ ਮਾਰਨ ਵਾਸਤੇ, ਕਿੰਨਾ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਸ਼ਾਂਤੀ ਜਿਹੜੀ ਹੈ ਉਹ ਫੈਲੀ ਹੋਈ ਸੀ। ਔਰ ਜਿੰਨੇ ਮਸਲੇ ਇਹਨਾਂ ਨੇ, ਜਿਵੇਂ ਸਿਰਸਾ ਮੁਖੀ ਨੂੰ ਮਾਫੀ ਦਿੱਤੀ ਗਈ ਸੀ, ਤੁਹਾਨੂੰ ਯਾਦ ਹੋਏਗਾ ਕਾਂਗਰਸ ਦੇ ਵੇਲੇ, ਤੁਸੀਂ ਯਾਦ ਕਰ ਲਓ ਕਿ ਮੁਖਤਿਆਰ ਅੰਸਾਰੀ ਉਹਨਾਂ ਨੂੰ ਲਿਆ ਕੇ ਪੰਜਾਬ ਦੇ ਵਿੱਚ ਉਹਨਾਂ ਦੀ ਪ੍ਰਾਹੁਣਾਚਾਰੀ ਕੀਤੀ ਗਈ ਔਰ ਜਿਹੜੇ ਤਰੀਕੇ ਨਾਲ ਉਹਦੀ ਪ੍ਰਾਹੁਣਾਚਾਰੀ ਕੀਤੀ ਗਈ, ਬਾਕੀ ਜਿਹੜੇ ਗੈਂਗਸਟਰ ਸਨ ਉਹਨਾਂ ਤੋਂ ਕਿਵੇਂ ਜਿਹੜਾ ਪ੍ਰੇਰਿਤ ਹੋਏ ਹੋਣਗੇ, ਕਿਵੇਂ ਉਹਨਾਂ ਨੇ ਸੋਚਿਆ ਹੋਊਗਾ ਵੀ ਜਿਹੜਾ ਬੰਦਾ ਇੱਕ ਵਾਰੀ ਗੈਂਗਸਟਰ ਬਣ ਗਿਆ, ਡਾਊਨ ਬਣ ਗਿਆ, ਉਹਨੂੰ ਤਾਂ ਮੌਜ ਲੱਗ ਗਈ, ਵੇਖੋ ਦੀ ਉਹਦੇ ਲੱਤਾਂ ਬਾਹਾਂ ਘੁੱਟਦੇ ਨੇ ਸਾਰੇ ਆ ਕੇ, ਔਰ ਉਹਦੇ ਸਾਰੇ ਮੰਤਰੀ ਸੰਤਰੀ ਸਾਰੇ ਆ ਕੇ ਉਹਦੇ ਥੱਲੇ ਲੱਗ ਜਾਂਦੇ ਨੇ। ਫਿਰ ਤਾਂ ਉਹਦੀ ਸਾਰੇ ਜਿਹੜਾ ਉਹਦੀ ਬਹਿਜਾ ਹੋ ਗਈ। ਇਸ ਕਰਕੇ ਉਹ ਸਾਰੀ ਬਹਿਜਾ ਇਹਨਾਂ ਨੇ ਕਰਾਈ ਸੀ ਮੁਖਤਿਆਰ ਅੰਸਾਰੀ ਦੀ, ਔਰ ਸਾਰੇ ਪੈਸੇ ਸਾਰਾ ਖਰਚਾ ਜਿਹੜਾ ਪੰਜਾਬ ਸਰਕਾਰ ਨੂੰ ਸਹਿਣਾ ਪਿਆ ਸੀ। ਇਸ ਕਰਕੇ ਜਿਹਦੇ ਜ਼ਿੰਮੇਵਾਰ ਸਨ, ਇਹਨਾਂ ਦੀਆਂ ਸਰਕਾਰਾਂ 'ਚ ਕੰਪੈਰੀਜ਼ਨ ਕਰ ਲਈਏ ਤਾਂ ਇਹਨਾਂ ਦੀਆਂ ਸਰਕਾਰਾਂ ਨੇ ਤਾਂ ਇਹਦੀ ਜਨਮਦਾਤਾ ਵੀ ਸਨ, ਇਹਨੂੰ ਵਧਾਉਣ ਦੇ ਵਿੱਚ ਵੀ ਸਨ ਰੋਲ ਸੀ। ਅਸੀਂ ਇਹਨਾਂ ਦੇ ਸਾਰੇ ਮਸਲਿਆਂ ਨੂੰ ਨਜਿੱਠਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਜਲਦ ਤੇਜ਼ੀ ਨਾਲ ਹਰ ਮੁੱਦੇ ਤੇ ਜਿਹੜੀ ਹੈ ਉਹ ਕਾਰਵਾਈ ਹੋ ਰਹੀ ਹੈ। ਪੁਲਿਸ ਵੀ ਕੰਮ ਲੱਗੀ ਹੋਈ ਹੈ, ਰਾਜਨੇਤਾ ਵੀ ਕੰਮ ਲੱਗੇ ਹੋਏ ਨੇ, ਹਰ ਡਿਪਾਰਟਮੈਂਟ ਜਿਹੜਾ ਦਿਨ ਰਾਤ ਕੰਮ ਕਰ ਰਿਹਾ ਹੈ। ਔਰ ਕੋਈ ਵੀ ਡਿਪਾਰਟਮੈਂਟ ਐਸੇ ਲੈਣ ਤੋਂ ਪਹਿਲਾਂ ਕੋਈ ਅਫਸਰ ਜਿਹੜਾ 20 ਵਾਰੀ ਪਹਿਲਾਂ ਸੋਚਦਾ ਹੈ
ਵੀ ਜਿਹੜਾ ਜਿਹੜਾ ਆ ਕੰਮ ਜਿਹੜਾ ਜੇ ਕਿਤੇ ਆ ਜਿਵੇਂ ਹੁਣ ਸ਼ਾਮ ਸੁੰਦਰ ਅਰੋੜਾ ਫੜਿਆ ਗਿਆ ਨਾ, ਇਸੇ ਤਰ੍ਹਾਂ AIG ਫੜਿਆ ਗਿਆ ਨਾ, ਇਸ ਤਰ੍ਹਾਂ ਜਿਹੜਾ ਹੁਣ ਦਾ ਜਿਹੜਾ ਮਾਹੌਲ ਹੈ, ਇਹਨਾਂ ਦੇ ਟਾਈਮ ਦੇ ਮਾਹੌਲ ਸੀ, ਇਹਨਾਂ ਨੇ ਮਾਹੌਲ ਨੂੰ ਖਰਾਬ ਕਰਨ ਵਾਸਤੇ ਜਿਹੜਾ ਮਾਹੌਲ ਸਿਰਜਿਆ, ਅਸੀਂ ਉਹਨੂੰ ਠੀਕ ਕਰਨ ਵਾਸਤੇ ਜਿਹੜਾ ਲਗਾਤਾਰ ਲੱਗੇ ਹੋਏ ਆ। ਠੀਕ ਹੈ, ਇਸ ਕਰਕੇ ਬਹੁਤ ਕੁਝ ਕਰਨ ਵਾਲਾ, ਬਾਕੀ ਕੰਮ ਵੀ ਜਿਹੜਾ ਅਸੀਂ ਕਰਾਂਗੇ। ਪੰਜਾਬ ਦੇ ਲੋਕ ਯਕੀਨ ਰੱਖਣ, ਅਸੀਂ ਜਿਹੜਾ ਪੰਜਾਬ ਨੂੰ ਮੁੜ ਲੀਆਂ ਤੇ ਲੈ ਕੇ ਆਵਾਂਗੇ। ਬਿਲਕੁਲ। ਤੇ ਪਰਮਵੀਰ ਜੀ 1 ਮਿੰਟ ਚ ਆਪਣੀ ਗੱਲ ਕਹਿ ਦਿਓ, ਬਿਕੋਜ਼ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਤੁਸੀਂ ਜੋ ਕਹਿਣਾ ਚਾਹਦੇ ਹੋ ਛੇਤੀ ਕਹਿ ਦਿਓ। ਦੇਖੋ, ਇੰਦਰਜੀਤ ਜੀ ਨੇ ਬੜੀ ਵਧੀਆ ਗੱਲ ਕੀਤੀ ਜੀ, ਵੀ ਇਹਨਾਂ ਦੀ ਸਰਕਾਰ ਬਹੁਤ ਜ਼ਿਆਦਾ ਕੰਮ ਕਰ ਰਹੀ ਹੈ, ਬੜੇ ਮੁਨਾਫੇ ਦੇ ਵਿੱਚ ਹੈ, ਇਸ ਕਰਕੇ ਐਡਵਰਟਾਈਜ਼ਮੈਂਟ ਦੇ ਰਹੇ ਆ। ਮੈਂ ਇਹਨਾਂ ਨੂੰ ਗੁਜ਼ਾਰਿਸ਼ ਕਰਾਂਗਾ, ਵਿਚਾਰੇ ਦੀਵਾਲੀ ਆਉਣ ਵਾਲੀ ਹੈ, ਸਾਡੇ ਜਿਹੜੇ ਸਰਕਾਰੀ ਮੁਲਾਜ਼ਮ ਹੈਗੇ 2 ਮਹੀਨਿਆਂ ਤੋਂ ਉਹਨੂੰ ਤਨਖਾਹ ਨਹੀਂ ਮਿਲੀ, ਤੇ ਸਾਡੀ ਬੀਬੀਆਂ ਹਜ਼ਾਰ ਰੁਪਈਆ ਨੂੰ ਉਡੀਕ ਰਹੀਆਂ। ਘੱਟੋ ਘੱਟ ਜਿਹੜੇ ਸਰਕਾਰੀ ਮੁਲਾਜ਼ਮ ਆ ਉਹਨਾਂ ਦੀ ਤਨਖਾਹ ਦੇ ਦਿੱਤੀ ਜਾਵੇ। ਜੇ ਏਡਾ ਮੁਨਾਫਾ ਹੋਇਆ ਤੇ ਸਾਡੀ ਬੀਬੀਆਂ ਨੂੰ ਐਜ਼ ਅ ਦੀਵਾਲੀ ਗਿਫਟ 1000 ਰੁਪਈਆ ਦੇ ਦਿੱਤਾ ਜਾਵੇ ਸਰਕਾਰ ਵੱਲੋਂ, ਕਿਉਂਕਿ ਇਹਨਾਂ ਦੀ ਸਰਕਾਰ ਤਾਂ ਇਹਨੇ ਮੁਨਾਫੇ 'ਚ ਚੱਲ ਰਹੀ ਹੈ। ठीक है, तो ये जोड़े सवाल जवाब है जरूर चलते रहेंगे। विरोधी पार्टियां जी सवाल चुकेंगी भी, तो सरकार अपनी उपलब्धियां जी दसती जा रही है। तो जिवें केंद्रजीत जी ने कहा कि वो कोशिशां कर रहे हैं, आम आदमी पार्टी कोशिश कर रही है, तो विरोधी भी अपनी रिस्पॉन्सिबिलिटी पूरी तरीके दे नाल निभा रहे हैं। बहुत बहुत धन्यवाद सारिਆਂ ਦਾ, ਤੁਸੀਂ ਸਾਡੇ ਨਾਲ जुड़े, तो सरकार की 7 महीने की कारगुजारी किस तरीके दे नाल रही उस उत्ते उस विषय उत्ते असीं हेल्दी डिस्कशन की। जिवें कि एक्साइज पॉलिसी की गल की, रेते नूं लैके की कुछ सरकार का कहना है, तो विरोधियों के की सवाल सीगे, यानी कि इस तरीके दे नाल चर्चा की ते लोकां नूं समझ भी आवे कि पंजाब दे विच हुण की मुद्दे चल रहे हैं। हालांकि मुख मुद्दा कानून व्यवस्था नूं लैके भी जवाब दिता आम आदमी पार्टी ने कहा कि हर एक चीज़ नूं ठीक करन दे विच समा लगदा, असीं जिहड़ी कोशिशां कर रहे हैं, तो उसी कोशिश के तहत लगातार वड्डी खेप नशे दी फड़ी जा रही है, तो गैंगस्टर्स उत्ते या फिर गैंग वॉर उत्ते कंट्रोल करन दे लई भी लगातार पुलिस वल्लों कम किया जा रहा है। यानी कि पंजाब पुलिस पूरी तरीके दे नाल सतर्क है। हालांकि देखना यह होगा कि जिहड़े हुण बचदे साल है सरकार दे, क्योंकि 5 साल हाले होर पए ने, ते सरकार पंजाब नूं एक जिहड़ा सपना लेके चढ़ी सी आम आदमी पार्टी दी सरकार कि रंगला पंजाब बनाना है, वो रंगला पंजाब जरूर बनावे। ये असीं भी उम्मीद करदे हैं, ते असीं जिहड़ा एक्सपैक्ट भी करदे हैं साडी पंजाब दी आम आदमी पार्टी दी सरकार तो, ये भी उम्मीद करदे हैं कि विरोधी समय समय ते अपनी भूमिका अदा करदे रहन। ते अज दे लिए इन्ना ही, कल फिर मिलांगे एक नवे मुद्दे नूं लैके। तद तक मैनूं दिओ इजाजत। सत श्री अकाल।